ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਨੰਬਰ 4 ਫੇਸਬੁੱਕ ਚਰਚਾ, ਜਿਹਦੇ ਵਿੱਚ ਅਸੀਂ ਜਿਹੜੇ ਪਹਿਲੇ 3-4 ਸੈਸ਼ਨ ਹੋਏ ਆ ਸਾਡੇ, ਉਹਦੇ ਵਿੱਚ ਵੱਖ-ਵੱਖ ਆਪਣੇ ਵੀਰਾਂ ਨੇ, NRI ਵੀਰਾਂ ਨੇ ਹਿੱਸਾ ਲਿਆ। ਕੱਲ ਆਪਣੇ ਨਾਲ ਸੀਗੇ ਕੁਝ ਸੱਜਣ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰ ਰਹੇ ਸੀਗੇ, ਤੇ ਪਹਿਲਾਂ ਤਾਂ ਸਾਰੇ ਫੇਸਬੁੱਕ ਦੇ ਸੱਜਣਾਂ ਨੂੰ ਜਿਹੜੇ ਸਾਨੂੰ ਵਾਚ ਕਰ ਰਹੇ ਆ, ਸਤਿ ਸ੍ਰੀ ਅਕਾਲ। ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਅੱਜ ਵਾਚ ਕਰਨਾ ਇਸ ਪ੍ਰੋਗਰਾਮ ਦੇ ਲਈ। ਸਾਡਾ ਇਹ ਮਕਸਦ ਸੀ, ਇਹਦੇ ਵਿੱਚ ਪ੍ਰੋਗਰਾਮ ਕਿਉਂ ਸ਼ੁਰੂ ਕੀਤਾ, ਉਹਦਾ ਮਕਸਦ ਇਹ ਸੀ ਕਿ ਆਪਾਂ ਜਿਹੜੀ NRIs ਦੀ ਆਵਾਜ਼ ਆ ਉਹ ਕਿੱਦਾਂ ਉੱਥੇ ਬੈਠੇ ਸਾਡੇ ਵੀਰਾਂ ਨੂੰ ਹੌਸਲਾ ਦੇਣ ਲਈ ਬਣਾਈ ਜਾਵੇ। ਉਸ ਕਰਕੇ ਅਸੀਂ ਇੱਕ ਫੇਸਬੁੱਕ ਚਰਚਾ ਪ੍ਰੋਗਰਾਮ ਸ਼ੁਰੂ ਕੀਤਾ, ਜਿਹੜਾ ਕਿ ਅੱਜ 5ਵਾਂ ਸੈਸ਼ਨ ਆ, ਜਿਸ ਵਿੱਚ ਸਾਡੇ ਨਾਲ ਅੱਜ ਜੁੜੇ ਹੋਏ ਆ ਅਮਰਤਪਾਲ ਸਿੰਘ ਜੀ, ਆਪਣੇ ਸੈਕਰਾਮੈਂਟੋ ਤੋਂ। ਅਮਰਤਪਾਲ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹਾਂਜੀ, ਤੇ ਨਾਲ ਸਾਡੇ ਨੇ ਸੁਰਜੀਤ ਜੰਡੂ ਜੀ, ਭਾਜੀ ਹੁਣੀ, ਇਹ ਵੀ ਇੱਥੇ ਫ੍ਰਿਜ਼ਨੋ ਤੋਂ ਮੂਵ ਹੋ ਗਏ ਨੇ, ਕੈਨੇਡਾ ਤੋਂ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ, ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ, ਤੇ ਆਪਣੇ ਨਾਲ ਨੇ ਅਮਰਦੀਪ ਸਿੰਘ ਜੀ ਸਨੋਜੇ ਤੋਂ। ਸਤਿ ਸ੍ਰੀ ਅਕਾਲ ਭਾਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰੇ ਵਿਊਅਰਸ ਨੂੰ। ਹਾਂਜੀ, ਤੇ ਵੀਰੋ ਆਪਾਂ ਇਹੋ ਜੋ ਸੈਸ਼ਨ ਆ ਨਾ, ਇਹਦੇ ਵਿੱਚ ਗੱਲਬਾਤ ਕਰ ਰਹੇ ਆ ਜਿਹੜਾ ਅੰਦੋਲਨ ਚੱਲ ਰਿਹਾ ਦਿੱਲੀ ਦੇ ਵਿੱਚ ਇਸ ਵਕਤ। ਪੰਜਾਬ, ਹਰਿਆਣਾ, ਯੂਪੀ, ਜੋ ਵੀ ਤਕਰੀਬਨ ਹਰ ਵਰਗ ਦਾ ਬੰਦਾ ਉੱਥੇ ਇਕੱਠਾ ਹੋਇਆ ਆ ਇਸ ਅੰਦੋਲਨ ਦੇ ਵਿੱਚ। ਆਪਾਂ ਉਸ ਅੰਦੋਲਨ ਬਾਰੇ ਗੱਲ ਕਰਨ ਜਾ ਰਹੇ ਆ। ਉੱਥੇ ਜੋ ਵੀ ਚੰਗਾ ਹੋ ਰਿਹਾ ਜਾਂ ਕੋਈ ਦਿੱਕਤਾਂ ਆ ਰਹੀਆਂ ਜਾਂ ਕੋਈ ਪ੍ਰੋਬਲਮਸ ਖੜੀਆਂ ਕਰ ਰਿਹਾ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਹਦੇ ਵਿੱਚ। ਤੇ ਆਪਾਂ ਸਭ ਤੋਂ ਪਹਿਲਾਂ ਮੈਂ ਅਮਰਤਪਾਲ ਸਿੰਘ ਨੂੰ ਜੀ, ਅਮਰਤਪਾਲ ਜੀ ਨੂੰ ਕਹੂੰਗਾ ਕਿ ਤੁਸੀਂ ਜੋ ਇਹ ਅੰਦੋਲਨ ਦਿੱਲੀ ਵਿੱਚ ਚੱਲ ਰਿਹਾ ਪੰਜਾਬੀਆਂ ਵੱਲੋਂ, ਤੇ ਤੁਸੀਂ ਇਸ ਅੰਦੋਲਨ ਨੂੰ ਕਿੱਦਾਂ ਦੇਖਦੇ ਆ ਅਮਰਤਵੀਰ? ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਦੇਖੋ ਜੀ, ਜਿੰਨਾ ਕੁ ਅਸੀਂ ਹਿਸਟਰੀ ਪੜ੍ਹੀ ਆ, 1947 ਤੋਂ ਬਾਅਦ, ਸ਼ਾਇਦ ਕਿਤੇ 1947 ਤੋਂ ਪਹਿਲਾਂ ਗਾਂਧੀ ਦੇ ਜਾਂ ਨਹਿਰੂ ਦੀ ਅਗਵਾਈ ਵਿੱਚ ਕੋਈ ਨੈਸ਼ਨਲ ਲੈਵਲ ਦਾ ਅੰਦੋਲਨ ਹੋਇਆ ਹੋਊਗਾ। ਪਰ 47 ਤੋਂ ਬਾਅਦ ਇਹ ਲਾਈਕ 72-73 ਸਾਲ ਦੇ ਵਿੱਚ ਪਹਿਲੀ ਵਾਰੀ ਇਹ ਜਿਹੜਾ ਭਾਰਤੀ ਸਿਸਟਮ ਹੈ ਐਕਚੁਅਲੀ, ਜਿਹਦੇ ਵਿੱਚ ਕਾਰਪੋਰੇਟ ਤੇ ਸਰਕਾਰਾਂ ਮਿਲ ਕੇ ਇਹਨੂੰ ਸਿਸਟਮ ਨੂੰ ਕ੍ਰੀਏਟ ਕੀਤਾ ਹੋਇਆ, ਇਹ ਸਿਸਟਮ ਨੂੰ ਪਹਿਲੀ ਵਾਰ ਇੱਕ ਏਦਾਂ ਦਾ ਅੰਦੋਲਨ ਆ ਜਿਹਨੇ ਵੱਡੇ ਲੈਵਲ ਤੇ ਸੱਟ ਮਾਰੀ ਆ, ਤੇ ਸਰਕਾਰਾਂ ਨੂੰ ਤੇ ਕਾਰਪੋਰੇਟ ਨੂੰ ਝੁਕਣ ਬਾਰੇ ਸੋਚਣਾ ਪੈ ਰਿਹਾ। ਤੇ ਇਹਦੇ ਵਿੱਚ ਇਹਦਾ ਮੈਂ ਹਵਾਲਾ ਦੂੰਗਾ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ। ਉਹਨਾਂ ਨੇ ਸਾਰੇ ਵਰਲਡ ਦੀ ਹਿਸਟਰੀ ਪੜ੍ਹੀ ਆ। ਚਲੋ ਅਸੀਂ ਤਾਂ ਇੰਨੀ ਹਿਸਟਰੀ ਵੀ ਨਹੀਂ ਪੜ੍ਹੀ। ਉਹ ਕਹਿੰਦੇ ਵੀ ਮੈਂ ਸਾਰੇ ਰੈਵੋਲੂਸ਼ਨ ਪੜ੍ਹੇ ਆ, ਫਰਾਂਸ ਦਾ ਪੜ੍ਹਿਆ 1917 ਵਾਲਾ, ਤੇ ਰਸ਼ੀਆ ਦਾ ਪੜ੍ਹਿਆ, ਤੇ ਮੈਂ 1917 ਵਾਲਾ ਉਹਦਾ ਰਸ਼ੀਆ ਦਾ ਸੀ, ਤੇ ਫਰਾਂਸ ਦੀ ਕ੍ਰਾਂਤੀ ਪੜ੍ਹੀ ਆ। ਇਹ ਜਿੰਨੇ ਰੈਵੋਲੂਸ਼ਨ ਆਏ ਆ ਨਾ, ਇਹ ਬਲੱਡੀ ਰੈਵੋਲੂਸ਼ਨ ਸੀਗੇ। ਇਹ ਫਸਟ ਰੈਵੋਲੂਸ਼ਨ ਆ ਵਰਲਡ ਦਾ ਜੇ ਅਸੀਂ ਕੋਈ ਗਲਤੀ ਨਾ ਕੀਤੀ, ਗੱਲ ਇਹ ਵੀ ਆ ਨਾਲ, ਜੇ ਅਸੀਂ ਕੋਈ ਗਲਤੀ ਨਹੀਂ ਕੀਤੀ, ਇਹ ਫਸਟ ਰੈਵੋਲੂਸ਼ਨ ਹੋਊਗਾ ਇਸ ਪਲੈਨਟ ਦੇ ਉੱਤੇ ਜਿਹਨੇ ਰੈਵੋਲੂਸ਼ਨ ਦੀ ਡੈਫੀਨੇਸ਼ਨ ਹੀ ਬਦਲ ਕੇ ਰੱਖਤੀ ਹੈ। ਰਾਈਟ, ਬਿਲਕੁਲ ਸਹੀ ਗੱਲ ਹੈ। ਠੀਕ ਹੈ ਜੀ। ਔਰ ਦੂਜੀ ਗੱਲ ਜਿਹੜੀ ਇਸ ਅੰਦੋਲਨ ਦੇ ਬਾਰੇ ਮੈਂ ਇਹ ਕਹਿਣੀ ਚਾਹੁੰਦਾ ਆ ਕਿ ਇਹ ਅੰਦੋਲਨ ਬਣਿਆ ਆ ਸੋਸ਼ਲ ਮੀਡੀਆ ਨਾਲ। ਠੀਕ ਹੈ ਜੀ। ਜਦੋਂ ਅਨੰਦਪੁਰ ਸਾਹਿਬ ਮਤਾ ਪਾਸ ਕੀਤਾ ਗਿਆ, ਤੇ ਉਸ ਅਨੰਦਪੁਰ ਸਾਹਿਬ ਮਤੇ ਦੇ ਵਿੱਚ ਕੀ ਸੀ, ਉਹ ਅੰਦੋਲਨ ਕਿਉਂ ਨਹੀਂ ਚੱਲਿਆ ਨੈਸ਼ਨਲ ਲੈਵਲ ਦਾ, ਕਿਉਂ ਨਹੀਂ ਬਣਿਆ ਇੰਟਰਨੈਸ਼ਨਲ ਲੈਵਲ ਦਾ? ਕਿਉਂਕਿ ਸੋਸ਼ਲ ਮੀਡੀਆ ਹੈ ਨਹੀਂ ਸੀ। ਉਹ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਜਿਹੜੀ ਪਹਿਲੀ ਮੰਗ ਸੀ ਉਹ ਇਹੀ ਸੀ ਕਿ ਜਿਹੜੀਆਂ ਸਟੇਟਾਂ ਆ ਉਹਨਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਠੀਕ ਆ ਜੀ। ਅੱਛਾ, ਸੋਸ਼ਲ ਮੀਡੀਆ ਸੀ ਨਹੀਂ, ਸਰਕਾਰਾਂ ਨੇ ਚੱਲੀਆਂ ਚਾਲਾਂ ਉਹਨੂੰ ਵਾਇਓਲੈਂਸ ਦਾ ਰੂਪ ਦੇ ਦਿੱਤਾ। ਬਿਲਕੁਲ। ਕਿਸੇ ਚੀਜ਼ ਨੂੰ ਵਾਇਓਲੇਟ ਕਰਨਾ ਬੜਾ ਸੌਖਾ ਹੁੰਦਾ ਸਰਕਾਰਾਂ ਲਈ। ਉਹਨਾਂ ਵਾਇਓਲੈਂਸ ਮਾੜੀ ਹੋਈ, ਉਹਨਾਂ ਨੂੰ ਤਾਂ ਬਹਾਨਾ ਚਾਹੀਦਾ ਆਪਣੀ ਪਾਵਰ ਵਰਤਣ ਦਾ। ਜੇ ਵਾਇਓਲੈਂਸ ਹੀ ਨਹੀਂ ਹੋ ਰਹੀ ਤੇ ਸਰਕਾਰ ਕਿਸ ਬਹਾਨੇ ਨਾਲ ਆਪਣੀ ਪਾਵਰ ਨੂੰ ਵਰਤੇ ਪਈ? ਸਹੀ ਗੱਲ ਹੈ। ਤੇ ਉਦੋਂ ਇਹਨਾਂ ਨੂੰ ਅੱਤਵਾਦੀ ਬਣਾ ਕੇ, ਇਹਨਾਂ ਨੂੰ ਖਾਲਿਸਤਾਨੀ ਬਣਾ ਕੇ ਬਾਕੀ ਸਟੇਟਾਂ ਨੂੰ ਇਹਨਾਂ ਦੇ ਵਿਰੁੱਧ ਕਰ ਦਿੱਤਾ। ਜਦ ਕਿ ਇਹ ਪੰਜਾਬ ਵਾਲੇ ਉਹਨਾਂ ਸਟੇਟਾਂ ਦੇ ਅਧਿਕਾਰ ਦਿਵਾਉਣ ਲਈ ਹੀ ਉਦੋਂ ਲੜ ਰਹੇ ਸੀ। ਸਹੀ ਗੱਲ ਹੈ। ਠੀਕ ਹੈ ਜੀ।
ਪਰ ਹੁਣ ਸੋਸ਼ਲ ਮੀਡੀਆ ਹੋਣ ਕਰਕੇ ਬਾਕੀ ਸਟੇਟਾਂ ਨੂੰ ਪਤਾ ਲੱਗਿਆ, ਉਹ ਪੰਜਾਬ ਦੇ ਮਗਰ ਲਾ ਕੇ ਤੁਰੇ ਆ। ਪਰ ਉਦੋਂ ਉਹ ਸਾਰੇ ਪੰਜਾਬ ਦੇ ਵਿਰੋਧੀ ਹੋ ਗਏ ਕਿ ਪੰਜਾਬ ਅੱਤਵਾਦੀ ਆ। ਇਹ ਜਿਹੜਾ ਬਕਾਊ ਮੀਡੀਆ ਦੀ ਆਪਾਂ ਗੱਲ ਕਰਦੇ ਆ ਨਾ, ਇਹ ਬਕਾਊ ਮੀਡੀਆ ਕੋਈ 10-15 ਸਾਲ ਤੋਂ ਬਕਾਊ ਨਹੀਂ ਹੋਇਆ ਹੈਗਾ। ਇਹ ਅੱਜ-ਕੱਲ ਤੋਂ ਹੀ ਬਕਾਊ ਆ। ਉਦੋਂ ਦੀਆਂ ਅਖਬਾਰਾਂ ਨੇ, ਉਦੋਂ ਦੇ ਟੀਵੀ ਚੈਨਲ ਜਿਹੜੇ ਇੱਕ ਦੋ ਸੀਗੇ, ਜੋ ਵੀ ਸੀਗਾ, ਪੇਪਰ ਮੀਡੀਆ ਜ਼ਿਆਦਾ ਸੀ, ਉਹਨਾਂ ਨੇ ਇਹੀ ਅੱਗ ਉਗਲੀ ਕਿ ਪੰਜਾਬ ਅੱਤਵਾਦ ਫੈਲਾ ਰਿਹਾ। ਜਦ ਕਿ ਪੰਜਾਬ ਹੱਕਾਂ ਦੀ ਗੱਲ ਕਰ ਰਿਹਾ ਸੀ ਕਿ ਸਟੇਟਾਂ ਨੂੰ ਅਧਿਕਾਰ ਵੱਧ ਦਿੱਤੇ ਜਾਣ। ਰਾਈਟ। ਜਦੋਂ ਸਟੇਟਾਂ ਨੂੰ ਅਧਿਕਾਰ ਵੱਧ ਦੇਣਗੇ, ਉੱਥੇ ਮਿਨੋਰਟੀ ਦੀ ਵੀ ਕੋਈ ਨਾ ਕੋਈ ਸੇਫਟੀ ਰਹੂਗੀ। ਬਿਲਕੁਲ। ਤੇ ਇੱਕ ਗੱਲ ਹੋਰ ਭਾਜੀ, ਮੈਂ ਇੱਕ ਇਕੋਨੋਮਿਸਟ ਆ, ਪ੍ਰੋਫੈਸਰ ਅਜੇਪਾਲ ਸਿੰਘ, ਉਹਨਾਂ ਦੇ ਹਵਾਲੇ ਨਾਲ ਮੈਂ ਦੱਸਣਾ ਚਾਹੁੰਦਾ। ਇਹ ਜਿਹੜਾ ਕਾਨੂੰਨ ਸੀ ਨਾ, ਇਹ ਜਦੋਂ 10-15 ਸਾਲ ਬਾਅਦ, 20 ਸਾਲ ਬਾਅਦ ਟੈਕਨੋਲੋਜੀ ਬਦਲ ਜਾਂਦੀ ਆ ਨਾ, ਤੇ ਜਿਹੜੀ ਇਕੋਨੋਮੀ ਆ ਉਹਦਾ ਸਿਸਟਮ ਵੀ ਬਦਲਣਾ ਪੈਂਦਾ। ਰਾਈਟ। ਠੀਕ ਆ ਜੀ। 47 ਤੋਂ 91 ਤਾਈਂ ਇੱਕ ਇਕੋਨੋਮਿਕ ਸਿਸਟਮ ਚੱਲਿਆ। 91 ਦੇ ਵਿੱਚ ਰੇਲ ਗੱਡੀ ਧੂੰਆਂ ਮਾਰਨ ਲੱਗੀ, ਮਨਮੋਹਨ ਸਿੰਘ ਨੂੰ ਲਿਆਂਦਾ ਗਿਆ, ਉਹਨੇ ਇੱਕ ਸਿਸਟਮ ਸੈੱਟ ਕੀਤਾ। ਮੈਂ ਬਰੀਫ ਚ ਦੱਸ ਦਿੰਦਾ। ਹਾਂਜੀ। ਉਹਨੇ ਇੱਕ ਸਿਸਟਮ ਸੈੱਟ ਕੀਤਾ 91 ਦੇ ਵਿੱਚ। ਇਹਨਾਂ ਨੂੰ ਆਪਣਾ ਸੋਨਾ ਵੀ ਗਿਰਵੀ ਰੱਖਣਾ ਪਿਆ ਸੀ ਉੱਥੇ ਵਰਲਡ ਬੈਂਕ ਕੋਲ। ਹਾਂਜੀ। ਉਹਨੇ ਇੱਕ ਸਿਸਟਮ ਸੈੱਟ ਕੀਤਾ, ਉਹ ਜਿਹੜਾ 2013 ਤਾਈਂ 23 ਸਾਲ ਚੱਲੀ ਗਿਆ। ਹਾਂਜੀ। ਹੁਣ ਜਦੋਂ ਅਮਰੀਕਾ 'ਚ 2008 ਦੇ ਵਿੱਚ ਇਕੋਨੋਮੀ ਧੂੰਆਂ ਮਾਰ ਗਿਆ, ਇੰਜਣ ਧੂੰਆਂ ਮਾਰ ਗਿਆ, 2009-10 ਚ ਓਬਾਮੇ ਨੇ ਇੱਕ ਸਿਸਟਮ ਸੈੱਟ ਕੀਤਾ ਇਕੋਨੋਮੀ ਦਾ। ਹਾਂਜੀ। ਉਹ ਹੁਣ ਤਾਈਂ ਚੱਲ ਰਿਹਾ। ਰਾਈਟ। ਜਦੋਂ ਕਦੀ ਫਿਊਚਰ ਟਾਈਮ 22-23 ਦੇ ਵਿੱਚ ਕੁਝ ਹੋਇਆ ਤੇ ਨਵਾਂ ਕੁਝ ਨਾ ਕੁਝ ਅਪਲਾਈ ਕਰਨਾ ਪੈਣਾ, ਕੁਝ ਲੱਭਣਾ ਪੈਣਾ, ਇਨਵੈਂਟ ਕਰਨੀ ਪੈਣੀ ਚੀਜ਼। ਸੋ ਚਲੋ ਡਾਕਟਰ ਮਨਮੋਹਨ ਸਿੰਘ ਨੂੰ ਲਿਆਂਦਾ, ਇੱਕ ਨੌਨ ਪੋਲੀਟੀਕਲ ਬੰਦੇ ਨੂੰ, ਉਹਦਾ ਸੈੱਟ ਕੀਤਾ ਸਿਸਟਮ। 22-23 ਸਾਲ ਕੱਢ ਗਿਆ। ਹਾਂਜੀ। 13 ਵਿੱਚ ਹੱਲੇ ਉਹ ਪ੍ਰਧਾਨ ਮੰਤਰੀ ਹੀ ਸੀ ਜਦੋਂ GDP ਡਿੱਗਣ ਲੱਗ ਗਿਆ ਸੀ। ਤੇ 14 ਚ ਆਇਆ ਮੋਦੀ, ਤੇ ਉਹਨੇ ਮੋਦੀ ਦੇ ਕੰਨ 'ਚ ਇਹ ਗੱਲ ਦੱਸਤੀ ਵੀ ਜਿਹੜਾ ਸਮਾਂ ਆ ਬੜਾ ਵਧੀਆ ਨਹੀਂ ਹੈਗਾ। ਚਲੋ ਮੋਦੀ ਹੁਣਾਂ ਨੇ ਉਸ ਲੈਵਲ ਦੀ, ਜਿਹਦਾ ਜੇ ਕਹਿ ਲਓ ਵੀ ਉਸ ਲੈਵਲ ਦੀ ਉਹਨਾਂ ਨੇ ਬੁੱਧੀਮਤਾ ਨਹੀਂ ਦਿਖਾਈ। ਕਦੀ GST ਲਾ, ਕਦੀ ਨੋਟਬੰਦੀ ਕਰ, ਇੱਕ ਦੋ ਪੰਗੇ ਹੋਰ ਵੀ ਉਹਨੇ ਲਏ ਵੱਡੇ ਲੈਵਲ ਦੇ, ਆਮ ਲੋਕਾਂ ਨੂੰ ਪਤਾ ਨਹੀਂ ਲੱਗਿਆ। ਕੋਈ ਵੀ ਹੀਲਾ ਉਹਨਾਂ ਦਾ ਕੰਮ ਨਹੀਂ ਕੀਤਾ। GDP ਅੱਜ ਅੱਧ ਚ ਰਹਿ ਗਿਆ। ਕਾਂਗ ਨਾਲ ਐਗਰੀਮੈਂਟ ਕਰਨ ਤੋਂ ਬਿਨਾਂ ਮੋਦੀ ਹੋਣਾ ਕੋਲ ਕੋਈ ਆਪਸ਼ਨ ਨਹੀਂ ਸੀ। ਰਾਈਟ। ਇਹਨੂੰ ਨਲਾਇਕੀ ਹੀ ਕਹਿ ਸਕਦੇ ਆ। ਇਹ ਨਲਾਇਕੀ ਆ। ਠੀਕ ਆ, ਕਿ ਤੁਸੀਂ ਕਾਰਪੋਰੇਟ ਦੀ ਝੋਲੀ ਚ ਪਾ ਰਹੇ ਆ ਪੂਰੇ। ਠੀਕ ਆ, ਤੇ ਕਾਰਪੋਰੇਟ ਬੜੀ ਸ਼ੈਤਾਨ ਚੀਜ਼ ਦਾ ਨਾਂ ਹੈ। 15-20 ਸਾਲ ਬਾਅਦ ਟੈਕਨੋਲੋਜੀ ਬਦਲ ਜਾਂਦੀ ਆ, ਤਾਂ ਕਾਰਪੋਰੇਟ ਨੂੰ ਵੀ ਆਪਣੀਆਂ ਇਨਵੈਸਟਮੈਂਟ, ਆਪਣੀਆਂ ਪਾਲਿਸੀਆਂ ਬਦਲਣੀਆਂ ਪੈਂਦੀਆਂ। ਉਹ ਕਾਰਪੋਰੇਟ ਦੀ ਇਹੀ ਪਾਲਿਸੀ ਆ ਵੀ ਜਿਹੜਾ ਅਨਾਜ ਆ, ਇਹ ਤਾਂ ਬੰਦੇ ਨੇ ਸਦਾ ਹੀ ਖਾਣਾ। ਹਾਂ ਬਿਲਕੁਲ। ਬੀਜ ਵੀ ਬੰਦੇ ਅਨਾਜ ਖਾਣਗੇ ਤਾਂ 2100 ਬੀਜ ਵੀ ਖਾਣਗੇ। 800 ਜੀਰ ਵੀ ਅਨਾਜ ਤੇ ਖਾਣਗੇ, ਤੇ ਇਸ ਪਲੈਨਟ ਤੇ ਆਬਾਦੀ ਵੀ ਵਧਣੀ ਆ। ਰਾਈਟ। ਠੀਕ ਆ। ਸੋ ਕਿਉਂ ਨਾ ਅਨਾਜ ਨੂੰ ਅਸੀਂ ਆਪਣੇ ਕਬਜ਼ੇ 'ਚ ਕਰੀਏ। ਇਸ ਵਰਲਡ ਦਾ ਤਾਂ ਪਹਿਲਾਂ ਹੀ ਇਹੋ ਮਾਡਲ ਆ ਇਹ ਦੁਨੀਆ ਦਾ, ਕਿ ਇਹ ਦੁਨੀਆ ਨੂੰ ਕਾਰਪੋਰੇਟ ਚਲਾ ਰਿਹਾ ਹੈ। ਇਹ ਦੁਨੀਆ ਡੈਮੋਕ੍ਰੇਸੀ ਦਾ ਇੱਕ ਡਰਾਮਾ ਆ। ਹਾਂਜੀ। ਕਾਰਪੋਰੇਟ ਜਿਹੜਾ ਹੈ ਇਸ ਦੁਨੀਆ ਨੂੰ ਚਲਾ ਰਿਹਾ ਹੈ। ਉਹ ਗੁਲਾਮੀ ਤਾਂ ਅਸੀਂ ਪਹਿਲੇ ਕਾਰਪੋਰੇਟ ਦੀ ਕਰ ਰਹੇ ਹਾਂ, ਚਾਹੇ ਇੰਡੀਆ, ਅਮਰੀਕਾ, ਯੂਰਪ, ਜਿੱਥੇ ਮਰਜ਼ੀ ਚਲ ਜਾਓ। ਜਿੱਥੇ ਮਰਜ਼ੀ ਚਲ ਜਾਓ। ਠੀਕ ਆ, ਜਿੱਥੇ ਮਰਜ਼ੀ ਚਲ ਜਾਓ। ਕਾਰਪੋਰੇਟ ਇੱਥੇ ਵੀ ਨਹੀਂ ਸੈਟੀਸਫਾਈ ਹੋ ਰਿਹਾ। ਉਹ ਚਾਹੁੰਦਾ ਵੀ ਅਨਾਜ ਦੇ ਉੱਤੇ ਵੀ ਅਸੀਂ ਕਬਜ਼ਾ ਕਰ ਲਈਏ। ਇਸ ਦੁਨੀਆ ਨੂੰ ਕਾਰਪੋਰੇਟ ਬੜੀ ਹੀ ਬਸਤ ਸਿਚੁਏਸ਼ਨ ਵਿੱਚ ਲਿਜਾ ਰਿਹਾ ਹੈ। ਇਹ ਦੁਨੀਆ, ਇਹ ਕੱਲੇ ਪੰਜਾਬ ਦੇ ਕਿਸਾਨ ਦੀ ਗੱਲ ਹੈ, ਇਹ ਦੁਨੀਆ ਨੂੰ ਉੱਠ ਕੇ ਖੜੇ ਹੋਣਾ ਪੈਣਾ। ਇਹਨੇ ਤਾਂ ਕਾਰਪੋਰੇਟ ਇੱਕ ਮਗਰਮੱਛ ਵਾਂਗੂ ਇੱਕ ਦਿਨ ਇਹ ਦੁਨੀਆ ਨੂੰ ਨਿਗਲ ਜਾਊਗਾ। ਬਿਲਕੁਲ ਬਿਲਕੁਲ ਸਹੀ ਗੱਲ ਕਹੀ ਅਮਰਤ ਜੀ। ਇਹ ਪੰਜਾਬ ਦਾ ਕਿਸਾਨ ਇੱਕ ਇਕੋਨੋਮਿਕ ਵਰਲਡ ਆਰਡਰ ਦੇ ਨਾਲ ਟਕਰਾ ਰਿਹਾ। ਬਿਲਕੁਲ। ਔਰ ਦੂਜੀ ਗੱਲ ਇਹ ਆ, ਈਸਟ ਇੰਡੀਆ ਕੰਪਨੀ ਆਈ ਸੀ। ਹਾਂਜੀ। ਠੀਕ ਆ, ਤੇ 1849 ਦੇ ਵਿੱਚ ਅਸੀਂ ਆਖਰੀ ਲੜਾਈ ਲੜੀ ਆ ਸਭਰਾਵਾਂ ਦੇ ਮੈਦਾਨ 'ਚ। ਹਾਂਜੀ। ਠੀਕ ਆ, ਸ਼ਾਮ ਸਿੰਘ ਅਟਾਰੀ ਵਾਲੇ ਦੀ ਅਗਵਾਈ 'ਚ, ਜਿਹਦਾ ਸ਼ਾਹ ਮੁਹੰਮਦਾਂ ਨੇ ਲਿਖਿਆ ਵੀ ਫੌਜਾਂ ਜਿੱਤ ਕੇ ਅੰਤ ਨੂੰ ਆ ਰਹੀਆਂ ਨੇ। ਹਾਂਜੀ। ਠੀਕ ਆ ਜੀ। ਤੇ ਜਦੋਂ ਅਸੀਂ ਉਹ ਲੜਾਈ ਹਾਰੇ ਆ, 1947 ਤੱਕ ਉਹਨਾਂ ਕੰਪਨੀਆਂ ਨੇ ਸਾਡੇ ਤੇ ਰਾਜ ਕੀਤਾ। 98 ਸਾਲ। ਬਿਲਕੁਲ ਬਿਲਕੁਲ ਸਹੀ ਗੱਲ। ਤਾਂ ਜੇ ਕੋਈ 2020 ਚ ਮੈਂ ਸ਼ਬਦ ਬੋਲਣਾ ਤੱਕ ਨਹੀਂ ਚਾਹੁੰਦਾ, ਨੈਗੇਟਿਵ એનર્ਜੀ
ਕਹਿੰਦੇ ਮਹਾਰਾਜ ਦੀ ਬਾਣੀ ਚਾਹੁੰਦਾ ਬਹੁਤਾ ਕਹੀਏ ਬਹੁਤਾ ਹੋਏ, ਨੈਗੇਟਿਵ ਗੱਲ ਵੀ ਨਾ ਕਰੋ। ਹਾਂਜੀ ਜੇ ਕੋਈ 19-21 ਹੋ ਗਈ 2020 ਚ ਹਾਂਜੀ ਕੋਈ ਫੈਸਲਾ ਸਾਡੇ ਹੱਕ ਚ ਨਹੀਂ ਹੋਇਆ ਹਾਂਜੀ ਤੇ ਸਾਡੀ ਗੁਲਾਮੀ ਕਿੱਥੇ ਜਾ ਕੇ ਰੁਕਣੀ ਆ, ਕੁਝ ਨਹੀਂ ਪਤਾ। ਰਾਈਟ ਤੇ ਬਸ ਮੈਂ ਇੰਨਾ ਕੀ ਵਿਚਾਰ ਦੇਣੇ ਚਾਹੁੰਦਾ। ਔਰ ਐਂਡ ਤੇ ਇੱਕ ਗੱਲ ਜਿਹੜੀ ਆਖਰੀ ਆ, ਜਿਹੜੀ ਸਭ ਤੋਂ ਹਾਂਜੀ ਇੰਪੋਰਟੈਂਟ ਆ, ਠੀਕ ਆ, ਜਿੰਨੀ ਜੋ ਤਜਰਬਾ ਆ ਜ਼ਿੰਦਗੀ ਦਾ ਮੈਂ ਦੱਸ ਰਿਹਾ, 2 ਚੀਜ਼ਾਂ ਦਾ ਖਿਆਲ ਰੱਖਣ। 2 ਚੀਜ਼ਾਂ ਦਾ। ਨੰਬਰ 1 ਨੋ ਹਾਂਜੀ ਨੈਗੋਸ਼ੀਏਸ਼ਨ, ਕੋਈ ਨੈਗੋਸ਼ੀਏਸ਼ਨ ਨਹੀਂ ਕਰਨੀ, ਕੈਂਸਲ ਹੋਣਾ Right. ਚਾਹੀਦਾ ਬਿੱਲ। ਨੋ Right. ਵਾਇਓਲੈਂਸ, ਜੇ ਵਾਇਓਲੈਂਸ ਹੋ ਗਈ, ਜੇ ਵਾਇਓਲੈਂਸ ਲਈ ਵੀ ਸਾਨੂੰ ਭੜਕਾਤਾ, ਮਾੜੀ ਜੀ ਵੀ ਵਾਇਓਲੈਂਸ ਹੋ ਗਈ ਤੇ ਇੰਡੀਅਨ ਗਵਰਨਮੈਂਟ ਦੇ ਕੋਲ ਇੰਨੀ ਪਾਵਰ ਆ ਕਿ ਉਹ ਸਾਨੂੰ ਉੱਥੇ ਪਾਵਰ ਨਾ ਕਰ ਸਕਦੇ ਅਮਰ ਜੀ, ਬਿਲਕੁਲ ਤੁਸੀਂ ਹਾਂਜੀ ਠੀਕ ਆ। ਔਰ ਨੋ ਨੈਗੋਸ਼ੀਏਸ਼ਨ, ਨੋ ਬਿਲਕੁਲ। ਵਾਇਓਲੈਂਸ। ਨਹੀਂ ਦੇਖੋ ਹੁਣ ਉਹਨਾਂ ਨੇ ਵੀ ਪਾਰਲੀਮੈਂਟ 'ਚ ਜਾ ਕੇ ਸਾਇਲੈਂਟ ਰਹਿ ਕੇ ਇਹੀ ਲਿਖਿਆ ਬੋਰਡਾਂ ਤੇ ਯੈਸ ਔਰ ਨੋ, ਸੋ ਇਹੀ ਗੱਲ ਉਹਨਾਂ ਨੇ ਕਹੀ ਆ। ਹਾਂਜੀ, ਇਸ ਗੱਲ ਨੂੰ ਆਪਾਂ ਅੱਗੇ ਵਧਾਉਂਦੇ ਹੋਏ ਆਪਣੇ ਸੁਰਜੀਤ ਸਿੰਘ ਜੰਡੂ ਭਾਈ ਉਹਨਾਂ ਨੂੰ ਵੀ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਜੋ ਇਹ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ, ਇਹਦੇ ਬਾਰੇ ਭਾਈ ਤੁਸੀਂ ਕਿਸ ਤਰ੍ਹਾਂ ਦੇਖਦੇ ਆ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਵੀਰ ਜੀ ਮੈਂ ਨਾ ਵੀਰ ਜੀ ਹੋਰਾਂ ਨੇ ਬਹੁਤ ਵਧੀਆ ਵਿਸਤਾਰ ਦੇ ਨਾਲ ਗੱਲ ਸਮਝਾਈ ਆ, ਕਿਉਂਕਿ ਬੜੇ ਤੱਥਾਂ ਦੇ ਆਧਾਰ ਦੇ ਉੱਤੇ, ਕਿਉਂਕਿ ਸਿਆਣਾ ਬੰਦਾ ਸੂਝਵਾਨ ਬੰਦਾ ਇਹੋ ਜਿਹੀਆਂ ਹੀ ਤੱਥਾਂ ਦੇ ਆਧਾਰ ਤੇ ਗੱਲਾਂ ਕਰਦਾ। ਤੇ ਮੈਂ ਥੋੜਾ ਜਿਹਾ ਇੱਧਰਲੇ ਪਾਸੇ ਨੂੰ ਆਉਂਗਾ, ਕਿਉਂਕਿ ਇਹ ਤਾਂ ਗੱਲ ਬਾਈ ਜੀ ਹੋਰਾਂ ਨੇ ਸਮਝਾਤੀ ਵੀ ਆਪਣਾ ਹੁਣ ਜਿਹੜਾ ਇੱਧਰਲੇ ਪ੍ਰੋਟੈਸਟ ਨੇ, ਤਾਂ ਜਿਹੜਾ ਉੱਥੇ ਵਾਲਾ ਪ੍ਰੋਟੈਸਟ ਜਿਹੜਾ ਹੈਗਾ ਉਹਦਾ ਕੀ ਅਸਰ ਪਊਗਾ ਫਿਊਚਰ ਦੇ ਵਿੱਚ, ਇਹਦੇ ਵਿੱਚ ਕੀ ਅਸਰ ਪਊਗਾ। ਮੈਂ ਥੋੜਾ ਜਿਹਾ ਪਿੱਛੇ ਹਟ ਕੇ ਚੱਲਾਂ, ਜਿਹਨੂੰ ਕਿ ਜੰਮੂ ਕਸ਼ਮੀਰ ਵਾਲਾ ਮਸਲਾ ਸੀਗਾ 370 ਵਾਲਾ, ਉਹ ਇੱਕ ਬਹੁਤ ਵੱਡਾ ਮਸਲਾ ਸੀ ਭਾਰਤ ਦਾ, ਜਿਹੜਾ ਕਿ ਇਹਨਾਂ ਨੇ ਇੱਕਦਮ ਫੌਜ ਲਾ ਕੇ ਚੁੱਪ ਚਪੀਤੇ ਤਰੀਕੇ ਦੇ ਨਾਲ ਉਹ ਕਰਤਾ ਤੇ ਕਾਬੂ ਕਰਕੇ ਕਰ ਲਿਆ। ਤੇ ਉਹ ਜੰਮੂ ਕਸ਼ਮੀਰ ਵਾਲਾ ਇਹਨਾਂ ਨੇ ਫਾਈਨਲ ਕਰ ਲਿਆ। ਉਹਦਾ ਹੋਣ ਦਾ ਕਾਰਨ ਕੀ ਸੀਗਾ? ਕਿਉਂਕਿ ਅਮਰੀਕਾ ਜਿਹੜੀ ਸੁਪਰੀਮ ਪਾਵਰ ਹੈ ਤੇ ਉਹਦੇ ਵਿੱਚ ਟਰੰਪ ਸਾਹਿਬ ਦਾ ਆਉਣਾ ਤੇ ਉਧਰੋਂ ਇਮਰਾਨ ਸਾਹਿਬ ਦੀ ਮੀਟਿੰਗ ਮੋਦੀ ਦੇ ਨਾਲ ਕਰਵਾ ਕੇ ਮੰਨ ਲਓ ਦੋਨੇ ਪਾਸੇ ਜਿਹੜਾ ਹੈਗਾ ਨਾ ਅਟੈਚਮੈਂਟ ਜਿਹੜੀ ਆ ਉਹ ਹੋ ਗਈ ਹੈਗੀ ਆ, ਠੀਕ ਆ ਨਾ, ਇਹ ਕੰਮ ਹੋ ਗਿਆ। ਪਰ ਹੁਣ ਜਿਹੜਾ ਇਹ ਪ੍ਰੋਟੈਸਟ ਹੈਗਾ, ਇਹਦੇ ਤੇ ਅਸਰ ਇਹਨਾਂ ਦਾ ਤਾਂ ਬਹੁਤਾ ਜ਼ਿਆਦਾ ਨਹੀਂ ਪੈਣਾ, ਕਿਉਂਕਿ ਸਾਡੀ ਅਮਰੀਕਾ ਦੀ ਸਰਕਾਰ ਜਿਹੜੀ ਆ ਮੂਹਰੇ ਬਦਲਣ ਵਾਲੀ ਆ ਤੇ ਬਦਲ ਹੀ ਗਈ ਹੈ ਇੱਕ ਤਰ੍ਹਾਂ ਦੀ, ਤੇ ਉਹਦਾ ਵੀ ਅਸਰ ਹੁਣ ਜਿਹੜਾ ਹੈਗਾ ਇੱਕ ਇਫੈਕਟ ਇਹਨਾਂ ਤੇ ਨਹੀਂ ਬਹੁਤਾ ਜ਼ਿਆਦਾ ਪਊਗਾ। ਮੋਦੀ ਸਰਕਾਰ ਨੂੰ ਆਪਣਾ ਵੀ ਜਿਵੇਂ ਕਹਿੰਦੇ ਆ ਵੀ ਭੰਬਲ ਭੂਸੇ ਪੈ ਗਈ ਹੈ ਇਸ ਵੇਲੇ ਵੀ, ਅਸੀਂ ਕਰਨਾ ਕੀ ਆ ਮੂਹਰੇ ਫਿਊਚਰ ਦੇ ਵਿੱਚ। ਪਰ ਜਿਹੜੇ ਇੱਥੋਂ ਦੇ ਪ੍ਰੋਟੈਸਟ ਨੇ ਉਹਨਾਂ ਦਾ ਅਸਰ, ਮੈਂ ਇੱਕ ਗੱਲ ਹੋਰ ਕਰਾਂ ਤੁਹਾਡੇ ਨਾਲ, ਪਿਛਲੇ ਸਮਿਆਂ ਦੇ ਵਿੱਚ ਜਾਈਏ ਵੀ ਜਿੰਨੀਆਂ ਵੀ ਕ੍ਰਾਂਤੀਆਂ ਆਪਣੀਆਂ ਆਈਆਂ ਨੇ ਜਾਂ ਜਿੰਨੀਆਂ ਵੀ ਆਪਣੀਆਂ ਸਭਾਵਾਂ ਨੇ ਜਿਨ੍ਹਾਂ ਨੇ ਯੋਗਦਾਨ ਪਾਇਆ, ਭਾਵੇਂ ਸ਼ਹੀਦ ਭਗਤ ਸਿੰਘ ਜੀ ਦਾ ਟਾਈਮ ਹੋਵੇ, ਲਾਲਾ ਲਾਜਪਤ ਰਾਏ ਜੀ ਦਾ ਟਾਈਮ ਹੋਵੇ, ਜਾਂ ਸ਼ਹੀਦ ਊਧਮ ਸਿੰਘ ਦਾ ਟਾਈਮ ਹੋਵੇ, ਉਹਨਾਂ ਲਈ ਜਿੰਨੀਆਂ ਵੀ ਮੂਵਮੈਂਟਾਂ ਸ਼ੁਰੂ ਹੋਈਆਂ ਨੇ ਉਹ ਨਾਰਥ ਅਮਰੀਕਾ ਤੋਂ ਹੀ ਸ਼ੁਰੂ ਹੋਈਆਂ ਨੇ। ਰਾਈਟ। ਤੇ ਇਹ ਮੂਵਮੈਂਟ ਜਿਹੜੀ ਆ, ਜਿਵੇਂ ਹੁਣ ਇੱਥੇ ਆਪਾਂ ਪ੍ਰੋਟੈਸਟ ਕਰ ਰਹੇ ਹਾਂ, ਇਹਦਾ ਬਹੁਤ ਵੱਡਾ ਇਫੈਕਟ ਪੈਂਦਾ ਨਾਰਥ ਅਮਰੀਕਾ ਤੋਂ, ਕਿਉਂਕਿ ਫਿਊਚਰ ਦੇ ਵਿੱਚ ਇਕਨੋਮੀ ਜਿਹੜੀ ਆ, ਪੈਸਾ ਜਿਹੜਾ ਹੈਗਾ ਉਹੀ ਵੱਡੀ ਚੀਜ਼ ਹੁੰਦੀ ਹੈ। ਤੇ ਤੁਹਾਡਾ ਜਿਹੜਾ ਇੱਥੋਂ ਪੈਸਾ ਜਾਂਦਾ ਹੈਗਾ ਜਾਂ ਇੱਥੋਂ ਜਾ ਕੇ ਤੁਹਾਡੀ ਇਨਵੈਸਟਮੈਂਟ ਜਿਹੜੀ ਹੈਗੀ ਹੈ ਤੁਹਾਡੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਉਹ ਚੀਜ਼ ਗਾਹਾਂ ਅੱਗੇ ਲੈ ਕੇ ਜਾਂਦੀ ਹੈ। ਜੰਡੂ ਜੀ ਇੱਕ ਮਿੰਟ ਮਾੜਾ ਜਿਹਾ ਤੁਹਾਨੂੰ ਮੈਂ ਰੋਕ ਰਿਹਾ, ਤੁਸੀਂ ਆਪਣੀ ਨਾ ਕਾਰ ਦੀ ਲਾਈਟ ਜਗਾ ਸਕਦੇ? ਮਾੜੀ ਜੀ ਤੁਹਾਡਾ ਫੇਸ ਨਹੀਂ ਦਿਸ ਰਿਹਾ ਅੰਦਰਲੀ ਲਾਈਟ। ਹਾਂਜੀ ਚਲੋ ਕੋਈ ਗੱਲ ਨਹੀਂ, ਚਲੋ ਹਾਂਜੀ ਠੀਕ ਹੈ। ਮੈਂ ਕਿਤੇ ਘਰ ਬੈਠਾ ਸੀਗਾ, ਉੱਥੋਂ ਫਿਰ ਅਸੀਂ ਚੱਲ ਪਏ ਹੁਣ ਰਾਹ ਦੇ ਵਿੱਚ, ਤੇ ਚਲੋ ਕੋਈ ਗੱਲ ਨਹੀਂ, ਥੈਂਕ ਯੂ ਭਾਈ ਤੁਹਾਡਾ, ਤੁਸੀਂ ਫੇਰ ਵੀ ਬਹੁਤ ਟਾਈਮ ਕੱਢਿਆ। ਹਾਂਜੀ ਕੈਰੀ ਔਨ। ਹਾਂਜੀ ਤੇ ਉਹ ਜਿਹੜੇ ਪ੍ਰੋਟੈਸਟ ਨੇ ਇਹਨਾਂ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਉੱਥੇ ਜਾ ਕੇ, ਕਿਉਂਕਿ ਅਸੀਂ ਲੋਕ ਇੱਥੋਂ ਜਿਵੇਂ ਹੁਣ ਤੁਸੀਂ ਦੇਖੋ ਵੀਰ ਜੀ ਹੋਰੀ ਗੱਲ ਕਹਿ ਕੇ ਗਿਆ ਵਾਇਓਲੇਸ਼ਨ ਦੀ, ਵੀ ਵਾਇਓਲੇਸ਼ਨ ਨਾ ਹੋਵੇ। ਦੇਖੋ ਤੁਸੀਂ ਐਡੇ ਵੱਡੇ ਪ੍ਰੋਟੈਸਟ ਹੋ ਗਏ ਇੱਥੇ, ਜੇ ਮੈਂ ਗੱਲ ਕਰਾਂ ਆਪਣੀ ਸਨ ਫਰਾਂਸਿਸਕੋ ਦਾ ਪ੍ਰੋਟੈਸਟ ਹੋ ਗਿਆ, ਉਦੋਂ ਬਾਅਦ ਆਪਣਾ ਰੱਬ ਤੁਹਾਡਾ ਭਲਾ ਕਰੇ ਸਰੀ BC ਦਾ ਹੋ ਗਿਆ, ਟੋਰਾਂਟੋ ਦਾ ਹੋ ਗਿਆ, ਕੈਨੇਡਾ ਦਾ, ਨਿਊਯਾਰਕ ਦਾ ਹੋ ਗਿਆ, ਬਹੁਤ ਵੱਡੇ ਪ੍ਰੋਟੈਸਟ ਨੇ ਇਹ। ਉਹਨਾਂ ਦੇ ਵਿੱਚ ਨਾਨ ਵਾਇਓਲੇਸ਼ਨ ਹੋਣਾ, ਕੋਈ ਐਕਸੀਡੈਂਟ ਵੀ ਨਾ ਹੋਣਾ, ਕੋਈ ਲੜਾਈ ਝਗੜਾ ਨਾ ਹੋਣਾ। ਚਲੋ ਛੋਟੇ ਮੋਟੇ ਤਾਂ ਬਹੁਤ ਹੋਏ ਨੇ, ਜਿਵੇਂ ਕਿ ਪ੍ਰੋਟੈਸਟ ਛੋਟੇ ਮੋਟੇ ਤਾਂ ਬਹੁਤ ਹੋਏ ਨੇ, ਜਿਵੇਂ ਫ੍ਰਿਜਨੋ ਹੋ ਗਿਆ ਜਾਂ ਰਿਵਰ ਸਾਈਡ ਹੋ ਗਿਆ, ਇਹ ਤਾਂ ਬਹੁਤ ਨੇ ਨਿੱਕੇ ਨਿੱਕੇ ਹੋਏ ਜਿਹੜੇ ਐਡਮਿੰਟਨ, ਅਲਬਰਟਾ। ਪਰ ਲੇਕਿਨ ਜਿਹੜੇ ਵੱਡੇ ਨੇ ਉਹਨਾਂ ਸਾਰਿਆਂ ਦੇ ਵਿੱਚ ਇੱਕ ਵੀ ਤਰ੍ਹਾਂ ਦੀ ਕੋਈ ਵਾਇਓਲੇਸ਼ਨ ਨਾ ਹੋਣੀ, ਬਹੁਤ ਵੱਡਾ ਸਬੂਤ ਦਿੱਤਾ ਜਾ ਰਿਹਾ ਇਸ ਗੱਲ ਦਾ ਵੀ ਇਹ ਫਿਊਚਰ ਦੇ ਵਿੱਚ ਇਹ ਜਿਹੜਾ ਹੈਗਾ ਬਹੁਤ ਵਧੀਆ ਕੰਮ ਹੋਊਗਾ, ਤੇ ਇਹਨਾਂ ਨੂੰ ਇਹ ਮੰਨਣਾ ਪਊਗਾ, ਤੇ ਕਾਨੂੰਨ ਜਿਹੜਾ ਹੈਗਾ ਉਹ ਵਾਪਸ ਹੋਊਗਾ, ਨਹੀਂ ਇਹ ਕੰਮ ਅੱਗੇ ਨਹੀਂ। ਹਾਂਜੀ ਜੰਡੂ ਜੀ ਤੁਹਾਡੀ ਆਵਾਜ਼ ਥੋੜੀ ਕੱਟ ਕੇ ਆ ਰਹੀ ਹੈ। ਹਾਂਜੀ ਗੋ ਹੈਡ।
ਮੈਂ ਥੋੜਾ ਜਿਹਾ ਸ਼ਾਰਟਕਟ ਪਾਇਆ ਸੀ ਖੇਤਾਂ ਵਾਲੇ ਪਾਸੇ ਦੀ, ਵੀ ਮੈਂ ਇੱਧਰ ਨੂੰ ਘਰ ਨੂੰ ਜਾਣਾ ਸੀਗਾ। ਤੇ ਹੁਣ ਦੇਖੋ ਆਵਾਜ਼ ਠੀਕ ਹੈ ਹੁਣ ਇਸ ਵੇਲੇ? ਹਾਂ ਹੁਣ ਠੀਕ ਹੈ ਭਾਜੀ, ਹੁਣ ਠੀਕ ਹੈ। ਹਾਂਜੀ ਤੇ ਇਹ ਪ੍ਰੋਟੈਸਟ ਜਿਹੜੇ ਨੇ ਇਹਨਾਂ ਦਾ ਬਹੁਤ ਵੱਡਾ ਫੈਕਟ ਹੈ, ਕਿਉਂਕਿ ਪੜ੍ਹੇ ਲਿਖੇ ਲੋਕ ਨੇ ਸਾਰੇ। ਤੇ ਈਵਨ ਭਾਵੇਂ ਸਾਡਾ ਉੱਥੋਂ ਦਾ ਮੀਡੀਆ ਜਿਹੜਾ ਹੈਗਾ ਭਾਰਤ ਦਾ, ਉਹ ਇਸ ਟਾਈਮ ਸਰਕਾਰ ਦੇ ਅੰਡਰ ਹੈ, ਪਰ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਹੜਾ ਨੈਸ਼ਨਲ ਮੀਡੀਆ, ਉਹਨਾਂ ਨੂੰ ਹੁਣ ਨਿਊਜ਼ ਮਿਲ ਗਈ ਬਹੁਤ ਚੰਗੀ ਤਰ੍ਹਾਂ ਇਸ ਵੇਲੇ। ਨਾਰਥ ਅਮਰੀਕਾ ਦੇ ਵਿੱਚ ਜਾਂ ਜਿਹੜਾ ਯੂਰਪ ਦੇ ਵਿੱਚ, ਉਹਨਾਂ ਨੂੰ ਬਹੁਤ ਵੱਡੀ ਨਿਊਜ਼ ਮਿਲ ਗਈ। ਔਰ ਭਾਰਤ ਦੀ ਸਰਕਾਰ ਜਿਹੜੀ ਆ, ਉਹਦਾ ਨਿਕੰਮਾਪਣ ਜਿਹੜਾ ਹੈਗਾ ਉਹ ਬਹੁਤ ਚੰਗੇ ਤਰੀਕੇ ਦੇ ਨਾਲ ਮੂਹਰੇ ਆ ਰਿਹਾ। ਜਿਵੇਂ ਕਿ ਪਿੱਛੇ ਜੇ ਜਸਟਿਨ ਟਰੂਡੋ ਸਾਹਿਬ ਦਾ ਜਿਹੜਾ ਕੈਨੇਡਾ ਦੇ ਪ੍ਰਧਾਨ ਨੇ, ਪ੍ਰੈਜ਼ੀਡੈਂਟ ਨੇ, ਉਹਨਾਂ ਦਾ ਬਿਆਨ ਆਉਣਾ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹ ਸੰਭਾਵਕ ਨੇ ਵੀ ਸਰਕਾਰ ਨੂੰ ਕਿਤੇ ਨਾ ਕਿਤੇ ਮਜਬੂਰ ਕਰਨਗੀਆਂ। ਔਰ ਜਿਹੜੇ ਵੀਰ ਸਾਡੇ ਉੱਥੇ ਪ੍ਰੋਟੈਸਟ ਕਰ ਰਹੇ ਨੇ ਭਾਰਤ ਦੇ ਵਿੱਚ, ਉਹ ਬੜੇ ਵਧੀਆ ਤਰੀਕੇ ਨਾਲ ਕਰ ਰਹੇ ਨੇ, ਬੜੇ ਸ਼ਾਂਤਮਈ ਕਰ ਰਹੇ ਨੇ। ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ, ਜਦੋਂ ਨਿਹੰਗ ਸਿੰਘ ਤੁਰੇ ਸੀਗੇ ਪਿੰਡਾਂ ਤੋਂ ਉਧਰੋਂ ਆਪਣੇ ਭਾਰਤ ਪੰਜਾਬ ਬੰਨਿਓ ਦਿੱਲੀ ਨੂੰ, ਉਦੋਂ ਥੋੜਾ ਜਿਹਾ ਲੱਗਦਾ ਸੀ ਵੀ ਔਖਾ ਹੋ ਜਾਣਾ ਕੰਮ ਜਾ ਕੇ, ਵੀ ਕਿਤੇ ਵਾਇਲੇਸ਼ਨ ਵਾਲਾ ਕੰਮ ਵੱਧ ਨਾ ਜਾਵੇ। ਪਰ ਉੱਥੇ ਉਹਨਾਂ ਨੇ ਜਾ ਕੇ ਜਿਹੜਾ ਆਪਣਾ ਕਰਤੱਵ ਕੀਤੇ ਆ, ਉਹ ਬਹੁਤ ਵਧੀਆ ਨੇ। ਵੀ ਉਹ ਸਾਈਡ ਤੇ ਬਹਿ ਗਏ ਤੇ ਉਹ ਜਿਹੜੇ ਆਪਣੇ ਪ੍ਰੋਟੈਸਟ ਕਰਨ ਵਾਲੇ ਬੰਦੇ ਨੇ, ਉਹਨਾਂ ਦੀ ਰਾਖੀ ਦੇ ਲਈ ਵੀ ਕੋਈ ਬੰਦਾ ਆ ਕੇ ਸ਼ਰਾਰਤ ਨਾ ਕਰੇ। ਔਰ ਵੱਡਾ ਪੋਜ਼ਿਟਿਵ ਉਹ ਚੀਜ਼ ਹੈ ਵੀ ਨਹੀਂ ਤਾਂ 50-60 ਸਰਕਾਰਾਂ ਤੇ ਪਾਰਟੀਆਂ 50-60 ਬੰਦਿਆਂ ਨੂੰ ਛੱਡ ਕੇ ਵਿੱਚ ਇਹੋ ਜਿਹੀ ਕੋਈ ਦੁਰਘਟਨਾ ਕਰਵਾ ਦਿੰਦੇ ਹੁੰਦੇ ਆ ਵੀ ਜਿਹਦੇ ਨਾਲ ਇਕੱਠ ਜਿਹੜਾ ਹੁੰਦਾ ਉਹ ਖਦੇੜਿਆ ਜਾ ਸਕਦਾ ਹੁੰਦਾ। ਪਰ ਹੁਣ ਕੋਈ ਚੁਆਇਸ ਨਹੀਂ ਰਹਿ ਗਈ। ਤੇ ਫਿਊਚਰ ਦੇ ਵਿੱਚ ਜਿਹੜਾ ਹੁਣ ਆਉਣ ਵਾਲਾ ਸਮਾਂ, ਅਗਲੇ 10-12 ਦਿਨ ਨੇ, ਉਹ ਸਰਕਾਰ ਦੇ ਲਈ ਬਹੁਤ ਹੀ ਜ਼ਿਆਦਾ ਜਿਵੇਂ ਕਹਿੰਦੇ ਆ ਵੀ ਉਹਨਾਂ ਲਈ ਵਕਤ ਪਿਆ ਹੋਇਆ ਇਸ ਵੇਲੇ। ਜਿਵੇਂ ਇੱਕ ਪੰਜਾਬੀ ਦੀ ਗੱਲ ਆ ਵੀ ਕੋੜ ਕੇਲੀ ਵਾਲੀ ਗੱਲ ਆ, ਮੂੰਹ ਚਾਉਣ ਵਾਲੀ ਤੇ ਛੱਡਣ ਵਾਲੀ ਗੱਲ ਵੀ ਔਖੀ ਲੱਗ ਰਹੀ ਹੈ ਉਹਨਾਂ ਨੂੰ, ਤੇ ਖਾਣ ਵਾਲੀ ਵੀ ਔਖੀ ਲੱਗ ਰਹੀ ਹੈ। ਤੇ ਪਰ ਮੌਜੂਦਾ ਹਾਲਾਤਾਂ ਦੇ ਵਿੱਚ ਲੱਗਦਾ ਐਵੇਂ ਜਿਵੇਂ ਵੀਰ ਜੀ ਕਹਿ ਕੇ ਗਏ ਆ ਵੀ ਵਾਇਲੇਸ਼ਨ ਵਗੈਰਾ ਨਾ ਹੋਵੇ ਤਾਂ ਬਿਲਕੁਲ ਪੋਜ਼ਿਟਿਵ ਹੀ ਹੋਊਗਾ ਸਾਰਾ ਕੁਝ ਜੀ। ਹਾਂਜੀ ਜੰਡੂ ਵੀਰ ਜੀ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਟੱਚ ਕੀਤਾ ਇਸ ਪੁਆਇੰਟ ਨੂੰ। ਮੈਂ ਥੋੜਾ ਐਡ ਕਰਨਾ ਚਾਹੁੰਦਾ, ਜਿੱਦਾਂ ਹੁਣ ਕਿਸਾਨ ਜਿਹੜੇ ਸਾਡੇ ਅੱਗੇ ਮੋਹਰੀ ਹੋਏ ਆ, ਉਹਨਾਂ ਨੂੰ ਜਦੋਂ ਬਾਹਰ ਆ ਕੇ ਮੀਡੀਆ ਪੁੱਛਦਾ ਵੀ ਆ, ਉਹਨਾਂ ਦੀ ਸਿਆਣਪ ਬਹੁਤ ਹੈ ਗੱਲ ਕਰਨ ਦੀ। ਉਹਨਾਂ ਦੀ ਗੱਲਾਂ ਸੁਣਦੇ ਆ, ਏਦਾਂ ਲੱਗਦਾ ਕਿ ਬੜੇ ਸੁਲਝੇ ਹੋਏ ਲੀਡਰ ਆ ਉਹ। ਉਹਨਾਂ ਦੇ ਵਿੱਚੋਂ ਜਿੱਦਾਂ ਉਹਨਾਂ ਨੇ ਕਿਹਾ, ਜਦੋਂ ਉਹਨਾਂ ਨੇ ਪੁੱਛਿਆ ਬਾਹਰ ਆ ਕੇ ਵੀ ਤੁਹਾਡੀ ਮੀਟਿੰਗ ਦਾ ਰਿਜ਼ਲਟ ਕੀ ਨਿਕਲਿਆ, ਕਹਿੰਦੇ ਮੀਟਿੰਗ ਦਾ ਰਿਜ਼ਲਟ ਮੀਟਿੰਗ ਨਿਕਲਿਆ। ਕਹਿੰਦੇ ਉਹ ਸਾਨੂੰ ਬਹੁਤ ਕੁਝ ਪੁੱਛਦੇ ਰਹੇ, ਸਾਇਲੈਂਟਲੀ ਗਿਆ, ਸਾਨੂੰ ਯੈਸ ਜਾਂ ਨੋ ਦੱਸੋ। ਤਾਂ ਉਹਨਾਂ ਨੂੰ 30 ਮਿੰਟ 40 ਮਿੰਟ ਕੋਈ ਜਵਾਬ ਨਹੀਂ ਮਿਲਿਆ। ਤੇ ਆਪਣੇ ਆਪ ਹੀ ਸਰਕਾਰ ਫਿਰ ਸੋਚ ਕੇ, ਜਿਹੜਾ ਬੰਦਾ ਆਇਆ ਸੀ ਉੱਥੇ, ਉਹਨੇ ਫਿਰ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਜੀ 9 ਤਰੀਕ ਨੂੰ ਤੁਹਾਨੂੰ ਅਸੀਂ ਜਵਾਬ ਦੇਵਾਂਗੇ। ਤੇ ਹੁਣ ਦੇਖੋ, ਅਸੀਂ ਉਹਨਾਂ ਲੀਡਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਅਸਲੀ 30 ਜਾਂ 31 ਜਥੇਬੰਦੀਆਂ ਦੇ ਲੀਡ ਅੱਗੇ ਕਰ ਰਹੇ ਆ। ਉਹ ਵੀ ਬਹੁਤ ਸਿਆਣੇ ਆ, ਉਹਨਾਂ ਦੀ ਯੂਨਿਟੀ ਬਹੁਤ ਆ। ਅਮਰਤ ਸਿੰਘ ਜੀ, ਅਮਰਤਪਾਲ ਜੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਫਿਰ ਜੰਡੂ ਭਾਈ ਤੁਸੀਂ ਦੱਸੋ ਪਹਿਲਾਂ, ਫਿਰ ਆਪਾਂ ਅਮਰਤ ਭਾਈ ਦੀ ਲੈਂਦੇ ਆ। ਨਿੱਕਾ ਜਿਹਾ ਤੁਹਾਡੇ ਵਾਲੀ ਗੱਲ ਨੂੰ ਥੋੜਾ ਜਿਹਾ ਗਾਹਾਂ ਵਧਾ ਕੇ ਅਮਰਤਵੀਰ ਜੀ ਨੂੰ ਮੌਕਾ ਦਿੰਦਾ ਮੈਂ ਕਹੂੰਗਾ। ਪਰ ਮੈਂ ਬੇਨਤੀ ਕਰਾਂ, ਜਦੋਂ ਛੋਟੇ ਹੁੰਦੇ ਸੀ ਨਾ, ਜਿਹੜੀ ਗੱਲ ਤੁਸੀਂ ਕਹੀ ਹੈ ਵੀ ਬਹੁਤ ਸਿਆਣੇ ਨੇ, ਜਦੋਂ ਛੋਟੇ ਹੁੰਦੇ ਸੀ, ਮੈਂ ਜਿਹੜੀ ਸੱਥ ਹੁੰਦੀ ਹੈ ਨਾ ਪਿੰਡ ਦੀ, ਉਹਦਾ ਆਨੰਦ ਬਹੁਤ ਮਾਣਿਆ ਛੋਟੇ ਹੁੰਦੇ ਨੇ। ਉੱਥੇ ਸੱਥ ਦੇ ਵਿੱਚ ਬੰਦੇ ਵਿਹਲੇ ਹੋ ਕੇ ਆ ਕੇ ਸਿਆਣੀਆਂ ਗੱਲਾਂ ਕਰਦੇ ਹੁੰਦੇ ਸੀ, ਰਿਪੋਰਟਾਂ ਪਿੰਡ ਦੀਆਂ, ਉਦੋਂ ਅਖਬਾਰ ਹੁੰਦਾ ਸੀ, ਬਾਕੀ ਤਾਂ ਕੁਝ ਨਹੀਂ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ। ਠੀਕ ਹੈ ਜੀ। ਉਹ ਜਦੋਂ ਗੱਲ ਹੁੰਦੀ ਸੀ ਵੀ MLA ਬਣਾ ਦਿਓ ਫਲਾਣੇ ਨੂੰ, ਇੱਕ ਪੰਜਾਬੀ ਦੀ ਗੱਲ ਹੁੰਦੀ ਸੀ ਪਿੰਡਾਂ ਦੀ, ਕਿਉਂਕਿ ਮਾਲਵੇ ਦੇ ਪਿੰਡ ਸੈਣੇ ਨੂੰ ਬਿਲੋਂਗ ਕਰਦਾ, ਬਰਨਾਲੇ ਨੇੜੇ। ਤੇ ਕਹਿੰਦੀ MLA ਬਣਾ ਦਿਓ, ਵਿਹਲਾ ਜਾਂ ਦੇਖੋ ਕਿਹੜਾ ਬਈ, ਜਿਹੜਾ ਵਿਹਲਾ ਜਾਂ ਉਹਨੂੰ ਬਣਾ ਦਿਓ। ਮਤਲਬ ਵੀ ਬਹੁਤੇ ਸਿਆਣੇ ਬੰਦੇ ਦੀ ਲੋੜ ਨਹੀਂ MLA ਦੀ, ਜਿਹੜਾ ਵਿਹਲਾ ਜਾਂ ਉਹਨੂੰ ਬਣਾ ਦਿਓ। ਸੋ ਇਸ ਕਰਕੇ ਇਹਨਾਂ ਲੋਕਾਂ ਨੇ MLA ਬਣਾਇਆ ਹੁੰਦਾ ਸੀ। ਇਹ ਸਿਆਣੇ ਲੋਕ ਸੀ ਜਿਹੜੇ ਸੱਥਾਂ ਦੇ ਵਿੱਚ ਬੈਠੇ ਹੁੰਦੇ ਸੀ, ਸਮਝਦਾਰ ਹੁੰਦੇ ਸੀ। ਤੇ ਜਿਹੜੇ ਮੰਤਰੀ ਨੇ ਸਾਡੇ ਤਾਂ ਵਿਹਲੇ ਲੋਕ ਨੇ, ਉਹਨਾਂ ਨੂੰ ਬਹੁਤੀ ਜ਼ਿਆਦਾ ਸਮਝ ਨਹੀਂ ਹੈਗੀ। ਉਹਨਾਂ ਨੂੰ IAS ਅਫੀਸਰ ਜੋ ਲਿਖ ਕੇ ਦੇ ਦਿੰਦੇ ਆ, ਉਹ ਬਣਾ ਦਿੰਦੇ ਆ। ਜੋ ਅਡਾਨੀ ਮੂਹਰੋਂ ਕਹਿ ਦਿੰਦਾ ਵੀ ਸਾਨੂੰ ਐ ਚਾਹੀਦਾ ਸੀ ਪੈਸਾ, ਤੁਹਾਡੀ ਵੋਟਾਂ ਤੇ ਖਰਚਾ ਸੀਗਾ ਤੁਹਾਡੇ ਲਈ, ਸਾਨੂੰ ਪੈਸਾ ਵਾਪਸ ਚਾਹੀਦਾ। ਤੇ ਉਸ ਦਬਦਬਾ ਦੇ ਵਿੱਚ ਹੀ ਇਹ ਲੋਕ ਜਿਹੜੇ ਨੇ ਤੁਰੇ ਫਿਰਦੇ ਨੇ। ਇਹ ਵਿਹਲੇ ਬੰਦੇ ਨੇ, ਇਹਨਾਂ ਨੂੰ ਬਹੁਤੀ ਜ਼ਿਆਦਾ ਸਮਝ ਨਹੀਂ। ਸਾਡੇ ਜਿਹੜੇ ਪਿੰਡਾਂ ਚੋਂ ਲੋਕ ਉੱਠ ਕੇ ਆਏ ਨੇ ਇਸ ਟਾਈਮ, ਸਾਡੇ ਬਜ਼ੁਰਗ ਨੇ, ਉਹ ਬਹੁਤ ਸਿਆਣੇ ਨੇ, ਬਹੁਤ ਸਮਝਦਾਰ ਨੇ, ਕਿਉਂਕਿ ਸਾਡੇ ਮਾਂ-ਪਿਓ ਨੇ ਤੇ ਅਸੀਂ ਉਹਨਾਂ ਦੇ ਬੱਚੇ ਆ। ਜੇ ਸਾਨੂੰ ਕੋਈ ਮਾੜਾ ਮੋਟਾ ਸਮਝਦਾਰ ਕਹਿੰਦਾ, ਸਾਨੂੰ ਬੜੀ ਖੁਸ਼ੀ ਚੜ੍ਹਦੀ ਹੈ, ਪਰ ਸਾਡੇ ਪਿਓ ਕਿੰਨੇ ਕੁ ਸਮਝਦਾਰ ਹੋਣਗੇ। ਔਰ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ, ਥੈਂਕ ਯੂ ਵੀਰ। ਹਾਂਜੀ ਜੰਡੂ ਭਾਜੀ, ਦਰਅਸਲ ਅਮਰਤਵੀਰ ਨੇ ਸਵੇਰੇ 3:30 ਵਜੇ ਕੰਮ ਤੇ ਜਾਣਾ, ਤੇ ਤਾਂ ਕਰਕੇ ਇਹਨਾਂ ਨੂੰ ਚਾਂਸ ਦੇਣਾ ਸੀ। 8:30 ਤੋਂ ਲੈ ਕੇ 8:30 ਵਜੇ ਆਪਾਂ 3 ਜਾਣੇ ਹੀ ਆ, ਤੇ ਫਿਰ ਆਪਾਂ ਆਪਸ ਵਿੱਚ ਖੁੱਲ ਕੇ ਗੱਲ ਕਰਦੇ ਆ। ਮੈਂ ਚਾਹੁੰਦਾ ਵੀ ਇਸ ਵੀਰ ਦੇ ਨਾ ਜੋ ਵਿਚਾਰ ਆ ਬਹੁਤ ਵਧੀਆ ਨੇ, ਮੈਂ ਇਹਨੂੰ ਕਾਫੀ ਚਿਰ ਤੋਂ ਸੁਣਦਾ ਆਇਆ। ਚਲੋ ਆਪਾਂ ਕਿਸੇ ਪੋਲੀਟੀਕਲ ਪਾਰਟੀ ਦਾ ਨਾਂ ਤਾਂ ਨਹੀਂ ਲੈਣਾ, ਪਰ ਮੈਂ ਆਮ ਆਦਮੀ ਪਾਰਟੀ ਦੇ ਨਾਲ ਲਾਉਣ ਵਾਲਾ ਮੈਨੂੰ ਇਹ ਵੀਰ ਸੀ। ਇਸ ਵੀਰ ਨੇ ਮੈਨੂੰ ਇਸ ਇੱਕ ਇਹੋ ਜਿਹਾ ਜਾਨੀ ਕਿ ਪ੍ਰਭਾਵਿਤ ਕੀਤਾ, ਕਹਿੰਦਾ ਇਸ ਤਰੀਕੇ ਦੇ ਨਾਲ ਕੋਈ ਬੰਦਾ ਕੰਮ ਕਰ ਰਿਹਾ, ਆਪਾਂ ਉਹਦਾ ਸਾਥ ਦਈਏ। ਤੇ ਅੱਜ ਤੱਕ ਜੇ ਮੈਂ ਜੁੜਿਆ ਹੋਇਆ ਤਾਂ ਇਹਦੀ ਮਿਹਰਬਾਨੀ ਨਾਲ ਹੀ ਮੈਂ ਉਹ ਕੰਮ ਸ਼ੁਰੂ ਕੀਤਾ ਸੀਗਾ। ਤੇ ਅਮਰਤ, ਤੁਸੀਂ ਦੱਸੋ ਵੀ ਕਿਸ ਤਰ੍ਹਾਂ ਤੁਸੀਂ ਸੋਚਦੇ ਆ, ਜਿਹੜੇ ਕਿਸਾਨ ਵੀਰਾਂ ਦੇ ਆਗੂ ਆ, ਉਹਨਾਂ ਬਾਰੇ ਤੁਸੀਂ ਕੀ ਸੋਚਦੇ ਆ? ਹਾਂਜੀ, ਇਹ ਜੰਡੂ ਵੀਰ ਨੇ ਵੈਸੇ ਬਹੁਤ ਵਧੀਆ ਦੱਸਿਆ ਹਨਾ
ਕਿ ਸਮਾਂ ਬਦਲ ਗਿਆ ਹਨਾ, ਕਿ ਅਸੀਂ ਪਹਿਲਾਂ ਅੱਗੇ ਨਹੀਂ ਰਹੇ। ਅਸੀਂ ਵੀ ਦੁਨੀਆ ਦੀ ਰਾਜਨੀਤੀ ਨੂੰ ਪੜ੍ਹ ਲਿਆ, ਨੈਗੋਸ਼ੀਏਸ਼ਨ ਟੇਬਲ ਦੇਖ ਲਏ ਵੀ ਕਿੱਦਾਂ ਦੇ ਹੁੰਦੇ ਆ, ਉਹਦੇ ਉੱਤੇ ਕਿੱਦਾਂ ਗੱਲ ਕਰਨੀ ਹੈ। ਇੱਕ ਨਾ ਇਹ ਇੱਕ ਬੰਦਾ ਹੋਇਆ 1950 ਤੋਂ ਪਹਿਲਾਂ ਹੋਇਆ ਹੰਗਰੀ। ਉਹ ਬੰਦੇ ਨੇ ਜਿੱਦਾਂ ਨਹੀਂ ਇੱਕ ਮਦਾਰੀ ਤਿੰਨਾਂ ਗੇਂਦਾਂ ਨੂੰ, ਚੌਂ ਗੇਂਦਾਂ ਨੂੰ ਆਪਣੇ ਹੱਥਾਂ ਤੇ ਖਿਲਾਉਂਦਾ, ਉਹਨੇ ਪੂਰੇ ਯੂਰਪ ਦੀ ਰਾਜਨੀਤੀ ਨੂੰ ਆਪਣੇ ਹੱਥਾਂ ਤੇ ਖਿਲਾਇਆ 40 ਸਾਲ। ਔਰ ਜ਼ਿੰਦਗੀ ਦੇ ਵਿੱਚ ਉਹਨੇ ਕਦੀ ਕਿਸੇ ਦੇ ਚਪੇੜ ਤੱਕ ਨਹੀਂ ਮਾਰੀ। ਵਾਓ, ਠੀਕ ਆ ਜੀ। ਉਹ ਸਾਨੂੰ ਪੰਜਾਬ ਦੀ ਲੋੜ ਆ, ਸਾਨੂੰ ਉਦਾਂ ਦੇ ਲੀਡਰ ਚਾਹੀਦੇ ਆ, ਰਾਈਟ, ਕਿਉਂਕਿ ਉਸ ਬੰਦੇ ਦਾ ਨੈਗੋਸ਼ੀਏਸ਼ਨ ਟੇਬਲ ਤੇ ਗੱਲ ਦਾ ਜਿਹੜਾ ਢੰਗ ਸੀ ਉਹ ਬਹੁਤ ਅਮੇਜ਼ਿੰਗ ਸੀ। ਰਾਈਟ, ਓਕੇ, ਜਦੋਂ 47 ਆਉਣ ਲੱਗਾ, 47 ਤੋਂ 6 ਮਹੀਨੇ ਪਹਿਲਾਂ 46 ਚ ਗੋਲਮੇਜ ਕਾਨਫਰੰਸ ਹੋਈ ਲੰਡਨ। ਓਕੇ, ਨੈਗੋਸ਼ੀਏਸ਼ਨ ਟੇਬਲ ਤੇ ਬੈਠੇ ਬੰਦੇ ਪੰਜਾਬ ਵੱਲੋਂ ਭੇਜਿਆ ਮਾਸਟਰ ਤਾਰਾ ਸਿੰਘ ਨੇ, ਸਰਦਾਰ ਬਲਦੇਵ ਸਿੰਘ ਨੂੰ। ਕੀ ਨਤੀਜਾ ਨਿਕਲਿਆ? ਕੁਛ ਵੀ ਨਹੀਂ, ਨੈਗੋਸ਼ੀਏਸ਼ਨ ਟੇਬਲ ਤੇ ਹਾਰ ਗਏ। ਪੰਜਾਬ ਦੀ ਇਹੀ ਤਰਾਸਦੀ ਰਹੀ ਆ ਕਿ ਇਹਨੀ ਹਮੇਸ਼ਾ ਫੀਲਡ ਤੇ ਜੰਗ ਜਿੱਤਣੀ ਆ ਤੇ ਟੇਬਲ ਤੇ ਹਾਰਨੀ ਆ। ਹਿਸਟਰੀ ਜਿਹੜੀ ਇਹੀ ਆ। ਰੀਅਲੀ ਸਹੀ ਗੱਲ ਕਹੀ ਆ। ਪਹਿਲਾਂ ਫੀਲਡ ਦੇ ਵਿੱਚ ਜ਼ੋਰ ਅਜ਼ਮਾਇਸ਼ ਹੁੰਦੀ ਆ, ਹਾਂਜੀ, ਜਦੋਂ ਫੇਰ ਜੋ ਜੰਗ ਜਿੱਤ ਹਾਰ ਜਾਂਦੀ, ਜੋ ਵੀ ਰਿਜ਼ਲਟ ਨਿਕਲਦਾ ਫੇਰ ਹੋ ਜਾਂਦੀ ਟੇਬਲ ਤੇ। ਤੇ ਟੇਬਲ ਤੇ ਸਾਡੇ ਪੰਜਾਬ ਦੀ ਇਹ ਪਤਾ ਨਹੀਂ ਫਿਲਾਸਫੀ ਰਹੀ ਆ ਪਿੱਛੋਂ ਖਾਲਸੇ ਦੀ, ਕਿ ਵੱਡੇ ਦਿਲ ਆ। ਬਈ ਜੇ ਅਗਲੇ ਨੇ ਕਹਿਤਾ ਜੀ ਤੁਸੀਂ ਤੇ ਸਾਰਾ ਕੁਝ ਆ ਤੇ ਨਹੀਂ ਮੰਨ ਜਾਣਾ, ਬਈ ਸਾਰਾ ਕੁਝ ਆ, ਸਾਰਾ ਕੁਝ ਜੋ ਜਿੱਤਿਆ ਉਹ ਦੇ ਕੇ ਆ ਜਾਣਾ। ਠੀਕ ਆ ਜੀ। ਸਰਦਾਰ ਬਘੇਲ ਸਿੰਘ ਨੇ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਤਾ, ਪਰ ਉਹ ਛੱਡ ਕੇ ਆ ਗਏ। ਠੀਕ ਆ ਜੀ। ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਹੁਣ ਇਹਨਾਂ ਸਮਿਆਂ ਦੇ ਵਿੱਚ ਸੋਸ਼ਲ ਮੀਡੀਆ ਨੇ, ਐਜੂਕੇਸ਼ਨ ਵਧੀਆ, ਆਪਾਂ ਪ੍ਰਦੇਸ਼ਾਂ ਚ ਗਏ ਆ, ਬਾਹਰ ਦੀ ਰਾਜਨੀਤੀ ਨੂੰ ਦੇਖਿਆ, ਭਾਈ ਹੁਣ ਨੈਗੋਸ਼ੀਏਸ਼ਨ ਟੇਬਲ ਤੇ ਹਾਰਦੇ ਨਹੀਂ ਆਪਾਂ, ਤੇ ਫੀਲਡ ਵਿੱਚ ਤਾਂ ਪਹਿਲੇ ਨਹੀਂ ਸੀ ਹਾਰਦੇ ਹਨਾ। ਤੇ ਜਿਹੜੇ ਆਪਣੇ ਉੱਥੇ ਲੀਡਰ ਆ ਉਹ ਵੱਧ ਮੀਟਿੰਗਾਂ ਕਰ ਰਹੇ ਆ, ਗੋਡਿਆ। ਪਰ ਇੱਕ ਚੀਜ਼ ਹੋਰ ਵੀ ਆ ਅਮਰਜੀਤ, ਕਿ ਲੀਡਰ ਕਦੀ ਵੀ ਕੋਈ ਗਲਤੀ ਨਹੀਂ ਕਰ ਸਕਦੇ ਭੁੱਲ ਕੇ ਵੀ, ਕਿਉਂਕਿ ਪਿੱਛੇ ਖੜਾ 5 ਲੱਖ ਗਿਣਤੀ ਵਿੱਚ ਯੂਥ ਉਹਨਾਂ ਨੂੰ ਦੀਦਾ। ਉਹਨਾਂ ਤੇ ਵੀ ਪ੍ਰੈਸ਼ਰ ਬਹੁਤ ਆ, ਉਹਨਾਂ ਤੇ ਪ੍ਰੈਸ਼ਰ ਬਹੁਤ ਆ, ਕਿਉਂਕਿ ਪੰਜਾਬ ਨੇ ਬਹੁਤ ਹਾਰਾਂ ਝੱਲੀਆਂ ਨੈਗੋਸ਼ੀਏਸ਼ਨ ਟੇਬਲ ਤੇ। ਲੌਂਗੋਵਾਲ ਵਜੀਬ ਸਮਝੌਤੇ ਚ ਕੀ ਹੋਇਆ ਸੀ? ਅਸੀਂ ਟੇਬਲ ਤੇ ਕਿ SYL ਆਪ ਪੁੱਟ ਕੇ ਦੇਵਾਂਗੇ। ਬਲਦੇਵ ਸਿੰਘ ਵਾਲੇ ਨੈਗੋਸ਼ੀਏਸ਼ਨ, ਬਲਦੇਵ ਸਿੰਘ ਭੇਜਿਆ, ਉਹ ਕੀ ਹੋਇਆ? ਕਹਿੰਦਾ ਕੋਈ ਨਹੀਂ ਅਸੀਂ ਇਹਨਾਂ ਨਾਲ ਰਵਾਂਗੇ ਜੋ ਵੀ ਆ। ਸੋ ਹੁਣ ਨੈਗੋਸ਼ੀਏਸ਼ਨ ਟੇਬਲ ਤੇ ਅਸੀਂ ਨਹੀਂ ਹਾਰਾਂਗੇ, ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਆਸ ਆ। ਉਹੀ ਮੈਂ ਕਹਿੰਦਾ ਕਿ ਨੋ ਨੈਗੋਸ਼ੀਏਸ਼ਨ, ਨੋ ਵਾਇਓਲੈਂਸ। ਰਾਈਟ, ਸਹੀ ਗੱਲ ਹੈ, ਸਹੀ ਪੁਆਇੰਟ ਤੁਸੀਂ ਫੜਿਆ। ਜਿਹੜਾ ਹੁਣ ਯੂਥ ਪਿੱਛੇ ਖੜਾ ਨਾ ਇੰਨਾ ਬੜਾ, ਉਹ ਯੂਥ ਵੀ ਬਹੁਤ ਸਿਆਣਾ ਆ। ਜਦੋਂ ਉਹ ਮੀਡੀਆ ਉਹਨਾਂ ਦੇ ਨਾਲ ਗੱਲ ਕਰਦਾ, ਏਦਾਂ ਲੱਗਦਾ ਵੀ ਇੱਕ ਲੀਡਰ ਗੱਲ ਕਰ ਰਿਹਾ ਉਹਨਾਂ ਦੇ ਨਾਲ। ਅਮਰਦੀਪ ਵੀਰ, ਹਾਂਜੀ, ਉੱਥੇ ਦੀਪ ਸਿੱਧੂ, ਲੱਖਾ ਸਿਧਾਣਾ, ਉਹ ਸਾਰੇ ਲੀਡ ਕਰ ਰਹੇ ਯੂਥ ਨੂੰ। ਜਿਹੜੇ ਲੀਡਰ ਮੋਹਰੇ ਜਾਂਦੇ ਆ, ਉਹ ਕੋਈ ਵੀ ਨੈਗੋਸ਼ੀਏਸ਼ਨ ਕਰਨ ਤੋਂ ਪਹਿਲਾਂ ਸੋਚਣਗੇ ਵੀ ਸਾਡੇ ਪਿੱਛੇ ਬੰਦੇ ਕਿਹੜੇ ਖੜੇ ਆ। ਬਿਲਕੁਲ। ਮੈਂ ਥੋੜਾ ਜਿਹਾ ਅਮਰਦੀਪ ਭਾਜੀ ਨੂੰ ਵੀ ਇਸ ਟੌਪਿਕ ਤੇ ਟੱਚ ਕਰਨਾ ਚਾਹੁੰਦਾ। ਅਮਰਦੀਪ ਭਾਜੀ, ਤੁਸੀਂ ਇਸ ਜਿਹੜਾ ਯੂਥ ਅੱਗੇ ਆ ਰਿਹਾ, ਇਹ ਯੂਥ ਸਾਰਾ ਹੁਣ ਬਹੁਤ ਸਿਆਣਾ ਸਾਡਾ ਯੂਥ, ਉਹਨਾਂ ਨੇ ਬੜੇ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਸੰਭਾਲਿਆ ਹੋਇਆ, ਕੋਈ ਗਲਤੀ ਨਹੀਂ ਕਰਨ ਦੇ ਰਿਹਾ, ਸਮਾਂ ਕਿ ਵਾਚ ਕਰ ਰਹੇ ਆ, ਕੋਈ ਗਲਤੀ ਨਾ ਕਰੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਅਮਰਦੀਪ ਭਾਜੀ? ਬਿਲਕੁਲ ਵੀਰ, ਮੈਂ ਅਮਰਤਪਾਲ ਦੀ ਗੱਲ ਤੋਂ ਉੱਥੋਂ ਹੀ ਸ਼ੁਰੂ ਕਰਦਾ। ਜਿਹੜੀ ਇਸ ਵਕਤ ਸਾਡੇ ਕਿਸਾਨ ਅੰਦੋਲਨ ਨੂੰ ਲੀਡ ਕਰ ਰਹੀਆਂ 32 ਕਿਸਾਨ ਜਥੇਬੰਦੀਆਂ, ਪਲੱਸ ਜਿਹੜੇ ਆਲ ਇੰਡੀਆ ਤੋਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਆ, ਬੜਾ ਵੱਡਾ ਇਸ ਸੋ ਫਾਰ ਜਿਹੜੀ ਗੱਲਬਾਤ ਹੋਈ ਆ ਉਹਦੇ ਸਫਲ ਹੋਣ ਦਾ ਕਾਰਨ ਹੀ ਇਹ ਆ ਕਿ ਇਹ ਸਾਰੇ ਨਾਨ ਪੋਲੀਟੀਕਲ ਆਦਮੀ ਹੈ। ਜਿਹੜੀ ਅਸੀਂ ਟੇਬਲ ਤੇ ਜਾ ਕੇ ਗੱਲ ਹਾਰਦੇ ਆ, ਕਿਉਂਕਿ ਜਦੋਂ ਟੇਬਲ ਤੇ ਜਾ ਕੇ ਦੂਸਰੀ ਧਿਰ ਤੁਹਾਨੂੰ ਕੁਝ ਲਾਲਚ ਦਿੰਦੀ ਆ, ਤੇ ਪੋਲੀਟੀਕਲ ਲੋਕ ਉਹਨਾਂ ਨੇ ਆਪਣਾ ਫਿਊਚਰ ਦੇ ਵਿੱਚ, ਕਿਉਂਕਿ ਉਹਨਾਂ ਨੇ ਏਜੰਸੀ ਦੇ ਨਾਲ ਕੰਮ ਕਰਨਾ ਹੁੰਦਾ, ਕਿਸੇ ਨੂੰ ਮੁੱਖ ਮੰਤਰੀ ਦਾ ਲਾਲਚ, ਕਿਸੇ ਨੂੰ MP ਦਾ, ਕਿਸੇ ਨੂੰ MLA ਦਾ। ਇਹਨਾਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦਾ ਜੇ ਕੋਈ ਫਿਊਚਰ ਆ, ਤੇ ਇਹਨਾਂ ਨੇ ਜਾ ਕੇ ਜਿਹੜਾ ਮੂੰਹ ਦਿਖਾਉਣਾ ਆਪਣੇ ਲੋਕਾਂ ਨੂੰ ਦਿਖਾਉਣਾ, ਨਾ ਕਿ ਇਹਨਾਂ ਨੇ ਕੋਈ ਏਜੰਸੀਜ਼ ਤੋਂ ਕੋਈ ਅਹੁਦਾ ਲੈਣਾ। ਹਾਂਜੀ। ਸੋ
ਇਹਨਾਂ ਦਾ ਨਾਨ ਪੋਲੀਟੀਕਲ ਬੰਦਿਆਂ ਨੂੰ ਤੇ ਨਾਨ ਪੋਲੀਟੀਕਲ ਪਾਰਟੀਆਂ ਨੂੰ ਅੰਦੋਲਨ ਤੋਂ ਪਾਸੇ ਵਿੱਚ ਲਾ ਕੇ ਤੇ ਸਾਰੀਆਂ ਪੋਲੀਟੀਕਲ ਪਾਰਟੀ ਤੇ ਲੀਡਰਸ ਨੂੰ ਪਾਸੇ ਰੱਖ ਕੇ ਇਹ ਜਿਹੜੀ ਅੰਦੋਲਨ ਚੱਲਿਆ, ਇਹੀ ਇਹਦਾ ਕਾਰਨ ਆ ਇਹਦੇ ਕਾਮਯਾਬ ਹੋਣ ਦਾ। ਬਹੁਤ ਗਵਰਨਮੈਂਟ ਨੇ ਟਰਾਈ ਕੀਤੀ ਇਨਫਿਲਟਰੇਟ ਕਰਨ ਦੀ, ਵੱਖਰੋ ਵੱਖਰੇ ਆਪਣੇ ਇਹਦੇ ਵਿੱਚ ਐਂਟਰ ਕਰਨ ਦੇ ਲਈ, ਪਰ ਇਹਨਾਂ ਨੇ ਬੜੀ ਵਾਚ ਕਰਕੇ। ਫਿਰ ਸੈਕੰਡ ਯੂਥ ਦੀ ਤੁਸੀਂ ਗੱਲ ਕੀਤੀ ਆ, ਉਸ ਤੇ ਆਉਣੇ ਆ। ਦੀਪ ਸਿੱਧੂ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਦੇ ਨਾਲ ਜੁੜਿਆ, ਉਹਦੀ ਫੈਨ ਫੋਲੋਇੰਗ ਵੀ ਬੜੀ ਆ। ਫਿਰ ਲੱਖਾ ਸਿਧਾਣਾ, ਇੱਕ ਚੀਜ਼ ਤੁਸੀਂ ਨੋਟ ਕਰੋ, ਲੱਖਾ ਸਿਧਾਣਾ ਦਾ ਜੇ ਹਿਸਟਰੀ ਸੀਗੀ, ਉਹ ਇੱਕ ਗੈਂਗਸਟਰ ਸੀਗਾ। ਸੋ ਉਹਨਾਂ ਨੂੰ ਪਤਾ ਆ ਕਿ ਵਾਇਲੈਂਸ ਦਾ ਐਂਡ ਕਿੱਥੇ ਜਾ ਕੇ ਹੁੰਦਾ। ਰਾਈਟ। ਦੀਪ ਸਿੱਧੂ ਨੂੰ ਬੜਾ ਤੁਸੀਂ ਜੇ ਪੱਤਰਕਾਰ ਸਪੈਸ਼ਲ ਉਹਦੇ ਕੋਲ ਜਾਂਦੇ ਆ ਕੁਐਸਚਨ ਲੈ ਕੇ, ਉਹਨੂੰ ਸੰਤ ਭਿੰਡਰਾਂ ਵਾਲਿਆਂ ਨਾਲ ਜੋੜਨ ਦੇ ਲਈ, ਖਾਲਿਸਤਾਨ ਮੂਵਮੈਂਟ ਦੇ ਨਾਲ ਜੋੜਨ ਲਈ, ਵਿਦੇਸ਼ੀ ਫੰਡਿੰਗ ਦੇ ਨਾਲ ਜੋੜਨ ਦੇ ਲਈ, ਤਾਂ ਕਿ ਕਿਤੋਂ ਨਾ ਕਿਤੋਂ ਦੀਪ ਸਿੱਧੂ ਦੀ ਕੋਈ ਕਮਜ਼ੋਰੀ ਲੱਭ ਜਾਵੇ ਤੇ ਇਸ ਅੰਦੋਲਨ ਨੂੰ ਤਾਰ ਪੀਡੋ ਕਰਕੇ ਫੋਕਸ ਉਧਰ ਲਿਆ ਜਾਵੇ। ਤੁਸੀਂ ਨੋਟ ਕਰੋ ਕੰਗਣਾ ਰਣੌਤ, ਕੀ ਉਸਦੀ ਬਿਲਕੁਲ ਉਸਦੀ ਕੋਈ ਫਾਰਮਿੰਗ ਦੇ ਨਾਲ ਕੋਈ ਹੈ ਨਹੀਂ ਉਹਦੇ ਨਾਲ, ਪਰ ਕੰਗਣਾ ਰਣੌਤ ਵੀ ਇੱਕ ਉਹੀ ਚੀਜ਼ ਹੈ, ਇੱਕ ਡਿਸਟਰੈਕਸ਼ਨ ਭੇਜੀ ਗਈ ਹੈ ਅੰਦੋਲਨ ਦੇ ਵਿੱਚ, ਆਪਣੀ ਯੂਥ ਨੂੰ ਮਿਸਲੀਡ ਕਰਨ ਦੇ ਲਈ। ਪਰ ਧੰਨਵਾਦ ਕਰਦੇ ਆ ਪੰਜਾਬੀ ਇੰਡਸਟਰੀ ਦੇ ਜਿਹੜੇ ਕਲਾਕਾਰ ਆ, ਉਹਨਾਂ ਨੇ ਮੁੱਲ ਮੋੜਿਆ। ਦਿਲਜੀਤ ਦੋਸਾਂਝ, ਕਨਵਰ ਗਰੇਵਾਲ, ਜਿਨ੍ਹਾਂ ਨੇ ਗੀਤ ਲਿਖ ਕੇ ਸੇਧ ਦਿੱਤੀ ਇਸ ਸਾਰੇ ਆਪਾਂ ਕੋਈ ਨਾਮ ਨਾ ਰਹਿ ਜਾਵੇ, ਸੋ ਆਪਾਂ ਕਹਿੰਦੇ ਕਿ ਸਾਰੀ ਪੰਜਾਬੀ 뮤직 ਇੰਡਸਟਰੀ, ਉਹਨਾਂ ਨੇ ਕਿਸਾਨਾਂ ਦੇ ਨਾਲ ਪਹਿਲਾਂ ਧਰਨੇ ਵੀ ਲਾਏ ਆ। ਜੇ ਤੁਸੀਂ ਗੱਲ ਕਰੋ ਦਿੱਲੀ ਤਾਂ ਹੁਣ 25 ਤੋਂ ਜਾ ਕੇ ਬੈਠੇ ਆ ਨਾ, ਪਰ ਇਹ ਅੰਦੋਲਨ ਕਈ ਮਹੀਨਿਆਂ ਤੋਂ ਚੱਲ ਰਿਹਾ। ਸੋ ਇਸ ਅੰਦੋਲਨ ਨੂੰ ਸਿਰਫ ਇੱਕ ਕਿਸਾਨਾਂ ਤੋਂ ਵਧਾ ਕੇ, ਜਿਹਦੇ ਵਿੱਚ ਸਾਡੇ ਪੰਜਾਬ ਦੇ ਤੇ ਹੋਰ ਨੈਸ਼ਨਲ ਸਾਰੀ ਕੰਟਰੀ ਦੇ ਵਿੱਚੋਂ ਜੇ ਬੜਾ ਵੱਡਾ ਇੱਕ ਮਿਲਿਆ ਹੰਗਾਰਾ, ਤੇ ਉਹਦੇ ਵਿੱਚ ਇਹ ਲੋਕ, ਕਿਉਂਕਿ ਇਹਨਾਂ ਦੀ ਜ਼ਿਆਦਾ ਫੈਨ ਫੋਲੋਇੰਗ ਹੁੰਦੀ ਆ, 뮤직 ਇੰਡਸਟਰੀ ਦੇ ਲੋਕ ਨੇ, ਤੇ ਇਹਨਾਂ ਦਾ ਇੱਕ ਛੋਟਾ ਜਿਹਾ ਟਵੀਟ ਇੱਕ ਲੱਖਾਂ ਹੀ ਲੋਕਾਂ ਤੱਕ ਪਹੁੰਚ ਜਾਂਦਾ ਹੈਗਾ। ਉਹ ਇਹਨਾਂ ਨੇ ਨਾਲ ਫਿਰ ਹੁਣ ਨੈਕਸਟ ਲੈਵਲ ਤੇ ਪਲੇਅਰਸ ਜਿਹੜੇ ਕਿ ਆਪਣੇ ਕੌਮਾਂਤਰੀ ਇੰਟਰਨੈਸ਼ਨਲ ਨੈਸ਼ਨਲ ਪਲੇਅਰ ਸੀ, ਵਿਜੇਂਦਰ ਸਿੰਘ ਜਾਂ ਅਰਜਨ ਅਵਾਰਡੀ ਸੀਗੇ, ਜਾਂ ਕੋਈ ਪਦਮ ਜਿਨ੍ਹਾਂ ਨੂੰ ਗਵਰਨਮੈਂਟ ਵੱਲੋਂ ਰੈਕੋਗਨਾਈਜ਼ ਪਲੇਅਰ ਸੀ, ਕਰਤਾਰ ਸਿੰਘ ਚੀਮਾ, ਇਹਨਾਂ ਨੇ ਜਿਹੜੇ ਅਵਾਰਡ ਵਾਪਸ ਕੀਤੇ ਆ, ਉਹ ਆਮ ਲੋਕਾਂ ਦੇ ਵਿੱਚ ਤੇ ਪਲੇਅਰ ਵਰਗ ਜਿਹੜਾ ਸਾਡਾ ਸਪੋਰਟਸਮੈਨ ਹੁੰਦੇ ਆ ਨਾ, ਉਹਨਾਂ ਨੂੰ ਇਹ ਚੀਜ਼ ਪਤਾ ਕਿ ਲੜਾਈ ਜਿੱਤਣੀ ਆ ਤੇ ਰਣ ਦੇ ਵਿੱਚ ਜਾ ਕੇ ਜਿੱਤਣੀ ਆ, ਵਾਇਲੈਂਸ ਕਰਕੇ ਨਹੀਂ। ਉਹਨਾਂ 'ਚ ਪੇਚੀਸ ਬੜੀ ਹੁੰਦੀ ਆ, ਕਿਉਂਕਿ ਜਦੋਂ ਆਪਾਂ ਨੂੰ ਕੋਈ ਬੰਦਾ ਅਵਾਰਡ ਜਿੱਤਦਾ, ਆਪਾਂ ਨੂੰ ਉਹ ਦਿਨ ਦੇ ਬਾਰੇ ਉਹਦੀ ਉਹ ਪਤਾ ਹੁੰਦੀ ਆ, ਪਰ ਉਹ ਅਵਾਰਡ ਜਿੱਤਣ ਤੋਂ ਪਹਿਲਾਂ ਜਿਹੜਾ 100 ਵਾਰੀ ਉਹ ਹਾਰਿਆ ਹੁੰਦਾ, ਉਹ ਪੇਸ਼ੈਂਸ, ਪਰ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਕਿਵੇਂ ਉਹਨੂੰ ਕੰਟਰੋਲ ਕਰਕੇ ਉਧਰ ਲੈ ਕੇ ਜਾਣਾ, ਇੱਕ ਜਿੱਤ ਵੱਲ ਵਧਣਾ, ਉਹਨਾਂ ਲੋਕਾਂ ਦਾ ਇਸ ਅੰਦੋਲਨ ਦੇ ਵਿੱਚ ਇਨਵੋਲਵ ਹੋ ਜਾਣਾ, ਇਸ ਅੰਦੋਲਨ ਦੀ ਬੜੀ ਵੱਡੀ ਇੱਕ ਜਿੱਤ ਆ। ਲੋਕਾਂ ਨੂੰ ਇਨਵੋਲਵ ਕਰ ਲੈਣਾ, ਲੀਡਰਾਂ ਨੂੰ ਪਾਸੇ ਰੱਖ ਕੇ। ਬਿਲਕੁਲ ਭਾਜੀ, ਬਿਲਕੁਲ ਸਹੀ ਗੱਲ ਹੈ। ਤੁਸੀਂ ਜਿਹੜੀ ਗੱਲ ਕਰ ਰਹੇ ਨਾ, ਬਹੁਤ ਵਧੀਆ ਪੁਆਇੰਟ ਤੁਸੀਂ ਵੀ ਫੜਿਆ ਹੈਗਾ। ਮੈਂ ਇਦਾਂ ਜੰਡੂ ਭਾਜੀ, ਮੈਂ ਮਾੜਾ ਜਿਹਾ ਅੰਮ੍ਰਿਤਪਾਲ ਵੀਰ ਨੂੰ ਟਾਈਮ ਦੇ ਦਿਆਂ, 8 ਮਿੰਟ ਮੈਂ ਘੋਲਿਆ ਸਾਰੇ, ਇਹਨਾਂ ਨੇ ਫਿਰ ਚੱਲ ਜਾਣਾ, ਫਿਰ ਆਪਾਂ ਹੀ ਹਾਫ ਐਨ ਆਵਰ ਗੱਲ ਕਰਨੀ ਆ। ਅੰਮ੍ਰਿਤ ਵੀਰ, ਤੁਸੀਂ ਐਂਡ ਦੇ ਵਿੱਚ ਹੁਣ 5-6 ਮਿੰਟ 'ਚ ਜੋ ਵੀ ਸਾਨੂੰ ਕਹਿਣਾ ਚਾਹੁੰਦੇ ਆ, ਇਸ ਫੇਸਬੁੱਕ ਥਰੂ ਦੇ ਥਰੂ ਆਪਣਾ ਸੰਦੇਸ਼ ਦੇਣਾ ਚਾਹੁੰਦੇ ਆ, ਜੋ ਆਪਣੇ ਵਿਚਾਰ ਦੇਣਾ ਚਾਹੁੰਦੇ ਆ, ਜਾਂ ਆਪਣਾ ਸਹਿਯੋਗ ਦੇਣਾ ਚਾਹੁੰਦੇ ਆ ਇਸ ਮਿਸ਼ਨ ਨੂੰ, ਤੁਸੀਂ ਰੱਖ ਸਕਦੇ ਆ, ਫਿਰ ਤੁਸੀਂ ਜਾਣਾ ਵੀ ਆ। ਹਾਂਜੀ, ਇਹ ਮਿਸ਼ਨ ਨੂੰ ਸਹਿਯੋਗ ਦੇਣ ਦੇ ਸੰਬੰਧ 'ਚ ਮੇਰੀ ਤਾਂ ਇਹੀ ਸਲਾਹ ਆ ਕਿ ਕਦੀ ਵਾਇਓਲੈਂਸ ਨਹੀਂ ਹੋਣੀ ਚਾਹੀਦੀ, ਤਾਂ ਕਿ ਸਰਕਾਰ ਨੂੰ ਆਪਣੀ ਪਾਵਰ ਯੂਜ਼ ਕਰਨ ਦਾ ਮੌਕਾ ਨਾ ਮਿਲੇ। ਤੇ ਜਿਹੜੇ ਪੰਜਾਬ ਦੇ ਵਿੱਚ ਆਪਣੇ ਅੰਦੋਲਨ ਨੂੰ ਲੀਡ ਕਰ ਰਹੇ ਆ ਵੀਰ ਸਾਡੇ, ਉਹਨਾਂ ਨੂੰ ਸਾਡੀ ਇਹੀ ਸਲਾਹ ਆ ਕਿ ਜੇ ਇਹ ਅੰਦੋਲਨ ਲੰਬਾ ਖਿੱਚ ਹੁੰਦਾ ਆ, ਤੇ ਜਿੱਦਾਂ ਫੂਡ ਆ, ਕੱਪੜੇ ਆ, ਜਾਂ ਹੋਰ ਜ਼ਰੂਰੀ ਵਸਤਾਂ, ਉਹਨਾਂ ਦੀਆਂ ਇੱਕ ਉਹ ਟੀਮਾਂ ਬਣਾ ਲੈਣ, ਤਾਂ ਕਿ ਪਿੱਛੋਂ ਜਿਹੜੀ ਸਪਲਾਈ ਆ ਉਹਦੀ ਕੋਈ ਕਮੀ ਨਾ ਆਵੇ। ਠੀਕ ਆ ਜੀ। ਜੇ ਕੱਲ ਨੂੰ ਮੀਂਹ ਪੈਂਦਾ ਆ ਜਾਂ ਠੰਡ ਵੱਧ ਜਾਂਦੀ ਆ, ਤੇ ਅਸੀਂ ਉਹ ਦਿੱਲੀ ਦੇ ਰੋਡਾਂ ਤੇ ਸਰਵਾਈਵ ਕਰ ਸਕੀਏ। ਸੋ ਅਗਾਂਹ ਪਹਿਲਾਂ ਹੀ ਟੀਮਾਂ ਸੈੱਟ ਕਰ ਲੈਣ ਜੋ ਬੈਕਅਪ ਕਰ ਸਕਣ ਸਾਨੂੰ ਵਧੀਆ ਤਰੀਕੇ ਦੇ ਨਾਲ, ਤੇ ਵਾਇਓਲੈਂਸ ਕੋਈ ਹੋਵੇ ਨਾ, ਨੈਗੋਸ਼ੀਏਸ਼ਨ ਵੀ ਨਹੀਂ ਕੋਈ ਹੋਣੀ ਚਾਹੀਦੀ। ਤੇ ਅਸੀਂ ਜਿੱਦਾਂ ਮੈਂ ਕਹਿੰਦਾ ਵੀ ਜਿੱਤ ਦੇ ਨੇੜੇ ਤੇੜੇ ਪਹੁੰਚੇ ਆ, ਠੀਕ ਆ, ਤੇ ਬਸ ਮੇਰਾ ਇਹੀ ਕਹਿਣਾ। ਤੇ ਬਾਕੀ ਜਿਹੜੇ NRI ਵੀਰ ਆ,
ਉਹ ਸੋਸ਼ਲ ਮੀਡੀਆ ਤੇ ਡਟੇ ਆ। ਉਹ ਇੱਕ ਸਲੋਗਨ ਵੀ ਆ ਰਿਹਾ ਆ ਕਿ ਟਰੈਕਟਰ ਟੂ ਟਵਿੱਟਰ। ਹਾਂਜੀ ਸੋ ਟਵਿੱਟਰ ਦੇ ਉੱਤੇ ਜਿੰਨਾ ਵੀ ਇਹ ਸੋਸ਼ਲ ਮੀਡੀਆ ਆ ਉਹਦੇ ਤੇ ਇਹ ਸਾਨੂੰ ਆਪਣੀ ਆਵਾਜ਼ ਬੁਲੰਦ ਕਰੀ ਜਾਓ, ਪਾਈ ਜਾਓ, ਤਾਂ ਕਿ ਪੂਰੀ ਦੁਨੀਆ ਨੂੰ ਪਤਾ ਲੱਗੇ ਵੀ ਕੋਈ ਇੱਥੇ ਪ੍ਰੋਬਲਮ ਚੱਲ ਰਹੀ ਆ, ਕੋਈ ਹਲਚਲ ਹੈਗੀ ਆ। ਰਾਈਟ। ਤੇ ਬਸ ਮੇਰਾ ਤੇ ਬਸ ਇਹੀ ਸਲਾਹ ਆ। ਤੇ ਬਾਕੀ ਜੋ ਉਹ ਭਵਿੱਖ ਦੀ ਗੋਦ ਵਿੱਚ ਛੁਪਿਆ ਆ, ਤੋ ਵਾਹਿਗੁਰੂ ਚੰਗਾ ਹੀ ਕਰੇ ਤੇ ਸਾਰਾ ਕੁਝ ਵਧੀਆ ਹੋ ਜਾਵੇ, ਕਾਨੂੰਨ ਕੈਂਸਲ ਹੋ ਜਾਣ ਤੇ ਸਾਰਾ ਕੁਝ ਠੀਕ ਠਾਕ ਹੋ ਜਾਵੇ। ਅਸੀਂ ਸਾਡੀ ਤਾਂ ਇਹੀ ਅਰਦਾਸ ਆ। ਹਾਂਜੀ ਅਮਰਤਪਾਲ, ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ। ਤੁਸੀਂ ਸਵੇਰੇ 3 ਵਜੇ ਜਾਣਾ, ਫਿਰ ਵੀ ਤੁਹਾਡੇ ਦਿਲ 'ਚ ਇੱਕ ਦਰਦ ਸੀ ਕਿ ਮੈਂ ਆਪਣਾ ਸੰਦੇਸ਼ ਆਪਣੇ ਵੀਰਾਂ ਤਾਈਂ ਪਹੁੰਚਾਵਾਂ ਤੇ ਉਹਨਾਂ ਨੂੰ ਹੌਸਲਾ ਦਿਆਂ ਕਿ ਉਹ ਮਿਸ਼ਨ ਨੂੰ ਜਾਰੀ ਰੱਖਣ ਤੇ ਮਿਸ਼ਨ ਦੇ ਵਿੱਚ ਕਾਮਯਾਬ ਹੋਣ, ਤੇ ਅਰਦਾਸ ਤੁਹਾਡੇ ਵੱਲੋਂ ਵੀ ਹੋਈ ਆ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ। ਤੁਸੀਂ ਜਾਣਾ ਤੇ ਹੁਣ ਤੁਸੀਂ ਜਾ ਸਕਦੇ ਆ, ਫਿਰ ਅਸੀਂ ਗੱਲਬਾਤ ਨੂੰ ਜਾਰੀ ਰੱਖਦੇ ਆ। ਸ਼ੁਕਰੀਆ ਤੁਹਾਡਾ, ਤੁਸੀਂ ਆਏ ਸਾਡੇ ਨਾਲ। ਅਸੀਂ ਵੀ ਅੱਗੇ ਤੋਂ ਤੁਹਾਨੂੰ ਬੁਲਾਵਾਂਗੇ। ਥੈਂਕ ਯੂ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਭਾਜੀ। ਠੀਕ ਸਤਿ ਅਕਾਲ ਅਮਰਦੀਪ, ਜੰਡੂ ਵੀਰ ਤੇ ਅਮਰਵੀਰ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ। ਤੇ ਆਪਣੇ ਜੰਡੂ ਵੀਰ ਜੀ, ਆਪਾਂ ਤੁਹਾਡੇ ਹੁਣ ਮਾੜਾ ਜਿਹਾ ਟੱਚ ਕਰਨਾ ਚਾਹੁੰਦੇ ਆ ਇਸ ਚੀਜ਼ ਨੂੰ। ਵੀ ਜਿਹੜੇ ਦੇਖੋ, ਇੱਕ ਨਾ ਮੈਂ ਗੱਲ ਕਰਦਾ ਸੀਗਾ ਇੱਕ ਦਿਨ ਕਿਸੇ ਨਾਲ, ਮੈਂ ਕਿਹਾ ਜੇ ਮੰਨ ਲਓ ਹੁਣ ਜਿੱਦਾਂ ਆਪਾਂ ਚਲੋ ਇੱਕ ਪੋਲੀਟੀਕਲ ਤੌਰ ਤੇ ਗੱਲ ਨਹੀਂ ਕਰ ਰਹੇ, ਇੱਕ ਇਨਸਾਨੀਅਤ ਦੇ ਤੌਰ ਤੇ ਗੱਲ ਕਰ ਰਹੇ ਆ। ਇੱਕੋ ਹੀ ਸੀਐਮ ਆ ਇੰਡੀਆ ਦੇ ਵਿੱਚ ਜਿਹੜਾ ਕਿ ਇਸ ਵਕਤ ਅੰਦੋਲਨ ਦੇ ਨਾਲ ਜੁੜਿਆ ਹੋਇਆ, ਔਰ ਉਹਨੇ ਹੀ ਮੋਦੀ ਦਾ ਵਿਰੋਧ ਕੀਤਾ। ਜੇ ਮੰਨ ਲਓ ਉਹਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਤਾਂ ਸ਼ਾਇਦ ਜਿਹੜਾ ਇਹਨਾਂ ਦਾ ਪਲਾਨ B ਸੀਗਾ, ਜਿਹਨੂੰ A ਪਹਿਲਾਂ ਸੀਗਾ ਇਹਨਾਂ ਦਾ ਕਰੋਨਾ ਵਾਇਰਸ ਕਰਕੇ ਲੋਕੀ ਨਹੀਂ ਉੱਠਣਗੇ। ਪਲਾਨ B ਸੀ ਕਿ 7 ਸਟੇਡੀਅਮਾਂ ਦੇ ਵਿੱਚ ਬਦਲ ਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਪਾਤਾ ਜਾਊਗਾ। ਦੂਜਾ ਜਿਹੜਾ ਪਲਾਨ ਸੀ ਉਹ ਕੇਜਰੀਵਾਲ ਨੇ ਫੇਲ ਕਰਤਾ ਇਹਨਾਂ ਦਾ, ਜਿਹੜਾ ਕਿ ਇੱਕ ਬਹੁਤ ਹੀ ਵੱਡਾ ਸਹਿਯੋਗ ਮਿਲਿਆ ਕਿਸਾਨਾਂ ਨੂੰ ਉਹਦੇ ਵੱਲੋਂ। ਤੇ ਬਾਅਦ ਦੇ ਵਿੱਚ ਚਲੋ ਉਹਨਾਂ ਨੇ ਆਪਣੇ ਵਲੰਟੀਅਰਾਂ ਨੂੰ ਵੀ ਕਿਹਾ ਤੁਸੀਂ ਇਹਨੂੰ ਪੋਲੀਟੀਕਲ ਤੌਰ ਤੇ ਨਹੀਂ ਲੈਣਾ, ਇਹਨੂੰ ਸੇਵਾ ਦੇ ਤੌਰ ਤੇ ਲੈ ਕੇ ਕਰੋ। ਉਹਦੇ ਕਾਫੀ ਉਹਨਾਂ ਦੀਆਂ ਸਟੇਟਮੈਂਟਾਂ ਆਈਆਂ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸੁਰਜੀਤ ਭਾਈ? ਹਾਂਜੀ ਵੀਰ ਜੀ, ਤੁਸੀਂ ਨਾ ਸਤਬੀਰ ਬਾਈ ਜੀ ਹੋਰਾਂ ਦੀ ਗੱਲ ਕੀਤੀ ਸੀ ਵੀ ਤੁਹਾਨੂੰ ਉਹ ਕਿਸੇ ਪਾਰਟੀ 'ਚ ਲੈ ਕੇ ਆਏ ਸੀ। ਤੇ ਮੈਂ ਵੀ ਉਸੇ ਪਾਰਟੀ 'ਚ ਕੰਮ ਕੀਤਾ, ਤੇ ਮੈਂ ਭਾਵੇਂ 2019 ਦੇ ਵਿੱਚ ਕੁਝ ਘਰੇਲੂ ਮਜਬੂਰੀਆਂ ਸੀਗੀਆਂ, ਮੈਂ ਸਟੈਪ ਬੈਕ ਹੋ ਗਿਆ ਸੀ। ਤੇ ਮੈਂ ਉਸੇ ਸੀਐਮ ਦੀ ਗੱਲ ਕਰਾਂ, ਕਿਉਂਕਿ ਉਸੇ ਪਾਰਟੀ 'ਚ ਮੈਂ ਵੀ ਕੰਮ ਕੀਤਾ, ਉਸੇ ਸੀਐਮ ਦੀ ਗੱਲ ਕਰਾਂ ਨੇ 2013 ਦੇ ਵਿੱਚ ਜਿਹੜੀ ਅੱਜ ਅਡਾਨੀ ਹੋਰੀ ਸਾਡੇ ਤੋਂ ਜ਼ਮੀਨ ਮੰਗਦੇ ਆ, ਉਹਦੀ ਖਾਤਰ ਉਹਨੇ ਰੌਲਾ ਪਾਇਆ ਸੀ। ਮੇਰੇ ਕੋਲ ਉਹਦੇ ਬਿਆਨ ਸਾਂਭੇ ਪਏ ਆ ਇਸ ਵੇਲੇ, ਕਿਉਂਕਿ ਉਸ ਟਾਈਮ ਮੈਂ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਸੀਗਾ। ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਪੁਰਾਣੇ ਬਿਆਨ ਹੁੰਦੇ ਸੀ, ਕਿਉਂਕਿ ਸੋਸ਼ਲ ਮੀਡੀਆ ਚੱਲਣ ਕਰਕੇ ਜਿਹੜੀ ਉਹਨਾਂ ਦੇ ਗੱਲ ਹੁੰਦੀ ਸੀ, ਜਿਹੜੀ ਲੋਕਾਂ ਦੇ ਵਿੱਚ ਉਹ ਗੱਲ ਕਹਿੰਦੇ ਸੀ, ਉਹ ਮੇਰੀਆਂ ਸਾਰੀਆਂ ਸਾਂਭੀਆਂ ਪਈਆਂ ਨੇ ਇਸ ਵੇਲੇ। ਕਿਸੇ ਟਾਈਮ ਆਉਣ ਵਾਲੇ ਸਮੇਂ 'ਚ ਉਹ ਕੱਢੂੰਗਾ ਮੈਂ ਹੁਣ ਮੂਹਰੇ ਉਹ, ਕਿਉਂਕਿ ਤੁਹਾਡੇ ਵਰਗੇ ਵੀਰਾਂ ਨੂੰ ਦੇਵਾਂਗੇ ਜਾਂ ਹੋਰ ਵੀਰਾਂ ਨੂੰ ਦੇਵਾਂਗੇ ਜਿਹੜੇ ਪਾਰਟੀ ਨਾਲ ਸੰਬੰਧਿਤ ਨੇ ਇਸ ਵੇਲੇ, ਵੀ ਉਹ ਚੀਜ਼ ਨੂੰ ਉਭਾਰਨ। ਵੀ ਉਦੋਂ ਕਿਹਾ ਸੀ ਵੀ ਜਿਹੜੇ ਅਡਾਨੀ ਨੇ ਉਹਨਾਂ ਦਾ ਬਿਜਲੀ ਤੇ ਵੀ ਉਹ ਕਬਜ਼ਾ ਕਰਨ ਨੂੰ ਫਿਰਦੇ ਸੀਗੇ ਉਸ ਟਾਈਮ ਦੇ ਉੱਤੇ, ਤੇ ਹਰ ਇੱਕ ਚੀਜ਼ ਤੇ ਉਹ ਕਬਜ਼ਾ ਕਰਨ ਵਾਲੀ ਗੱਲ ਕਰ ਰਹੇ ਸੀ। ਤੇ ਪਰ ਜਦੋਂ ਦੀ ਇਹ ਬੀਜੇਪੀ ਸਰਕਾਰ ਆਈ ਆ, ਇਹ ਕਰਦੇ ਆ ਰਹੇ। ਈਵਨ ਹੁਣ ਟੁੱਥਪੇਸਟਾਂ ਦੇ ਉੱਤੇ ਵੀ ਅਲਾਈਅੰਸ ਲਿਖਿਆ ਹੋਇਆ। ਕਿੱਡੀ ਕੁ ਗੱਲ ਰਹਿ ਗਈ, ਬੜਾ ਛੋਟਾ ਲੈਵਲ ਆ। ਟੁੱਥਪੇਸਟ ਜਿਹੜੀ ਹੈਗੀ ਆ ਛੋਟੀ ਜੀ ਚੀਜ਼ ਹੈ, ਉਹਦੇ ਉੱਤੇ ਵੀ ਲਿਖਿਆ ਹੋਇਆ। ਟੈਲੀਫੋਨ ਇਹਨਾਂ ਦੇ ਹੱਥ 'ਚ ਆ ਗਿਆ, ਸੈੱਲ ਫੋਨ ਜਿਹੜਾ ਹੈਗਾ ਉਹ ਅਡਾਨੀਆਂ ਦੇ ਹੱਥ 'ਚ ਆ ਗਿਆ। ਮਤਲਬ ਜਿਹੜੀਆਂ ਉਸ ਸੀਐਮ ਨੇ ਪੁਰਾਣੀਆਂ ਗੱਲਾਂ ਕਹੀਆਂ ਸੀ, ਉਹ ਸਾਰੀਆਂ ਹੀ ਇਹਨਾਂ ਨੇ ਪੂਰੀਆਂ ਕਰਤੀਆਂ। ਵੀ ਉਹਨੇ ਕਹੀਆਂ ਸੀ ਵੀ ਇਹ ਹੋਣਗੀਆਂ, ਠੀਕ ਹੈ ਨਾ ਜੀ। ਤੇ ਸਾਡੇ ਲੋਕਾਂ ਨੂੰ, ਸਾਨੂੰ ਥੋੜੀ ਜਿਹੀ ਇਹਨਾਂ ਚੀਜ਼ਾਂ ਤੋਂ ਸਮਝ ਆ ਜਾਣੀ ਚਾਹੀਦੀ ਹੈ ਵੀ ਇਹ ਪਲਾਨਗਾ ਬਣਾ ਕੇ ਸਾਨੂੰ ਢਾਉਣ ਦੀ ਕੋਸ਼ਿਸ਼ ਕਰ ਰਹੇ ਆ। ਹੁਣ ਜਿਵੇਂ ਵੀਰ ਜੀ ਸਤਵੀਰ ਹੋਰੀ ਤੇ ਵੀਰ ਜੀ ਦੂਜੇ ਆਪਣੇ ਸਨ ਫਰਾਂਸਿਸਕੋ ਕੋਲੇ ਗੱਲ ਕਰਕੇ ਬਰਾੜ ਸਾਹਿਬ ਨੇ ਗੱਲ ਕੀਤੀ ਹੈ ਵੀ ਜ਼ਮੀਨਾਂ ਜਿਹੜੇ ਅਖੀਰਲਾ ਹਥਿਆਰ ਰਹਿ ਗਿਆ। ਹਾਂਜੀ ਬਿਲਕੁਲ। ਮਤਲਬ ਬਾਕੀ ਚੀਜ਼ਾਂ ਦੇ ਉੱਤੇ ਤਾਂ ਇਹ ਕਾਬੂ ਕਰ ਗਏ, ਇਹ ਚੀਜ਼ ਅਖੀਰਲਾ ਹਥਿਆਰ ਰਹਿ ਗਿਆ। ਔਰ ਇਹ ਰਹਿ ਗਿਆ ਪੰਜਾਬ ਤੇ ਹਰਿਆਣੇ ਦੀ ਜ਼ਮੀਨ ਜਿਹੜੀ ਆ ਉਹ ਉਪਜਾਊ ਇਹੀ ਹੈ ਜ਼ਿਆਦਾਤਰ, ਕਿਉਂਕਿ ਮੈਂ ਆਲ ਓਵਰ ਇੰਡੀਆ ਘੁੰਮਿਆ, ਕਾਫੀ ਸਾਰਾ ਕੰਮ ਵੀ ਕੀਤਾ ਉੱਧਰ। ਤੇ ਉਹ ਜਿਹੜੀਆਂ ਸਟੇਟਾਂ ਨੇਗੀਆਂ ਇੰਨੀਆਂ ਪਾਵਰਫੁਲ ਨਹੀਂ ਹੈਗੀਆਂ, ਉਹ ਜ਼ਮੀਨ ਇੰਨੀ ਪਾਵਰਫੁਲ ਨਹੀਂ ਹੈਗੀ। ਤੇ ਇੱਥੇ ਹੀ ਹੱਥ ਮਾਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹਨੂੰ ਕਾਬੂ ਕਰ ਲਿਆ ਜਾਵੇ। ਇਹਨਾਂ ਨੂੰ ਕਾਬੂ ਕਰਕੇ ਪਹਿਲਾਂ ਪੜ੍ਹਾਈ ਬੰਨਿਓ ਤਾਂ ਅਸੀਂ ਪਹਿਲਾਂ ਨਿਕੰਮੇ ਰੱਖ ਹੀ ਲਏ, ਵੀ ਪੜ੍ਹਨ ਤਾਂ ਅਸੀਂ ਦਿੱਤੇ ਹੀ ਨਹੀਂ ਇਹਨਾਂ ਨੂੰ ਉਲਝਾਈ ਰੱਖਿਆ ਹੁਣ ਤੱਕ ਕਿਸੇ ਨਾ ਕਿਸੇ ਮੂਵਮੈਂਟ ਦੇ ਵਿੱਚ ਲਾ ਕੇ, ਠੀਕ ਹੈ। ਤੇ ਵੀ ਹੋਰ ਇਹ ਗਾਹਾਂ ਨਾ ਵੱਧ ਸਕਣ, ਤੇ ਉਹ ਨਾ ਵਧਣ ਕਰਕੇ ਹੁਣ ਰਹਿੰਦੀ ਹੁੰਦੀ ਸਾਡੇ ਕੋਲ ਜ਼ਮੀਨ ਰਹਿ ਗਈ ਸੀ ਵੀ ਜ਼ਮੀਨਾਂ ਇਹਨਾਂ ਦੀਆਂ ਲਿਖਾ ਲਓ ਇਹਨਾਂ ਕੋਲੋਂ, ਫਿਰ ਇਹ ਉਲਝ ਨਾ ਸਕਣ, ਬੋਲ ਨਾ ਸਕਣ। ਜੇ ਬੋਲ ਨਾ ਸਕਣਗੇ ਤਾਂ ਆਪਣੇ ਆਪ ਹੀ ਕੌਮ ਜਿਹੜੀ ਹੈ ਨਾ ਖਤਮ ਹੋ ਜਾਂਦੀ ਹੁੰਦੀ ਹੈ। ਤੇ ਇਹ ਪੰਜਾਬੀ ਕੌਮ ਨੂੰ ਇੱਕ ਤਰ੍ਹਾਂ ਨੂੰ ਖਤਮ ਕਰਨ ਦੇ ਤਰੀਕੇ ਦੇ ਉੱਤੇ ਚੱਲੇ ਸੀ। ਪਰ ਮੈਂ ਰਿਲੀਜੀਅਸ ਟੱਚ ਨਾ ਜ਼ਿਆਦਾ ਲੈਂਦਾ ਹੋਇਆ ਇੱਕ ਗੱਲ ਨਿੱਕੀ ਜ਼ਰੂਰ ਕਹਾਂਗਾ
जिसको राखे साइयां मार सके ना मार कोई, सके ना एक कोई। आम गल चलता अपने प्रचलित चलदी है। राइट हाँ, राइट मार राइट सके ना कोई, जिसको राखे साइयां मार सके ना कोई, जिसनों ਹਾਂਜੀ अकाल पुरख एक ओंकार सतगुर ਜਿਹੜਾ ਸਭ ਦਾ ਭਲਾ ਬਣਾਏਂਦਾ, ਜਿਹੜਾ ਉਹ ਸਾਂਭਣ ਵਾਲਾ ਹੈ, ਤੇ ਮੇਰਾ ਖਿਆਲ ਆ ਵੀ ਉਹਨੂੰ ਕੋਈ ਮਾਰ ਨਹੀਂ ਸਕਦਾ। ਤੇ ਨਹੀਂ ਮਾਰ ਸਕਦਾ ਇਹ ਜਿਹੜੀ ਹੁਣ ਹਾਂ, ਇਹ ਜਿਹੜੀ ਅੰਦੋਲਨ ਚੱਲਿਆ ਨਾ, ਇਹਨੂੰ ਤਾਂ ਮੈਂ ਇੱਕ ਆਫਤ ਹੀ ਕਹੂੰਗਾ ਵੀ ਇੱਕ ਭਾਰਤ ਦੇ ਉੱਤੇ ਆਫਤ ਆ ਗਈ ਹੈ, ਵੀ ਜਿਹੜੀ ਪੋਲੀਟੀਕਲੀ ਆਫਤ ਕਹੂੰਗਾ ਵੀ ਜਿਹੜਾ ਉਹਨਾਂ ਨੂੰ ਖਤਮ ਕਰਨ ਲਈ ਪੋਲੀਟੀਕਲ ਲੈਵਲ ਜਿਹੜਾ ਹੈਗਾ ਉਹਨੂੰ ਦੁਨੀਆ ਭਰ ਚ ਖਤਮ ਕਰਨ ਦੇ ਲਈ, ਮਤਲਬ ਭਾਰਤ ਨੂੰ ਖਤਮ ਕਰਨ ਦੇ ਲਈ ਜਿੰਨਾ ਇਹ ਤਾਹਾਂ ਚੜੇ ਸੀ ਉਹਨਾਂ ਇਸ ਅੰਦੋਲਨ ਨੇ ਥੱਲੇ ਸਿੱਟ ਦੇਣਾ। ਹਾਂਜੀ ਜਿਹੜੀ ਰੂਲਿੰਗ ਪਾਰਟੀ ਇਸ ਟਾਈਮ ਖੜੀ ਹੈ ਨਾ, ਉਹਦਾ ਮਿਆਰ ਜਿੰਨਾ ਆਪਣਾ ਆਪ ਉੱਚਾ ਲਿਜਾ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਰਿਲੀਜੀਅਸ ਨੂੰ ਵਰਤ ਕੇ, ਉਹਨਾਂ ਇਹ ਥੱਲੇ ਥੱਲੇ ਜਾ ਜਾ ਦੇਣਾ ਜੀ, ਬਿਲਕੁਲ ਸਹੀ ਗੱਲ ਹੈ। ਇਹਨੇ ਵਿੱਚ ਹਾਂ। ਦੇਖੋ ਭਾਜੀ ਨਾਲੇ ਇਸ ਤਰ੍ਹਾਂ ਆ ਕਿ ਭਾਈਚਾਰਕ ਜਿਹੜੀ ਸਾਂਝ ਆ ਬਹੁਤ ਵਧਾਤੀ ਇਸ ਅੰਦੋਲਨ ਨੇ। ਸੈਕੰਡ ਥਿੰਗ ਇਹ ਆ ਕਿ ਮੈਂ ਨਾ ਅੱਜ ਫੇਸਬੁੱਕ ਤੇ ਪੜ੍ਹਦਾ ਸੀ, ਉੱਥੇ ਲਿਖਿਆ ਸੀ ਕਿ ਅਡਾਨੀ ਅੰਬਾਨੀ ਲੜ ਰਹੇ ਆ ਕਿ ਆਟਾ 150 ਰੁਪਏ ਦਾ ਵੇਚੀਏ, ਕਿਸਾਨ ਲੜ ਰਿਹਾ ਕਿ ਜੀ। ਤੁਹਾਨੂੰ ਉਹ ਆਟਾ 25 ਰੁਪਏ ਦਾ ਮਿਲੇ। ਜੀ ਇੱਕ ਗੱਲ ਵੀ ਸੱਚੀ ਆ, ਗੱਲ ਕਿਸਾਨ ਵੀ ਲੜ ਸੱਚੀ। ਰਿਹਾ ਕਿ ਇੱਕ ਇਨਸਾਨ ਨੂੰ ਜਿਹੜਾ ਸ਼ਹਿਰਾਂ 'ਚ ਬੈਠਾ ਜਾਂ ਬਾਹਰ ਬੈਠਾ ਉਹਨੂੰ ਆਟਾ 25 ਰੁਪਏ ਕਿਲੋ ਮਿਲੇ। ਪਰ ਜਿਹੜੇ ਅਡਾਨੀ ਅੰਬਾਨੀ ਲੜ ਰਹੇ ਆ ਪਿੱਛੇ ਹੋ ਕੇ, ਜਿਨ੍ਹਾਂ ਨੇ ਜਿੱਦਾਂ ਹੁਣ ਮੂੰਹ 'ਚੋਂ ਵੀ ਨਿਕਲ ਗਿਆ ਤੋਮਰ ਦੇ ਕਿ ਅਡਾਨੀ ਅੰਬਾਨੀਆਂ ਦੇ ਜੇ ਉਹ ਆ ਜਾਣਗੇ ਤਾਂ ਅਸੀਂ ਉਹਨਾਂ ਨੂੰ ਕੀ ਜਵਾਬ ਦੇਵਾਂਗੇ, ਉਹ ਲੜ ਰਹੇ ਆ ਕਿ 150 ਰੁਪਏ ਦੇ ਵਿੱਚ ਉਹੀ ਆਟਾ ਤੁਹਾਨੂੰ ਵੇਚਿਆ ਜਾਵੇ ਜਾਂ 25 ਰੁਪਏ ਵਾਲਾ। ਹਾਂਜੀ ਜੀ 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 ਬਿਲਕੁਲ ਭਾਜੀ। ਜੇ ਉਹਨਾਂ ਨੇ ਕਿਸੇ ਰੂਲਿੰਗ ਪਾਰਟੀ ਨੂੰ ਪੈਸਾ ਦਿੱਤਾ ਸੀਗਾ ਇਲੈਕਸ਼ਨ ਦੇ ਲਈ, ਤਾਂ ਉਹ ਪੈਸਾ ਆਪਣਾ ਕਿਸੇ ਹੋਰ ਤਰੀਕੇ ਦੇ ਨਾਲ ਆਪਣਾ ਲੈ ਲੈਣ, ਪਰ ਸਾਡੀਆਂ ਜ਼ਮੀਨਾਂ ਦੱਬ ਕੇ ਨਾ ਲੈਣ, ਸਾਡੀਆਂ ਜ਼ਮੀਨਾਂ ਖੋਹ ਕੇ ਨਾ ਲੈਣ। ਰਾਈਟ ਹਾਂ, ਇਲੈਕਸ਼ਨ ਦੇ ਉੱਤੇ ਵਰਤਿਆ ਹੋਇਆ ਪੈਸਾ ਆਪਣਾ ਵਾਪਸ ਲੈਣਾ, ਹੋਰ ਕੋਈ ਤਰੀਕੇ ਵਰਤ ਲੈਣ ਉਹ, ਕਿਉਂਕਿ ਸਾਨੂੰ ਪਤਾ ਹੀ ਆ ਉਹਨਾਂ ਟਾਈਮਾਂ ਤੇ ਹੈਲੀਕਾਪਟਰ ਦੇ ਕਿੰਨੇ ਖਰਚੇ ਆਏ ਨੇ ਤੇ ਕੀ ਖਰਚੇ ਆਏ ਨੇ। ਅਸੀਂ ਕੱਲੀ ਚੀਜ਼, ਜੇ ਮੈਂ ਚਾਹਾਂ ਤਾਂ ਮੈਂ ਕੱਲੀ ਚੀਜ਼ ਉਸ ਬਾਰੇ ਦੱਸ ਸਕਦਾ। ਤੇ ਪਰ ਉਹ ਜਿਹੜਾ ਪੈਸਾ ਆਪਣਾ ਵਸੂਲਣਾ ਹੈਗਾ ਕੋਈ ਹੋਰ ਤਰੀਕਾ ਵਰਤ ਲੈਣ। ਜਿਹੜੇ ਮਾਸੂਮ ਛੋਟੇ ਬੱਚੇ ਸਾਡੇ ਭੈਣ ਭਰਾ ਉਸ ਜ਼ਮੀਨ ਤੋਂ ਉਪਜਾਊ ਕਰਕੇ ਰੋਟੀ ਖਾਂਦੇ ਨੇ, ਜਾਂ ਉਸ ਪੰਜਾਬ ਦਾ ਅਨਾਜ ਜਿਹੜਾ ਬਾਹਰ ਜਾ ਕੇ ਲੋਕਾਂ ਦਾ ਢਿੱਡ ਭਰਦਾ ਹੈ, ਈਵਨ ਫੋਰਨ ਦੇ ਵਿੱਚ ਵੀ ਉੱਥੋਂ ਦਾ ਅਨਾਜ ਜਾਂਦਾ, ਉਹਨੂੰ ਨਾ ਉਹ ਖਰਾਬ ਕਰਨ, ਕਿਉਂਕਿ ਅੰਨਦਾਤਾ ਹੈਗਾ ਪੰਜਾਬ ਜਿਹੜਾ ਹੈਗਾ, ਉਹਨੂੰ ਉਹਦੀ ਪੰਜਾਬੀਅਤ ਜਿਹੜੀ ਉਹਦੀ ਜਗ੍ਹਾ ਹੈਗੀ ਆ, ਉਹਨੂੰ ਉਹਦੀ ਜਗ੍ਹਾ ਦੇ ਉੱਤੇ ਬਰਕਰਾਰ ਰਹਿਣ ਦੇਣ। ਆਪਣਾ ਪੈਸਾ ਕਿਸੇ ਹੋਰ ਤਰੀਕੇ ਨਾਲ, ਜਿਵੇਂ ਹੁਣ ਬਹੁਤ ਸਾਰੇ ਪਿਛਲੇ 10 ਸਾਲ ਦੇ ਕਾਲ ਦੇ ਵਿੱਚ, ਇਸ ਸਰਕਾਰ ਦੇ ਕਾਲ ਦੇ ਵਿੱਚ ਕਿੰਨੇ ਵੀਰ ਨੇ ਜਿਹੜੇ ਸਾਡੇ ਵਿਜੇ ਮਾਲੀਆ ਵਰਗੇ, ਮੈਂ ਕਹਿ ਵੀ ਦੇਵਾਂ ਹੁਣ ਕੋਈ ਰੌਲਾ ਨਹੀਂ ਹੈਗਾ, ਕਿਉਂਕਿ ਕਿੰਨਾ ਪੈਸਾ ਲੈ ਕੇ ਬਾਹਰ ਚਲੇ ਗਏ, ਠੀਕ ਹੈ ਨਾ ਜੀ, ਕਿਉਂਕਿ ਨੀਲਮ ਮੋਦੀ ਵਗੈਰਾ, ਹਾਂਜੀ ਹਾਂ, ਵੀ ਜਿਹੜਾ ਉਹ ਪੈਸਾ ਬਾਹਰ ਨੂੰ ਗਿਆ ਹੈਗਾ, ਉਹੋ ਜਿਹਾ ਪੈਸਾ ਜਿਹੜਾ ਹੈਗਾ ਇਹਨਾਂ ਨੂੰ ਹੋਰ ਕਿਸੇ ਪਾਸਿਓਂ ਕਰ ਦੇਣ। ਜਾਂ ਮੈਂ ਬਹੁਤ ਦੁੱਖ ਦੀ ਗੱਲ ਆ ਕਿ ਇਹ ਨਾ ਕਹਿਣ ਜਿਹੜਾ ਮੰਦਿਰਾਂ ਦੇ ਵਿੱਚ ਸੋਨਾ ਪਿਆ ਉਹ ਵੇਚ ਕੇ ਦੇ ਦੇਣ ਇਹਨਾਂ ਨੂੰ, ਪੈਸਾ ਜਿਹੜਾ ਚਾਹੀਦਾ ਹੈਗਾ ਉਹਨਾਂ ਦੇ ਹੱਥ 'ਚ ਹੈਗਾ, ਤੇ ਪਰ ਹਾਂ ਵੀ ਉਹ ਘੱਟੋ ਘੱਟ ਟਨਾਂ ਦੇ ਹਿਸਾਬ ਦੇ ਨਾਲ ਪਿਆ ਹੈਗਾ ਤੇ ਉਹ ਦੇ ਦੇਣ। ਪਰ ਜਿਹੜੀ ਸਾਡੀ ਜ਼ਮੀਨ ਆ ਜਿੱਥੋਂ, ਕਿਉਂਕਿ 5-5 4-4 ਕਿੱਲੇ ਤਾਂ ਜ਼ਮੀਨ ਸਾਡੀ ਰਹਿ ਗਈ ਆ ਹੁਣ ਸਾਡੇ ਕੋਲੇ, ਘਰ ਦੀ ਰੋਟੀ ਪਾਣੀ ਚਲਾਉਣ ਜੋਗਾ ਖਰਚਾ, ਤੇ ਉਹ ਨਾ ਖੋਣ, ਉਹ ਜ਼ਰੂਰ ਇਹਨਾਂ ਨੂੰ ਅਕਲ ਆ ਜਾਣੀ ਚਾਹੀਦੀ ਇਸ ਗੱਲ 'ਚ। ਤੇ ਮੈਂ ਵੀਰੇ ਇੱਕ ਗੱਲ ਹੋਰ ਥੋੜੀ ਜਿਹੀ ਟੱਚ ਕਰਨੀ ਸੀਗੀ, ਇੱਕ ਮੈਂ ਹੋਰ ਨਾਲ ਗੱਲ ਮੇੜਦਾ ਵੀ ਮੈਂ ਗੱਲ ਕਹਿਣਾ ਹੁਣ ਅਕਸਰ ਵੀ ਬੁਰਾ ਗਰੀਬ ਦਾ ਤੱਕਣਾ ਤੇ ਬੁਰੀ ਗਰੀਬ ਦੀ ਹਾਂ ਵੱਜ ਜਾਂਦੀ ਹੈ ਕਈ ਵਾਰੀ। ਹੁਣ ਇੰਨੇ ਲੋਕ ਠੰਡ ਦੇ ਵਿੱਚ ਬੈਠੇ ਨੇ, ਅਕਾਲ ਪੁਰਖ ਨੂੰ ਮੰਨਦੇ ਨੇ, ਆਪਾਂ ਰਿਲੀਜੀਅਸ ਕੰਟਰੀ ਹੈ, ਆਪਣੀ ਰਿਲੀਜੀਅਸ ਸਟੇਟ ਹੈ ਪੰਜਾਬ, 5 ਬੰਦੇ ਇਕੱਠੇ ਹੋ ਕੇ ਅਰਦਾਸ ਕਰ ਦਿੰਦੇ ਹੁੰਦੇ ਸੀ ਵੀਰ ਜੀ, ਮੀਂਹ ਪੈ ਜਾਂਦਾ ਹੁੰਦਾ ਸੀ, ਤੁਸੀਂ ਦੇਖ ਲਓ, ਨੋਟ ਕਰ ਲਓ ਪੁਰਾਣੀ ਗੱਲਾਂ ਦੇ ਵਿੱਚ, ਸਹੀ ਗੱਲ ਹੈ ਜੀ, ਪੈਂਦਾ ਸੀ ਨਾ। ਹਾਂਜੀ, ਜੇ 5 ਬੰਦੇ ਸੀ, ਹੁਣ ਕਿੰਨੇ ਹਜ਼ਾਰ ਬੈਠਾ ਉੱਥੇ, ਲੱਖਾਂ ਦੇ ਹਿਸਾਬ ਨਾਲ ਭਾਜੀ, ਲੱਖਾਂ ਦੇ ਹਿਸਾਬ ਨਾਲ ਅਰਦਾਸ ਜਾ ਰਹੀ ਹੁਣ ਤਾਂ, ਲੱਖਾਂ ਦੇ ਹਿਸਾਬ ਨਾਲ। ਹਾਂ, ਜੇ ਮੈਂ ਰਿਲੀਜੀਅਸ ਤੌਰ ਤੇ ਗੱਲ ਵੀ ਕਰਾਂ ਤਾਂ ਅਰਦਾਸ ਜਿਹੜੀ ਹੈਗੀ ਆ ਕਿੱਥੇ ਜਾ ਕੇ ਡਿੱਗਦੀ ਹੈ ਜਦੋਂ ਗੱਲ ਹੁੰਦੀ ਹੈ ਅਰਦਾਸ ਦੀ। ਇਵੇਂ ਜੇਕਰ ਮੈਂ ਗੱਲ ਕਰਾਂ, ਮੈਨੂੰ ਹੁਣ ਸੰਗ ਵੀ ਨਹੀਂ ਆਉਂਦੀ ਇਸ ਗੱਲ ਤੋਂ, ਮੈਂ ਡਰਦਾ ਵੀ ਨਹੀਂ, ਕਿਸੇ ਗੱਲ ਤੋਂ ਝਿਜਕਦਾ ਵੀ ਨਹੀਂ। ਜੇਤਲੀ ਸਾਹਿਬ ਨੇ ਆਉਂਦਿਆਂ ਸਾਰੀ ਨੋਟਬੰਦੀ ਦਾ ਚੱਕਰ ਚਲਾਇਆ ਸੀ। ਹਾਂਜੀ, ਨੋਟਬੰਦੀ ਦੀ ਸਕੀਮ ਉਹਨਾਂ ਦੀ ਸੀ, ਨੋਟਬੰਦੀ 'ਚ 562 ਤੋਂ ਬੰਦੇ ਉੱਤੇ ਮਰ ਗਏ, ਸਾਡੇ ਬਜ਼ੁਰਗ, ਮਾਂ ਪਿਓ, ਭੈਣ ਭਰਾ ਲਾਈਨਾਂ 'ਚ ਲੱਗ ਕੇ ਮਰ ਗਏ। 562 ਤੋਂ ਉੱਤੇ, 562 ਤੋਂ ਉੱਤੇ ਮਰ ਗਏ, ਔਰ ਘੱਟੋ ਘੱਟ 40,000 ਬੰਦਾ ਜਿਹੜਾ ਸਾਡਾ ਨਾਰਥ ਅਮਰੀਕਾ 'ਚ ਬੈਠਾ ਸੀ, ਟੀਚਰ ਵਿਚਾਰੇ ਬੈਠੇ ਸੀ, ਉਹਨਾਂ ਨੂੰ ਭੱਜਣਾ ਪਿਆ, ਉਹਨਾਂ ਕੋਲੇ ਪੈਸੇ ਸੀ ਉੱਥੇ। 40-50,000 ਬੰਦਾ ਇੰਡੀਆ 'ਚ ਗਿਆ, ਉਹ ਆਪਣੇ ਪੈਸੇ ਤਬਦੀਲ ਕੀਤੇ, ਕਿਉਂਕਿ ਸਾਡੀਆਂ ਮਾਤਾ ਨੇ ਪੇਟੀਆਂ 'ਚ ਵਿਚਾਰੀਆਂ ਸਾਂਭ ਕੇ ਰੱਖਦੀਆਂ ਸੀ ਕੈਸ਼। ਹਾਂਜੀ, ਕਿੰਨੀ ਖੱਜਲ ਖਵਾਰੀ ਹੋਈ ਸਾਡੀ। ਬਿਲਕੁਲ। ਪਰ ਜੇਤਲੀ ਸਾਹਿਬ ਉਸ ਚੀਜ਼ ਦਾ ਅੰਦੇਸ਼ਾ ਨਾ ਸਮਝਦੇ ਹੋਏ, ਥੋੜਾ ਜਿਹਾ ਸਿਆਣਾ ਬੰਦਾ ਸੀ ਉਹ, ਅੰਦੇਸ਼ਾ ਨਾ ਸਮਝਦੇ ਹੋਏ ਆਪਾਂ ਨੂੰ ਹਾਰਟ ਅਟੈਕ ਦੀ ਬਿਮਾਰੀ ਦੇ ਨਾਲ ਆਪਣਾ ਸਰੀਰ ਹੀ ਦੁਨੀਆ ਤੋਂ ਕੂਚ ਕਰ ਗਿਆ। ਸਹੀ ਗੱਲ ਹੈ ਜੀ। ਔਰ ਭਾਜੀ ਉਹ ਐਂਡ ਦੇ ਵਿੱਚ ਉਹਨਾਂ ਨੇ ਗੱਲ ਕਹੀ ਵੀ ਸੀਗੀ, ਆਪਣੇ ਮੂੰਹ ਉਹਨਾਂ ਨਿਕਲਿਆ ਵੀ ਆ ਸੱਚ, ਕਿ ਮੈਂ ਕਿੰਨਾ ਲੋਕਾਂ ਦਾ ਦਿਲ ਦਿਖਾਇਆ, ਇਹ ਗੱਲ ਉਹਨਾਂ ਨੇ ਕਹੀ ਵੀ ਹੈ ਉਹ। ਕਿਉਂਕਿ ਜੇਟਲੀ ਸਾਹਿਬ ਦੀ ਮੈਂ ਇੱਕ ਵੀਡੀਓ ਦੇਖਦਾ ਸੀ, ਉਹ ਪਹਿਲਾਂ ਇਹਨਾਂ ਤਿੰਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਸੀ ਜਿਹੜੇ ਅੱਜ ਬੀਜੇਪੀ ਨੇ ਲਾਗੂ ਕੀਤੇ ਆ,
ਬਿੱਲ ਜੀ ਤੇ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਨੇ ਉਸ ਵੀਡੀਓ। ਸੁਸ਼ਮਾ ਸਵਰਾਜ ਨੇ ਵੀ ਉਹਨਾਂ ਦਾ ਵਿਰੋਧ ਕੀਤਾ, ਦੋਨੇ ਹੀ ਨਹੀਂ ਹੁਣ ਇਸ ਵਕਤ ਹੈਗੇ ਦੁਨੀਆ 'ਚ, ਪਰ ਦੋਨਾਂ ਨੇ ਵਿਰੋਧ ਕੀਤਾ ਸੀਗਾ ਇਹਨਾਂ ਬਿੱਲਾਂ ਦਾ। ਵਿਰੋਧ ਕੀਤਾ ਸੀ ਜੀ ਜੀ ਜੀ। ਤੇ ਹਾਂਜੀ ਮੈਂ ਇਸੇ ਗੱਲ ਤੇ ਫਿਰ ਉਹਨੂੰ ਦੁਹਰਾਵਾਂ ਵੀ ਬੁਰਾ ਗਰੀਬ ਦਾ ਤੱਕਣਾ ਤੇ ਬੁਰੀ ਗਰੀਬ ਦੀ ਹਾਂ। ਇਸ ਵੇਲੇ ਦੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਭਾਰਤ ਦੇ, ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਦਾ ਤੁਹਾਡੇ ਮਾਧਿਅਮ ਦੇ ਜ਼ਰੀਏ, ਜੇ ਉਹ ਕਿਤੇ ਉਹਨਾਂ ਦਾ ਕੋਈ ਬੰਦਾ ਸੁਣਦਾ ਹੋਵੇ ਜ਼ਰੂਰ ਉਹਨਾਂ ਤੱਕ ਪਹੁੰਚਾਇਓ ਵੀ ਬੁਰਾ ਗਰੀਬ ਦਾ ਤੱਕਣਾ ਤੇ ਬੁਰੀ ਗਰੀਬ ਦੀ ਹਾਂ ਹੁੰਦੀ ਹੈ। ਇੰਨੇ ਲੋਕ ਬੈਠੇ ਆ, ਭਾਵੇਂ ਆਪਾਂ ਜਿੰਨੇ ਮਰਜ਼ੀ ਕ੍ਰਿਮੀਨਲ ਰਹੇ ਹੋਈਏ ਆਪਣੀ ਲਾਈਫ ਦੇ ਵਿੱਚ, ਅਖੀਰ ਆਪਾਂ ਨੂੰ ਸਤਿਗੁਰ ਦਾ ਜਿਹੜਾ ਦੁਆਰਾ ਉਹ ਮੰਨਣਾ ਪੈਂਦਾ ਹੈ, ਅਕਾਲ ਪੁਰਖ ਦਾ ਮੰਨਣਾ ਪੈਂਦਾ ਹੈ। ਕਿਸੇ ਦਾ ਦਿਲ ਦਿਖਾਉਣ ਨਾਲੋਂ ਪਹਿਲਾਂ ਆਪਾਂ ਨੂੰ ਸੋਚ ਲੈਣਾ ਚਾਹੀਦਾ ਹੈ ਵੀ ਇੰਨੇ ਲੋਕ ਵਿਚਾਰੇ ਜਿਹੜੇ ਤੰਗ ਹੋ ਕੇ ਆ ਕੇ ਕਿਵੇਂ ਉੱਥੇ ਖਾਂਦੇ ਨੇ, ਉਹ ਕਿਵੇਂ ਪੀਂਦੇ ਨੇ, ਕਿਵੇਂ ਰੋਟੀ ਖਾਂਦੇ ਨੇ, ਕਿਵੇਂ ਉਹ ਨਹਾਉਂਦੇ ਨੇ, ਕਿਵੇਂ ਉਹ 3-3 ਜਾਣੇ ਇੱਕ ਜੁੱਲੀ ਦੇ ਵਿੱਚ ਬੜੇ ਹੋਏ ਨੇ, ਇੱਕ ਖੇਸੀ ਦੇ ਵਿੱਚ ਬੜੇ ਹੋਏ ਨੇ, ਇੱਕ ਘਰਾਂ ਦੇ ਵਿੱਚ ਹੀਟਰ ਲਾ ਕੇ ਸੌਣ ਵਾਲੇ, ਮੰਨ ਲਓ ਆਪਣੇ ਘਰ ਦੇ ਵਿੱਚ 100 ਸੁਵਿਧਾ ਹੁੰਦੀਆਂ ਨੇ, ਉਹ ਸੌਣ ਵਾਲੇ ਬੰਦੇ ਵਿਚਾਰੇ ਇਸ ਟਾਈਮ ਟਰਾਲੀਆਂ ਦੇ ਵਿੱਚ ਪਰਾਲੀ ਦੇ ਉੱਤੇ ਪਏ ਨੇ। ਉਹ ਵੀ ਭਾਈ ਤੁਹਾਡੀ ਗੱਲ ਸਹੀ ਹੈ, ਪਰ ਪਿੱਛੇ ਜਿੱਦਾਂ ਹੁਣ ਪੰਜਾਬ ਦੇ ਵਿੱਚ ਕਿੰਨਾ ਕੰਮ ਕਰਨ ਵਾਲਾ ਪਿਆ, ਪਿੱਛੇ ਖੇਤੀਬਾੜੀ ਦਾ ਕਿੰਨਾ ਕੰਮ ਆ, ਔਰ ਮੈਂ ਸਲੂਟ ਕਰਦਾ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਇਸ ਵਕਤ ਸੋਸ਼ਲ ਮੀਡੀਆ ਤੇ ਇਹ ਪਾਤਾ ਔਰ ਕਹਿ ਰਹੇ ਆ ਭਾਜੀ ਤੁਸੀਂ ਜੇ ਉੱਥੇ ਗਏ ਆ ਤੇ ਪਿੱਛੇ ਅਸੀਂ ਤੁਹਾਡਾ ਕੰਮ ਸੰਭਾਲਾਂਗੇ। ਲੇਡੀਜ਼ ਜਾ ਕੇ ਹੈਲਪ ਕਰ ਰਹੀਆਂ ਇੱਕ ਦੂਜੇ ਦੀਆਂ। ਇਹ ਇੱਕ ਭਾਜੀ ਪੁਰਾਣਾ ਕਲਚਰ ਹੁੰਦਾ ਸੀ ਸਾਡਾ ਆਪਣਾ, ਜਿੱਦਾਂ ਰਿਸ਼ਤੇਦਾਰ ਆ ਜਾਂਦੇ ਸੀ ਕਣਕ ਵੱਢਣ ਸਾਰੇ ਜਾਣੇ ਇਕੱਠੇ ਹੋ ਕੇ, ਉਹ ਕਲਚਰ ਵਾਪਸ ਆ ਗਿਆ ਇੱਕ ਤਰ੍ਹਾਂ ਦਾ। ਇਹ ਵੀ ਭਾਈ ਬਹੁਤ ਐਡਵਾਂਟੇਜ ਹੋਈ ਹੈ ਕਿ ਪੰਜਾਬ ਮੁੜ ਕੇ ਜੁੜ ਰਿਹਾ। ਤੇ ਭਾਜੀ ਆਪਾਂ ਥੋੜਾ ਜਿਹਾ ਟਾਈਮ ਦਾ ਵੀ ਥੋੜਾ ਦੇਖੀਏ। ਇੱਕ ਮੈਂ ਗੱਲ ਟੱਚ ਕਰਨੀ ਚਾਹੁੰਦਾ, ਜਿੱਦਾਂ ਆਪਣੇ ਕੈਪਟਨ ਸਾਹਿਬ ਨੇ ਬੜੀ ਵਿਵਾਦਕ ਗੱਲਾਂ ਕਰ ਰਹੇ ਆ ਜਿੱਦਾਂ ਵੀ ਇਸ ਬਾਰੇ। ਇੱਕ ਮੈਂ ਥੋੜਾ ਜਿਹਾ ਪੋਲੀਟੀਕਲ ਤੌਰ ਤੇ ਗੱਲ ਨਹੀਂ ਕਰ ਰਿਹਾ, ਪਰ ਜਿੱਦਾਂ ਹੁਣ ਉਹਨਾਂ ਨੇ ਇੱਕ ਵਧੀਆ ਸੀਐਮ, ਦੇਖੋ ਇਨਸਾਨੀਅਤ ਦੇ ਤੌਰ ਤੇ ਕੇਜਰੀਵਾਲ ਇੱਕ ਬਹੁਤ ਵਧੀਆ ਸੀਐਮ ਆ, ਇੱਕ ਇਨਸਾਨੀਅਤ ਦੇ ਤੌਰ ਤੇ ਉਹਨਾਂ ਨੇ ਇਲਜ਼ਾਮ ਲਗਾਏ ਆ ਕਿ ਜੀ ਇਹਨਾਂ ਨੇ ਇਹੋ ਬਿੱਲ ਜਿਹੜੇ ਸੀਗੇ ਉਹ ਤਿੰਨੇ ਹੀ ਲਾਗੂ ਕਰ ਦਿੱਤੇ। ਉਹਦੇ ਵਿੱਚ ਆਪਣੇ ਕੁਝ ਹੋਰ ਸਾਥੀ ਵੀ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੋ ਕੇ ਗਏ ਆ, ਉਹ ਵੀ ਇਸ ਚੀਜ਼ ਨੂੰ ਉਠਾ ਰਹੇ। ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਦੇਖੋ ਇੱਕ ਚੀਜ਼ ਹੈ ਜੀ, ਬੜੀ ਸੋਚਣ ਵਾਲੀ ਗੱਲ ਆ, ਜੇ ਕੇਂਦਰ ਦੁਆਰਾ ਬਣਾਏ ਗਏ ਕਾਨੂੰਨ ਰਾਜ ਵਾਲੇ ਕੈਂਸਲ ਕਰ ਸਕਦੇ ਹੁੰਦੇ, ਸਟੇਟ ਕੈਂਸਲ ਕਰ ਸਕਦੀ ਹੁੰਦੀ, ਤਾਂ ਕੈਪਟਨ ਸਾਹਿਬ ਨੇ ਕਿਉਂ ਨਹੀਂ ਕੀਤੇ? ਜੇ ਉਹ ਲਾਗੂ ਕਰ ਸਕਦੇ ਹੁੰਦੇ ਤਾਂ ਭਾਈ ਸਾਹਿਬ ਜੀ ਫਿਰ ਇਹ ਕੇਜਰੀਵਾਲ ਜੇ ਮੰਨ ਲਓ ਨਹੀਂ ਕਰ ਸਕਦੇ ਜਾਂ ਕਰ ਸਕਦੇ ਤਾਂ ਕੇਜਰੀਵਾਲ ਦੇ ਹੱਥ ਕੁਝ ਵੀ ਨਹੀਂਗਾ, ਫਿਰ ਉਹ ਤਾਂ ਅਧੂਰੀ ਸਟੇਟ ਆ। ਪੰਜਾਬ ਦੀ ਇੱਕ ਪੂਰੀ ਸਟੇਟ ਆ ਨਾ। ਜੇ ਮੰਨ ਲਓ ਕੈਪਟਨ ਸਾਹਿਬ ਇਹ ਕਹਿੰਦੇ ਆ ਜੀ ਕੇਜਰੀਵਾਲ ਸਾਹਿਬ ਨੇ ਲਾਗੂ ਕੀਤੇ ਆ, ਲਾਗੂ ਕੇਜਰੀਵਾਲ ਸਾਹਿਬ ਨੇ ਨਹੀਂ ਕੀਤੇ, ਲਾਗੂ ਉੱਪਰੋਂ ਹੋਏ ਆ, ਕਿਉਂਕਿ ਇਹ ਜਿਹੜੀ ਥੱਲੇ ਸਟੇਟ ਹੈ ਇਹਦੇ ਹੱਥ 'ਚ ਕਾਨੂੰਨ ਹੀ ਹੈ ਨਹੀਂਗਾ ਕਿ ਇਹਨੂੰ ਲਾਗੂ ਕੀਤਾ ਜਾਵੇ ਜਾਂ ਹਟਾਇਆ ਜਾਵੇ। ਜੇ ਹਟਾਉਣ ਜਾਂ ਲਾਗੂ ਕਰਨ ਦਾ ਹੁੰਦਾ ਤੇ ਕੈਪਟਨ ਸਾਹਿਬ ਤੁਹਾਡੇ ਤੇ ਸਭ ਤੋਂ ਵੱਡੀ ਗੱਲ ਆਉਂਦੀ ਆ, ਤੁਹਾਡੇ ਰਾਜ ਦੇ ਵਿੱਚ ਕਿਸਾਨ ਅੱਜ ਦਿੱਲੀ ਵਿੱਚ ਠੰਡ ਦੇ ਵਿੱਚ ਬੈਠਾ ਲੜ ਰਿਹਾ, ਜੇ ਤੁਹਾਡੇ ਹੱਥ 'ਚ ਸੀ ਤਾਂ ਤੁਸੀਂ ਕਿਉਂ ਨਹੀਂ ਕੀਤਾ? ਜਾਂ ਇਹਨਾਂ ਬਿਆਨਾਂ ਨੂੰ ਵਾਪਸ ਲਵੋ ਜਾਂ ਇਹਨਾਂ ਬਿਆਨਾਂ ਦੀ ਕਲੈਰਿਟੀ ਕਰੋ। ਥੋੜਾ ਤੁਸੀਂ ਕੀ ਕਹਿਣਾ ਚਾਹੁੰਦੇ ਜੰਡੂਵੀਰ? ਉਸ ਤੋਂ ਬਾਅਦ ਅਮਰਦੀਪ ਭਾਜੀ ਮੈਂ ਤੁਹਾਨੂੰ ਵੀ ਇਸ ਟੌਪਿਕ ਤੇ ਥੋੜਾ ਜਿਹਾ ਨਾਲ ਜੋੜਨਾ ਚਾਹੁੰਦਾ। ਹਾਂਜੀ ਜੰਡੂਵੀਰ ਤੁਸੀਂ ਪਹਿਲਾਂ ਦੱਸਿਓ ਪਲੀਜ਼। ਵੀਰੇ ਜਦੋਂ ਬੰਦਾ ਕੋਈ ਚੰਗਾ ਹੁੰਦਾ, ਉਹਦੇ ਚੰਗੇ ਕੰਮ ਹੁੰਦੇ ਆ, ਅਸੀਂ ਜ਼ਰੂਰ ਉਹਦੇ ਚੰਗੇ ਗੱਲਾਂ ਦੀ ਚੰਗਿਆਈ ਕਰਾਂਗੇ। ਜਦੋਂ ਬੰਦਾ ਨਹੀਂ ਚੰਗੀ ਗੱਲ ਕਰਦਾ ਜਾਂ ਉਹ ਚੰਗਿਆਈ ਨਹੀਂ ਹੁੰਦੀ, ਉਹਦਾ ਆਚਰਣ ਜਾਂ ਉਹਦੇ ਗੱਲਬਾਤ ਕਰਨ ਦਾ ਤਰੀਕਾ ਜਾਂ ਉਹਦਾ ਕੰਮ-ਕਾਜ ਕਰਨ ਦਾ ਤਰੀਕਾ ਮਾੜਾ ਹੋ ਜਾਂਦਾ, ਫਿਰ ਉਦੋਂ ਬਾਅਦ ਉਹਦੀ ਜਿਹੜੀ ਚੰਗਿਆਈ ਨਹੀਂ ਰਹਿੰਦੀ, ਉਹਦਾ ਕੋਈ ਉਹਨਾਂ ਲੋਕਾਂ ਦੇ ਪ੍ਰਤੀ ਸਟੈਂਡ ਨਹੀਂ ਰਹਿੰਦਾ ਜਿਨ੍ਹਾਂ ਨੇ ਵੋਟਾਂ ਪਾ ਕੇ ਜਿਤਾਇਆ ਹੁੰਦਾ। ਫਿਰ ਅਸੀਂ ਉਹਦੀ ਜਿਹੜੀ ਬੁਰਾਈ ਆ ਉਹ ਸਾਡੇ ਕਰਨੀ ਬਣਦੀ ਹੈ। ਫਿਰ ਉੱਥੇ ਗੱਲ ਕੈਪਟਨ ਸਾਹਿਬ ਲਈ ਇਹ ਆ ਜਾਂਦੀ ਹੈ, ਬੁਰਾ ਜੋ ਦੇਖਣ ਮੈਂ ਚੱਲਾ, ਬੁਰਾ ਨਾ ਮਿਲਿਆ ਕੋਏ, ਮੈਂ ਮਨ ਖੋਜਾ ਆਪਣਾ ਮੋਸੇ ਬੁਰਾ ਨਾ ਕੋਈ। ਕਿਉਂਕਿ ਇਹਨਾਂ ਨੇ ਜਦੋਂ ਉਦੋਂ ਨਹਿਰਾਂ ਵੇਲੇ ਫੈਸਲਾ ਲਿਆ ਸੀ, ਜਦੋਂ ਪਹਿਲੀ ਵਾਰ ਸੀਐਮ ਬਣੇ ਸੀ, ਉਦੋਂ ਇਹਨਾਂ ਨੇ ਗੱਡ ਕੇ ਲਿਆ ਸੀ। ਅਸੀਂ ਸਾਰੇ ਪੰਜਾਬ ਨੇ ਇਹਦੀ ਇੱਜ਼ਤ ਕੀਤੀ ਤੇ ਇਹਨਾਂ ਨੂੰ ਦੁਬਾਰੇ ਸੀਐਮ ਬਣਾਇਆ। ਉਸ ਸਮੇਂ ਦੇ ਵਿੱਚ ਇਹਨਾਂ ਨੇ ਕਰਪਸ਼ਨ ਹੀ ਇੰਨੀ ਕੁ ਕਰ ਲਈ ਵੀ ਹੁਣ ਨੂੰਹ ਤੇ ਵੀ ਕੇਸ, ਮੁੰਡੇ ਤੇ ਵੀ ਕੇਸ ਤੇ ਘਰ ਵਾਲੀ ਤੇ ਵੀ ਕੇਸ, ਸਾਰੇ ਟੱਬਰ ਦੇ ਉੱਤੇ ਕੇਸ ਚਲਾ ਲਏ। ਹੁਣ ਮੈਂ ਗੱਲ ਇੱਕ ਥੋੜੀ ਜਿਹੀ ਪਿੱਛੇ ਲਿਜਾਣੀ ਚਾਹੁੰਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਹੁੰਦੇ ਸੀ, ਉਦੋਂ ਉਹ ਸਾਰੇ ਜਿਹੜੇ ਕਰਪਸ਼ਨ ਵਾਲੇ ਐਮਐਲਏ ਐਮਪੀ ਹੁੰਦੇ ਸੀ, ਉਹਨਾਂ ਦੀਆਂ ਫਾਈਲਾਂ ਬਣਾ ਕੇ ਆਪਣੇ ਕੋਲ ਰੱਖ ਲੈਂਦੇ ਸੀ। ਜਦੋਂ ਕੋਈ ਬੋਲਦਾ ਸੀ ਮਾੜਾ ਮੋਟਾ ਜਾਂ ਵੱਧ ਘੱਟ ਬੋਲਦਾ ਸੀ, ਉਹਨੂੰ ਬੁਲਾ ਕੇ ਕਹਿੰਦੇ ਸੀ ਆਪਦੇ ਪੀਏ ਨੂੰ ਵੀ ਇਹਨੂੰ ਫਾਈਲ ਪੜਾ ਦੀ, ਤੇ ਅਗਲਾ ਚੁੱਪ ਕਰਕੇ ਬਹਿ ਜਾਂਦਾ ਹੁੰਦਾ ਸੀ। ਉਹੀ ਕੰਮ ਦਮੋਦਰ ਦਾਸ ਮੋਦੀ ਜਿਹੜੇ ਨੇ ਉਹ ਕਹਿੰਦੇ ਨੇ ਮੇਰੇ ਗੁਰੂ ਨੇ ਪ੍ਰਕਾਸ਼ ਸਿੰਘ ਬਾਦਲ, ਤੇ ਉਹੀ ਪ੍ਰਕਾਸ਼ ਸਿੰਘ ਬਾਦਲ ਨੇ ਗੁਰਤੀ ਦਮੋਦਰ ਦਾਸ ਮੋਦੀ ਨੂੰ ਦੇਤੀ, ਤੇ ਮੋਦੀ ਸਾਹਿਬ ਵੀ ਹੁਣ ਫਾਈਲਾਂ ਸਾਰਿਆਂ ਦੀਆਂ ਬਣਾ ਕੇ ਆਪਦੇ ਕੋਲ ਰੱਖ ਲੈਂਦੇ ਆ। ਇਵੇਂ ਜੇਕਰ ਫਾਈਲ ਜਿਹੜੀ ਬਣ ਕੇ ਸਰਦਾਰ ਕੈਪਟਨ ਸਾਹਿਬ ਦੀ, ਅਮਰਿੰਦਰ ਸਿੰਘ ਕੈਪਟਨ ਸਾਹਿਬ ਦੀ ਫਾਈਲ ਵੀ ਬਣ ਕੇ ਪਰਿਵਾਰ ਦੀ ਉੱਥੇ ਗਈ ਹੋਈ ਹੈ, ਜਦੋਂ ਇਹ ਮਾੜਾ ਜਿਹਾ ਕੋਈ ਸਟੈਪ ਚੱਕਦੇ ਆ ਉਹਦੀ ਫਿਰ ਉਹ ਫਾਈਲ ਮੰਗਾ ਤੇ ਫਾਈਲ ਮੰਗਾ ਕੇ ਇਹਨਾਂ ਨੂੰ ਦਿਖਾ ਦਿੰਦੇ ਆ। ਹਾਂਜੀ ਹੋ ਸਕਦਾ ਜੰਡੂਵੀਰ ਜਿਹੜੇ ਅਮਿਤ ਸ਼ਾਹ ਦੇ ਨਾਲ ਹੋਈ ਆ ਮੀਟਿੰਗ ਕੈਪਟਨ ਸਾਹਿਬ ਦੀ,
ਇਹੋ ਹੋਈ ਵੀ ਅਸੀਂ ਵਿਸ਼ੇ ਤੇ ਆ ਵੀ ਇੱਕ ਫਾਈਲ ਹੀ ਦਿਖਾਉਣੀ ਹੋਵੇ ਉਹਨਾਂ ਨੂੰ ਵੀ ਆ ਦੇਖ ਲਾ ਵੀ ਜੇ ਬੜਾ ਰੌਲਾ ਪਾਇਆ ਤੇਰੀ ਫਾਈਲ ਖੁੱਲ ਜਾਣੀ ਆ। ਤੇ ਹਾਂਜੀ ਅਮਰਵੀਰ ਤੁਸੀਂ ਬਿਲਕੁਲ ਕੀ ਜੀ, ਬਿਲਕੁਲ। ਹਾਂਜੀ ਅਮਰਵੀਰ ਤੁਸੀਂ ਇਹਨੂੰ ਕਿੱਦਾਂ ਟੱਚ ਕਰਨਾ ਚਾਹੁੰਦੇ ਹਾਂ ਜੀ ਇਸ ਗੱਲ ਨੂੰ? ਅਮਰ ਤੇ ਜੰਡੂ ਵੀਰ ਜੀ ਜਿਹੜੇ ਕੈਪਟਨ ਆ ਨਾ, ਜੇ ਤੁਸੀਂ ਇਹਨੂੰ ਇਹਨਾਂ ਦੀ ਇਹ ਤੁਹਾਨੂੰ ਕਾਂਗਰਸ ਦਾ ਤਾਂ ਨਾਮ ਦਾ ਹੀ ਆ ਕੈਪਟਨ ਸੀਐਮ। ਜੇ ਤੁਸੀਂ ਥੋੜਾ ਪਿੱਛੇ ਚੱਲੋ ਨਾ, ਕੈਪਟਨ ਐਕਚੁਅਲੀ ਜਿਹੜੇ ਸਮਝਦਾਰ ਲੋਕ ਆ ਨਾ ਪੋਲੀਟੀਕਲ ਫੀਲਡ ਦੇ ਵਿੱਚ, ਜਿਹੜੇ ਗੁਜ਼ਰਦੇ ਆ ਲੌਂਗ ਟਰਮ ਤੋਂ ਆ, ਜਾਂ ਜਿਹੜੀਆਂ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ, ਜਿਹੜੀ ਮੈਂ ਸਭ ਤੋਂ ਸਮਝਦਾਰ ਆਮ ਲੋਕ ਜਿਹੜੇ ਸੱਥਾਂ 'ਚ ਬਹਿੰਦੇ ਆ, ਪੇਂਡੂ ਲੋਕ ਆ, ਰਾਜਨੀਤੀ ਉਹਨਾਂ ਨੂੰ ਪਤਾ, ਇਹ ਨਾਮ ਦਾ ਹੀ ਕਾਂਗਰਸ ਦਾ ਸੀਐਮ ਆ ਕੈਪਟਨ ਅਮਰਿੰਦਰ ਸਿੰਘ। ਬੀਜੇਪੀ ਦਾ ਅੰਦਰੋਂ ਅਲਾਇੰਸ ਇਹਦਾ ਬੀਜੇਪੀ ਦੇ ਨਾਲ ਆ, ਤੇ ਇਹ ਅਲਾਇੰਸ ਇਹਨਾਂ ਦੇ ਦੂਸਰੀ ਵਾਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ, ਜਦੋਂ ਤੁਸੀਂ ਯਾਦ ਕਰੋ 2000 ਜਦੋਂ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਸੀਗੇ ਤੇ ਕੈਪਟਨ ਆਪਦੇ ਬੰਦੇ ਲੈ ਕੇ ਅਲੱਗ ਪਾਰਟੀ ਬਣਾਉਣ ਨੂੰ, ਕਾਂਗਰਸ ਨੂੰ ਤੋੜ ਕੇ ਆਪਣੀ ਪਾਰਟੀ ਅਲੱਗ ਬਣਾ ਰਿਹਾ ਸੀ। ਹਾਂਜੀ 42 ਐਮਐਲਏ ਇਹਨਾਂ ਦੇ ਹੱਥ 'ਚ ਸੀ। ਰਾਹੁਲ ਗਾਂਧੀ ਹਰਾਂ ਦੇ ਧੌਣ ਤੇ ਗੋਡਾ ਰੱਖ ਕੇ ਪ੍ਰਧਾਨਗੀ ਲਈ ਤੇ ਸੀਐਮਸ਼ਿਪ ਲਈ, ਤੇ ਬੀਜੇਪੀ ਇਹਨਾਂ ਦੇ ਬਿਲਕੁਲ ਨਾਲ ਹੈ ਜੀ। ਇਹ ਹੁਣ ਜਿਹੜਾ ਪੋਲੀਟੀਕਲੀ ਇੰਨਾ ਜ਼ੋਰ ਲੱਗਿਆ ਸੀਗਾ, ਨਵਜੋਤ ਸਿੱਧੂ ਬਿਲਕੁਲ ਸਾਈਡਲਾਈਨ ਕੀਤਾ ਇਹਨਾਂ ਨੇ। ਇਹਦਾ ਰੀਜਨ ਵੀ ਇਹੀ ਸੀਗਾ, ਤੇ ਕਾਂਗਰਸ ਕੁਝ ਵੀ ਨਹੀਂ ਕਰ ਸਕੀ ਕਿਉਂਕਿ ਇਹਨਾਂ ਦੇ ਇਹਦੇ ਨਾਲ ਕੈਪਟਨ ਦੇ ਨਾਲ ਜਿਹੜੇ 15-20 ਬੰਦੇ ਆ, ਬਾਕੀ ਬੀਜੇਪੀ ਦੇ ਨਾਲ ਰਲ ਕੇ ਕਿਸੇ ਵੀ ਦਿਨ ਸਰਕਾਰ ਤੋੜ ਕੇ ਫਲਿੱਪ ਕਰ ਸਕਦੇ ਸੀਗੇ। ਇਹ ਚੀਜ਼ਾਂ ਹੋ ਚੁੱਕੀਆਂ ਬਿਹਾਰ ਦੇ ਵਿੱਚ। ਨਤੀਸ਼ ਕੁਮਾਰ ਨੇ ਲਾਲੂ ਪ੍ਰਸਾਦ ਦੀ ਪਾਰਟੀ ਨੂੰ ਡੰਪ ਕਰਕੇ ਬੀਜੇਪੀ ਨੇ ਸਰਕਾਰ ਬਣਾਈ ਆ। ਸੋ ਇਹ ਕੈਪਟਨ ਅਮਰਿੰਦਰ ਸਿੰਘ, ਕਿਉਂਕਿ ਜਿਹੜੀ ਜੰਡੂ ਵੀਰ ਨੇ ਗੱਲ ਕੀਤੀ ਆ, ਕਰਪਸ਼ਨ ਦੇ ਵਿੱਚ ਲਿਪਤ ਫੁੱਲੀ 2007 ਚ ਜਦੋਂ ਸੀਐਮ 2002 ਚ ਬਣਦੇ ਆ, ਉਸ ਤੋਂ ਪਹਿਲਾਂ ਇਹਨਾਂ ਦਾ ਮਹਿਲ, ਮੋਤੀ ਮਹਿਲ ਦੇ ਤੁਸੀਂ ਗੂਗਲ ਤੇ ਕੱਢ ਕੇ ਦੇਖ ਲਓ ਫੋਟੋਆਂ, ਤੇ ਹੁਣ ਵੇਖ ਲਓ ਪੇਂਟ ਵੀ ਨਹੀਂ ਹੋਇਆ ਸੀ ਉਦੋਂ। ਜੀ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੀ ਵਾਈਫ, ਇਹਨਾਂ ਦਾ ਬੇਟਾ, ਇਹਨਾਂ ਨੇ ਇੰਨਾ ਕੁ ਲੁਧਿਆਣਾ ਸਿਟੀ ਸੈਂਟਰ ਸਕੈਮ ਵਗੈਰਾ, ਜਿਹੜਾ ਰਣਿੰਦਰ ਸਿੰਘ ਦੇ ਸਵਿਸ ਬੈਂਕ ਚ ਖਾਤੇ, ਉਹ ਜੰਡੂ ਵੀਰ ਦੀ ਫਾਈਲ ਵਾਲੀ ਗੱਲ ਬਿਲਕੁਲ ਸਹੀ ਆ। ਇਹ ਇੰਡੀਅਨ ਗਵਰਨਮੈਂਟ ਦੇ ਹੱਥਾਂ 'ਚ ਖੇਡ ਰਿਹਾ ਕਿ ਕਠਪੁਤਲੀ ਆ। ਦੂਸਰੀ ਗੱਲ, ਕੇਜਰੀਵਾਲ ਉਹ ਬੜੀ ਸਪੋਰਟ ਕਰ ਰਹੇ ਆ ਦਿੱਲੀ ਦੇ ਸੀਐਮ ਨੇ, ਅਲੋਂਗ ਵਿਦ them ਮਮਤਾ ਬੈਨਰਜੀ ਨੇ ਆਪਣਾ ਸਪੈਸ਼ਲ ਇੱਕ ਐਮਪੀ, ਆਪਣਾ ਦੂਤ ਭੇਜ ਕੇ ਕਿਸਾਨ ਅੰਦੋਲਨ ਦੀਆਂ 32 ਜਥੇਬੰਦੀਆਂ ਨੂੰ ਆਪਣੀ ਸਪੋਰਟ ਫੁੱਲੀ ਉਹਨਾਂ ਨੂੰ ਕੀਤੀ ਹੈਗੀ ਆ। ਉਹਨਾਂ ਨੇ ਇਹ ਆਸ਼ਵਾਸਨ ਦਿੱਤਾ ਕਿ ਜੇ ਤੁਹਾਨੂੰ ਸਾਡੀ ਲੋੜ ਆ, ਕਿਉਂਕਿ ਇਸ ਵਕਤ ਗਵਰਨਮੈਂਟ, ਜਿਹੜੀ ਬੀਜੇਪੀ ਗਵਰਨਮੈਂਟ ਆ, ਟਰਾਈ ਕਰ ਰਹੀ ਆ ਕਿ ਅੰਦੋਲਨ ਨੂੰ ਸਿੱਧ ਕਰਨ ਦੇ ਲਈ ਕਿ ਇਹ ਵਿਰੋਧੀ ਪਾਰਟੀਆਂ ਦੇ ਵੱਲੋਂ ਸੈਟਅਪ ਕੀਤਾ ਹੋਇਆ। ਇਸ ਲਈ ਉਹਨਾਂ ਨੇ ਅੰਦੋਲਨ ਦੇ ਵਿੱਚ ਡਾਇਰੈਕਟਲੀ ਸ਼ਾਮਲ ਨਾ ਹੋ ਕੇ ਬਾਹਰੋਂ ਫੁੱਲੀ ਸਪੋਰਟ ਕੀਤਾ ਹੈਗਾ ਕਿ ਕਿਸੇ ਵੀ ਟਾਈਮ ਸਾਡੇ ਵਲੰਟੀਅਰਸ ਦੀ ਸਾਡੀ ਲੋੜ ਆ। ਮਮਤਾ ਬੈਨਰਜੀ ਬੰਗਾਲ ਤੋਂ, ਉਹਨਾਂ ਨੇ ਫੁੱਲੀ ਇਹਨਾਂ ਨੂੰ ਸਪੋਰਟ ਕੀਤਾ ਕਿਸਾਨ ਅੰਦੋਲਨ ਨੂੰ। ਨਹੀਂ, ਉਹ ਵੀ ਬਹੁਤ ਵਧੀਆ ਸੀਐਮ ਨੇ ਜੀ। ਮਮਤਾ ਬੈਨਰਜੀ ਇੱਕ ਬਹੁਤ ਵਧੀਆ ਸੀਐਮ ਨੇ, ਔਰ ਕੇਜਰੀਵਾਲ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਨੇ। ਤੇ ਆਪਾਂ ਦੇਖੋ, ਮੈਂ ਇੱਕ ਭਾਜੀ ਤੁਹਾਨੂੰ ਇੱਕ ਵੀਡੀਓ ਸੀਗੀ, ਆਪਾਂ ਇੱਕ ਸੀਗੀ ਆਪਣੇ ਰਾਘਵ ਚੱਡਾ ਜੀ ਦੀ, ਉਹ ਮਾੜੀ ਜਿਹੀ ਵੀਡੀਓ ਚਲਾ ਸਕਦੇ ਤੁਸੀਂ? ਇੱਕ ਉਹਨਾਂ ਚਿਰ ਆਪਾਂ ਵੀਡੀਓ ਦੇਖ ਕੇ ਫਿਰ ਉੱਤੇ ਗੱਲ ਕਰਦੇ ਆ ਜੀ। ਤੇ ਉਹਦੇ ਵਿੱਚ ਉਹਨਾਂ ਨੇ ਬੜੇ ਸਪਸ਼ਟ ਤਰੀਕੇ ਦੇ ਨਾਲ ਜੋ ਵੀ ਇਹ ਇਲਜ਼ਾਮ ਲਗਾਏ ਜਾ ਰਹੇ ਆ ਕੇਜਰੀਵਾਲ ਸਰਕਾਰ ਦੇ ਉੱਤੇ, ਕਿ ਇਹ ਜੀ ਤੁਸੀਂ ਇੱਕ ਤਾਂ ਪਾਸੇ ਕਹੀ ਜਾਂਦੇ ਆ ਵੀ ਕਿਸਾਨ ਹਸਾਇਤੀ ਆ, ਦੂਜੇ ਪਾਸੇ ਬਿੱਲ ਲਾਗੂ ਕਰ ਰਹੇ ਆ। ਹਾਂਜੀ, ਤੁਸੀਂ ਇਹਨੂੰ ਸਕਰੀਨ ਸ਼ੇਅਰ ਕਰੋ ਭਾਜੀ, ਪਹਿਲਾਂ ਸਕਰੀਨ ਸ਼ੇਅਰ ਕਰੋ। ਹਾਂਜੀ, 1 ਮਿੰਟ। ਹਾਂਜੀ, ਤੇ ਉਹਦੇ ਵਿੱਚ ਉਹ ਬੜੇ ਤਰੀਕੇ ਨਾਲ ਸਮਝਾਇਆ ਭਾਈ ਭਈ ਕਿਉਂ ਆ, ਕਿੱਦਾਂ ਆ, ਕੀ ਤੁਸੀਂ ਸਾਰਾ ਕੁਝ ਗਲਤ ਕਹਿ ਰਹੇ ਆ, ਲੋਕਾਂ ਨੂੰ ਕਿਉਂ ਗੁੰਮਰਾਹ ਕਰ ਰਹੇ ਆ, ਕਿਉਂ ਗੰਦੀ ਰਾਜਨੀਤੀ ਕਰ ਰਹੇ ਆ। ਚਲੋ ਕੈਪਟਨ ਸਾਹਿਬ ਨੇ ਤਾਂ ਕਰਨੀ ਆ, ਉਹ ਤਾਂ ਉਹਨਾਂ ਨੇ ਆਪਣੇ ਆਪ ਨੂੰ ਬਚਾਉਣਾ, ਪਰ ਜਿਹੜੇ ਸੱਜਣ ਵੀਰ ਆਮ ਆਦਮੀ ਪਾਰਟੀ ਛੱਡ ਕੇ ਗਏ ਆ, ਤੁਹਾਡਾ ਕੋਈ ਆਪਣਾ ਪਰਸਨਲ ਹੋਊਗਾ, ਪਰ ਤੁਸੀਂ ਉਹਨੂੰ ਗੰਦੀ ਰਾਜਨੀਤੀ 'ਚ ਨਾ ਚੇਂਜ ਕਰੋ। ਹਾਂਜੀ ਭਾਜੀ, ਲਾਇਓ ਜਰਾ। ਓਕੇ। ਸੁਖਜਿੰਦਰ ਰੰਧਾਵਾ ਨੇ ਸ਼ਬਦੀ ਵਾਰ ਕੀਤਾ ਔਰ ਵੱਡਾ ਇਲਜ਼ਾਮ ਲਗਾਇਆ ਕਿ ਜੇਕਰ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਕੁਝ ਵੀ ਹੁੰਦਾ, ਕੋਈ ਗੜਬੜ ਹੁੰਦੀ ਆ, ਤਾਂ ਤੁਹਾਡੀ ਪਾਰਟੀ ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਹੋਣਗੇ। ਰਾਘਵ ਜੀ, ਪਰ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਰਾਜਨੀਤੀ ਕਰ ਰਹੀ ਹੈ, ਤਾਂ ਤੁਹਾਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਨੂੰ ਮੁਲਾਕਾਤ ਕਰਨੀ ਚਾਹੀਦੀ ਸੀ, ਕੇਂਦਰ ਦੇ ਕੋਲ ਜਾ ਕੇ ਇੱਕ ਵਾਰ ਬੈਠਣਾ ਚਾਹੀਦਾ ਸੀ, ਉਹਨੂੰ ਦੱਸਣਾ ਚਾਹੀਦਾ ਸੀ किसान ਕੀ ਚਾਹੁੰਦੇ ਨੇ। कैप्टन अमरिंदर वो मुख्यमंत्री हैं जो उस समिति का हिस्सा थे जिसने ये 3 काले कानून बनाए। कैप्टन अमरिंदर वो मुख्यमंत्री हैं जिन्होंने अपनी सहमति दर्ज कराई कि ये 3 काले कानून बनने चाहिए। कैप्टन अमरिंदर वो मुख्यमंत्री हैं जिनके खुद की पार्टी के 2019 के मैनिफेस्टो के पॉइंट नंबर 11 में ये लिखा गया कि एपीएमसी खत्म की जाएगी, एमएसपी खत्म किया जाएगा। कैप्टन अमरिंदर वो मुख्यमंत्री हैं जिनकी दोस्ती, जिनकी मित्रता, जिनका रिश्ता मोदी जी के साथ
पंजाब का बच्चा बच्चा जानता है कि कितनी घनिष्ठ संबंध है। कैप्टन अमरिंदर वो मुख्यमंत्री हैं जिन्होंने फरवरी 2020 में कहा था कि काले कानूनों के खिलाफ मैं पंजाब विधानसभा का एक स्पेशल सत्र बुलाऊंगा, और सत्र नहीं बुलाया। कैप्टन अमरिंदर वो मुख्यमंत्री हैं जिन्होंने कहा कि ये 3 काले कानूनों को रोकने के लिए मैं ऑल पार्टी मीटिंग बुलाऊंगा, उन्होंने ऑल पार्टी मीटिंग नहीं बुलाई। कैप्टन अमरिंदर वो मुख्यमंत्री हैं जब पंजाब के लाखों किसान दिल्ली की ओर चले तो वो अपने महल में बैठकर आराम फरमा रहे थे, आराम कक्ष में। अगर वो साथ आते लाखों किसानों के साथ तो मजाल थी खट्टर या किसी भाजपा सरकार की कि उन पे वाटर कैनन चलाती या उन पे आंसू गैस छोड़ती। कैप्टन अमरिंदर ने अपने महल में बैठना समझा, देश के किसान के साथ, पंजाब के भाई बहनों के साथ सड़क पर लड़ाई करना ठीक नहीं समझा। ये वो कैप्टन अमरिंदर हैं जो अमित शाह के दरबार में हाजिरी लगाते हैं, देश के किसान के पास नहीं जाते हैं। मैं आपको यही बताने की कोशिश कर रहा हूं कि कैप्टन अमरिंदर भाजपा के हाथों आज खेल रहे हैं और भारतीय जनता पार्टी की बांसुरी बजा रहे हैं। अरविंद केजरीवाल जी द्वारा आम आदमी पार्टी के एक एक विधायक, पार्षद, मंत्री, कार्यकर्ता को एक ही आदेश है कि एक सेवादार की भूमिका में देश के लाखों किसान, पंजाब के हमारे क्रांतिकारी इनकलाबी भाई बहन जो बॉर्डर पे खड़े हैं, उनकी सेवा करनी है। आज हमने वहां पर पानी से लेकर शौचालय तक, लंगर से लेकर कंबल तक की व्यवस्था बनाई है, और रोजाना हम लोग खुद तमाम विधायक और मंत्री मिलकर वहां पर फल बांट रहे हैं, केले सेब पहुंचा रहे हैं, लोगों की सेवा कर रहे हैं, सेवादार की भूमिका में निष्काम कर्म कर रहे हैं। और दूसरी तरफ कैप्टन और उनकी पूरी पार्टी गंदी राजनीति कर रही है। ये आप और मैं दोनों जानते हैं कि कैप्टन कल दिल्ली आए और केवल अमित शाह के दरबार में हाजिरी लगाकर चले गए। ना वो लाखों किसान जो दिल्ली के बॉर्डर पे मौजूद थे उनसे मिले, और ना ही अपनी पार्टी हाईकमांड सोनिया गांधी थे, राहुल गांधी से मिले। केवल और केवल अमित शाह के दरबार में हाजिरी लगाकर चले गए, और उस मीटिंग का एक ही मकसद था कि अमित शाह और कैप्टन मिलकर ये तय करें कि कैसे किसानों का ये जो इनकलाब है, ये जो आंदोलन है, इसे खत्म किया जाए, इसको कुचला जाए। मैं आज पूछना चाहता हूं कैप्टन साहब से, बड़ी सटीक बात पूछना चाहता हूं, या उनके मंत्री से, क्या ये सच नहीं है कि वो कमेटी जिसने इन 3 काले कानूनों को बनाया था, उस कमेटी में कैप्टन खुद थे, सदस्य थे, और उनकी सहमति से ये तीनों कानून बने? क्या ये सच नहीं है कि 2019 का जो मैनिफेस्टो था, जो घोषणा पत्र कांग्रेस पार्टी का था, उसमें ये लिखा था कि हम इस प्रकार के तीनों काले कानून लाएंगे, एपीएमसी खत्म करेंगे, एमएसपी खत्म करेंगे? ये तो कैप्टन लगातार कहते आए हैं। आज किसानों के हितैषी बनते हैं। मैं आपको साफ बात कहना चाहता हूं, अगर कैप्टन चाहते तो ये 3 काले कानून रोके जा सकते थे। आज से 1.5 साल पहले कैप्टन को मालूम था कि ये कानून आ रहे हैं, और उनकी सहमति से ये कानून लागू हुए हैं। कैप्टन को कोई अधिकार नहीं है किसानों के बारे में बात करने का, उनका पर्दाफाश हो चुका है। राघव जी, पर कैप्टन अमरिंदर ਸਿੰਘ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੋਗਲੀ ਰਾਜਨੀਤੀ ਕਰ ਰਹੀ ਹੈ। ਇੱਕ ਪਾਸੇ ਤਾਂ ਤੁਹਾਡੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਕਿਸਾਨ ਹਿਤੈਸ਼ੀ ਆ, ਪਰ ਦੂਸਰੇ ਪਾਸੇ ਤੁਸੀਂ ਖੁਦ ਦਿੱਲੀ ਦੇ ਵਿੱਚ ਇਸ ਕਾਨੂੰਨ ਨੂੰ ਲਾਗੂ ਕਰ ਰਹੇ ਹੋ, ਆਪਣੇ ਗਜ਼ਟ ਦਾ ਸ਼ਿੰਗਾਰ ਬਣਾ ਰਹੇ ਹੋ। ਤਾਂ ਸਿੱਧੇ ਤੌਰ ਤੇ ਪਰ ਕੈਪਟਨ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਦੋਗਲੀ ਰਾਜਨੀਤੀ ਕਰ ਰਹੇ ਨੇ। ਇੱਕ ਪਾਸੇ ਤਾਂ ਕਿਸਾਨ ਹਿਤੈਸ਼ੀ ਨੇ, ਔਰ ਦੂਸਰੇ ਪਾਸੇ ਦਿੱਲੀ ਦੇ ਵਿੱਚ ਤੁਸੀਂ ਇਸ ਨੂੰ ਲਾਗੂ ਵੀ ਕਰ ਰਹੇ हो। आपका बहुत अच्छा सवाल है। मैं चाह ही रहा था कि इस सवाल का मैं जवाब दूं। आज देश का हर व्यक्ति ये जानता है कि केंद्र सरकार द्वारा लाया गया कोई भी कानून, उसको लागू करने की शक्ति या ना लागू करने की शक्ति किसी राज्य सरकार के पास नहीं होती। जो कानून केंद्र ने पास कर दिया वो पूरे देश में लागू हो जाता है, किसी राज्य सरकार के हाथ में नहीं होता है। अगर ऐसा होता कि केंद्र का जो कानून, ये केंद्र ने 3 काले कानून बनाए कैप्टन की सहमति से, अगर ये राज्य के हाथ में होता, पंजाब सरकार के हाथ में होता कि लागू करना है कि नहीं करना, तो आज देश का और पंजाब का लाखों किसान कैप्टन के महल के बाहर खड़ा होता, कैप्टन के महल के बाहर आंदोलन कर रहा होता, और कैप्टन से गुजारिश कर रहा होता कि कैप्टन साहब, ये किसानों को खत्म करने वाला, उन्हें कुचलने वाला कानून मत लागू करो। लेकिन देश का किसान आज केंद्र सरकार से ये मांग कर रहा है, क्योंकि राज्य सरकार के पास के हाथ में है ही नहीं। उसी प्रकार से दिल्ली के हाथ में ये नहीं है, किसी राज्य सरकार के हाथ में नहीं है। ये तो स्पष्ट बात है, केंद्र का कानून है। भारत का संविधान ये कहता है कि केंद्र का कानून पूरे देश भर में लागू होगा, लेकिन लोगों को बरगलाया जा रहा है। आप मुझे एक बात बताएं, कैप्टन साहब इस समय कितनी घटिया राजनीति कर रहे हैं, और क्यों कर रहे हैं ये समझना पड़ेगा आपको। मैं बताता हूं क्यों कर रहे हैं। आज से कुछ दिन पहले मोदी जी ने कहा अरविंद केजरीवाल जी को कि दिल्ली के अंदर हम 9 जेल बनाना चाहते हैं। जेल इसलिए बनाना चाहते हैं कि देश के लाखों किसान आ रहे हैं दिल्ली की ओर, और इन जेलों में हम देश के किसान को बंद करेंगे। अरविंद केजरीवाल जी ने जेलों की अनुमति नहीं दी और कहा दिल्ली में कोई जेल नहीं बनेगा। देश का किसान हमारा कोई दुश्मन नहीं है, हमारा अन्नदाता है, हमारा भगवान है, उसका स्वागत है दिल्ली में, और हमने जेल बनाने से मना कर दिया। इस बात को लेकर मोदी सरकार हमसे बहुत नाराज है।
और मोदी सरकार ने अपने नुमाइंदे, अपने मुख्यमंत्री कैप्टन अमरिंदर को आगे कर दिया और कैप्टन साहब को कहा कि केजरीवाल पर आरोप लगाओ, केजरीवाल पे हमला करो, आम आदमी पार्टी के बारे में झूठी अनर्गल बातें करो, प्रोपेगेंडा चलाओ। आज केवल और केवल मोदी की धुन पर, मोदी की बांसुरी पर नाचने का काम कैप्टन अमरिंदर कर रहे हैं। जो जो मोदी जी बोलते हैं वो कैप्टन अमरिंदर करते हैं। आज मैं कहना चाहता हूं और आपको हेडलाइन दे रहा हूं, कैप्टन अमरिंदर भाजपा के मुख्यमंत्री हैं, किसानों के मुख्यमंत्री नहीं है, कांग्रेस के मुख्यमंत्री नहीं है, पंजाब की आवाम के मुख्यमंत्री नहीं है। आज कैप्टन अमरिंदर भाजपा के मुख्यमंत्री हैं। ਬਹੁਤ ਭਾਜੀ, ਬਹੁਤ ਹੀ ਬੜੀਆ ਤਰੀਕੇ ਦੇ ਨਾਲ ਰਾਘਵ ਜੀ ਨੇ ਗੱਲ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਸਮਝਾ ਦਿੱਤਾ। ਅੱਜ ਵੀ ਕੋਈ ਜੇ ਜਿਹੜਾ ਆਮ ਆਦਮੀ ਪਾਰਟੀ ਛੱਡ ਕੇ ਗਿਆ ਲੀਡਰ ਜੇ ਅੱਜ ਵੀ ਇਹ ਅਫਵਾਹ ਫੜਾ ਰਿਹਾ ਕਿ ਕੇਜਰੀਵਾਲ ਸਰਕਾਰ ਨੇ ਉਹ ਕਾਨੂੰਨ ਬਣਾਏ ਆ ਤਾਂ ਸ਼ੇਮ ਔਨ ਹਿਮ, ਸ਼ੇਮ ਔਨ ਹਿਮ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਸ ਬੰਦੇ ਦਾ। ਜੇ ਉਹ ਅੱਜ ਵੀ ਕਹਿ ਰਿਹਾ ਸਿਰਫ ਆਪਣੀ ਖੁੰਦਸ ਕੱਢ ਰਿਹਾ ਉਹ ਇਸ ਚੀਜ਼ ਦੇ ਉੱਤੇ, ਤਾਂ ਸ਼ੇਮ ਔਨ ਹਿਮ ਕੋ ਬਹੁਤ ਗੰਦੀ ਰਾਜਨੀਤੀ ਕਰ ਰਿਹਾ। ਹਾਂਜੀ ਸੁਰਜੀਤ ਭਾਈ, ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਆ? ਦੇਖੋ, ਉਹਨਾਂ ਨੇ ਸਾਰੀ ਗੱਲ ਕਲੀਅਰ ਕਰਤੀ। ਮੈਂ ਇੱਕ ਗੱਲ ਛੋਟੀ ਜਿਹੀ ਹੋਰ ਨਾਲ ਜੋੜ ਦਿਆਂ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਕੈਪਟਨ ਸਾਹਿਬ ਦੇ ਜਦੋਂ ਬੇਟੇ ਤੇ ਕੇਸ ਚੱਲਿਆ, ਈਡੀ ਨੇ ਚੱਕਰ ਚਲਾਇਆ ਤੇ ਬੜਾ ਰੌਲਾ ਪਿਆ ਸੀ ਉਸ ਵੇਲੇ। ਤੇ ਉਦੋਂ ਫਿਰ ਇਹ ਦੁਬਈ ਗਏ ਸੀਗੇ, ਕਿਉਂਕਿ ਦੁਬਈ ਦੇ ਵਿੱਚ ਕੋਈ ਇਹਨਾਂ ਨੇ ਫਰਮ ਬਣਾਈ ਹੈ ਜਿਹਦਾ ਚੱਕਰ ਚੱਲਦਾ ਸੀਗਾ। ਤੇ ਜਦੋਂ ਦੁਬਈ ਗਏ ਤਾਂ ਜਾਂਦੇ ਹੋਏ ਪ੍ਰੀਤੀ ਭੋਜਨ ਜਿਹੜਾ ਹੈਗਾ ਜੇਤਲੀ ਸਾਹਿਬ ਦੇ ਘਰ ਬਹਿ ਕੇ ਕਰਕੇ ਗਏ ਸੀ। ਅੱਛਾ ਜੀ। ਹਾਂਜੀ, ਵਾਹ। ਉਹਦਾ ਬੜਾ ਰੌਲਾ ਪਿਆ ਸੀਗਾ ਜਦੋਂ ਪ੍ਰੀਤੀ ਭੋਜਨ ਉੱਥੇ ਹੋਇਆ। ਤੇ 2 ਦਿਨ ਇਹ ਦਿੱਲੀ ਦੇ ਵਿੱਚ ਰਹੇ। ਇਵੇਂ ਜ਼ਿਕਰੀ ਜਿਵੇਂ ਭਾਜੀ ਹੋਰਾਂ ਨੇ ਪਹਿਲਾਂ ਦੱਸਿਆ ਹੈਗਾ, ਆਪਣੇ ਵਿਰਾੜ ਸਾਹਿਬ ਨੇ, ਵੀ ਉਹ ਕਾਂਗਰਸ ਦੇ ਵਿੱਚ ਹੋਣ ਦੇ ਬਾਵਜੂਦ, ਕਾਂਗਰਸ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਆਪਣੇ ਕਾਂਗਰਸੀ ਲੀਡਰਾਂ ਨੂੰ ਨਹੀਂ ਮਿਲੇ ਸੀਗੇ, ਪਰ ਦੁਬਈ ਚਲੇ ਗਏ ਸੀ ਮਿਲ ਕੇ। ਹਾਂਜੀ। ਉਸ ਤੋਂ ਬਾਅਦ ਫਿਰ ਇਹਨਾਂ ਦੀ ਜਿਹੜੀ ਵੀਰ ਜੀ ਹੋਰੀ ਗੱਲ ਕਹਿੰਦੇ ਸੀ ਵੀ ਉਹ ਬੀਜੇਪੀ ਦਾ ਦੂਜਾ ਫੇਸ ਜਿਹੜਾ ਹੈਗਾ, ਮੈਂ ਸੌਰੀ ਸੇ ਦੈਟ ਪਾਰਟੀ ਦਾ ਇਸ ਵੇਲੇ ਨਾਮ ਬਹੁਤਾ ਨਹੀਂ ਲੈਣਾ ਚਾਹੀਦਾ, ਤੇ ਇਹਨਾਂ ਦਾ ਦੂਜਾ ਫੇਸ ਬਣ ਚੁੱਕੇ ਸੀਗੇ। ਇਸ ਕਰਕੇ ਸਾਨੂੰ ਕੈਪਟਨ ਸਾਹਿਬ ਤੋਂ ਕੋਈ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ ਵੀ ਉਹ ਸਾਡੇ ਇਸ ਧਰਨੇ ਦੇ ਵਿੱਚ ਆ ਕੇ ਬਹਿ ਜਾਣਗੇ ਜਾਂ ਸਾਡੀ ਉਹ ਕੋਈ ਹੈਲਪ ਕਰਨਗੇ ਜਾਂ ਸਾਡਾ ਕੋਈ ਹੋਰ ਕਾਨੂੰਨ ਜਿਹੜਾ ਕੋਈ ਵਧੀਆ ਸਾਡੇ ਹੱਕ ਦੀ ਗੱਲ ਕਰੂਗਾ ਉਹ ਬਣਾ ਸਕਣਗੇ। ਉਹ ਹੁਣ ਭੁੱਲ ਜਾਣਾ ਚਾਹੀਦਾ। ਉਹਨਾਂ ਨੂੰ ਤਾਂ ਇੱਕ ਅਣਸੁਣੀ ਜੀ ਗੱਲ ਕਰ ਦਿੰਦੇ। ਹੁਣ ਮੈਂ ਬਹੁਤੀ ਗੱਲ ਨਾ ਕਰਾਂ, ਜਿਵੇਂ ਉਹ ਪਿੰਡ 'ਚ ਢੱਠਾ ਨਹੀਂ ਛੱਡਿਆ ਜਾਂਦਾ ਹੁੰਦਾ, ਉਹ ਵਿਚਾਰਾ ਹਾਰ ਜੇ ਜਾਂਦਾ, ਮੁੜ ਕੇ ਬੜਕ ਜੀ ਮਾਰ ਦਿੰਦਾ, ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਉਹ ਨਾਗਾ ਆ ਗਿਆ। ਠੀਕ ਆ, ਵੀ ਨਾਗੇ ਨਾਲ ਢੱਠਾ ਆ ਗਿਆ। ਤੇ ਉਹ ਗੱਲ ਆ ਵੀ ਇਸ ਵੇਲੇ ਹੁਣ ਇਹ ਛੱਡਣ ਵਾਲਾ ਹੀ ਨਹੀਂ ਇਦੋਂ ਬਾਅਦ, ਕਿਉਂਕਿ ਉਹਨਾਂ ਨੇ ਆਪ ਹੀ ਕਹਿਤਾ ਸੀ ਮੈਂ ਸੱਤਾ ਦੇ ਵਿੱਚ ਨਹੀਂ ਆਉਣਾ। ਤੇ ਹੁਣ ਇਹਨਾਂ ਨੇ ਜਾਣਾ ਹੈਗਾ, ਤੇ ਜਦੋਂ ਇਹਨਾਂ ਨੇ ਛੱਡ ਕੇ ਚਲੇ ਜਾਣਾ ਮੁੜ ਕੇ ਇਹਨਾਂ ਨੇ ਆਉਣਾ ਤਾਂ ਹੈ ਨਹੀਂ, ਕਿਸੇ ਪਾਰਟੀ ਦੇ ਵਿੱਚ ਵੀ ਨਹੀਂ ਆਉਣਾ, ਸਰਕਾਰ 'ਚ ਵੀ ਨਹੀਂ ਆਉਣਾ। ਤੇ ਉਹਨਾਂ ਤੋਂ ਕੋਈ ਖਾਸ ਬਹੁਤੀ ਉਮੀਦ ਨਹੀਂ ਰੱਖੀ ਜਾਣੀ ਚਾਹੀਦੀ, ਕਿਉਂਕਿ ਹੁਣ ਮੱਥਾ ਆਪਣਾ ਸਿੱਧਾ ਜਿਹੜਾ ਹੈਗਾ ਹੁਣ ਸੈਂਟਰ ਦੇ ਨਾਲ ਲੱਗਿਆ ਹੋਇਆ। ਹੁਣ ਇੰਨਾ ਕਿਸਾਨ ਅੰਨਦਾਤਾ, ਜਿਹੜੀ ਮਾਂ, ਇੱਕ ਮੈਂ ਛੋਟੀ ਜਿਹੀ ਗੱਲ ਹੋਰ ਇੱਥੇ ਐਡ ਕਰ ਦੇਵਾਂ, 2 ਮਾਵਾਂ ਨੇ ਸਾਡੇ ਕੋਲੇ। ਇੱਕ ਮਾਂ ਉਹ ਆ ਜਿਹਨੇ ਸਾਨੂੰ ਜਨਮ ਦਿੱਤਾ, ਇੱਕ ਮਾਂ ਉਹ ਆ ਜਿਹੜੀ ਸਾਨੂੰ ਰੋਟੀ ਪਾਣੀ ਖਵਾਉਂਦੀ ਹੈ। ਰੋਟੀ ਪਾਣੀ ਜਿਹੜੀ ਹੈ ਧਰਤੀ ਮਾਂ ਸਾਡੀ ਜਿਹੜੀ ਪੰਜਾਬ ਦੀ ਹੈ, ਜਿੱਥੋਂ ਅਸੀਂ ਉਪਜ ਕਰਕੇ, ਕੱਪੜਾ ਵੀ ਸਾਨੂੰ ਕਪਾਹ ਉੱਥੋਂ ਆਉਂਦੀ ਹੈ, ਦਿੰਦੀ ਹੈ ਬਣਾ ਕੇ, ਅਨਾਜ ਵੀ ਸਾਨੂੰ ਉੱਥੋਂ ਮਿਲਦਾ ਹੈ। ਇਹ ਦੂਜੀ ਮਾਂ ਹੈ। ਤੇ ਦੂਜੀ ਮਾਂ ਦੇ ਲਈ ਤਾਂ ਅਸੀਂ ਮਰ ਮਿਟਦੇ ਹਾਂ। ਜਦੋਂ ਸਾਡੀ ਆਰਮੀ ਵੀ ਕਿਤੇ ਲੜਦੀ ਹੈਗੀ ਆ ਤੇ ਭਾਰਤ ਮਾਤਾ ਦੀ ਜੈ ਕਹਿ ਕੇ ਲੜਦੀ ਹੈ। ਹਾਲਾਂਕਿ ਹਿੰਦੁਸਤਾਨ ਜਿਹੜਾ ਹੈਗਾ ਉਹਦੀ ਜੈ ਕਹਿ ਕੇ ਲੜਦੀ ਹੈ, ਤੇ ਆਪਣੀ ਦੂਜੀ ਮਾਂ ਦੀ ਖਸਮ ਖਾ ਕੇ, ਮਿੱਟੀ ਮਾਂ ਦੀ ਖਸਮ ਖਾ ਕੇ ਜਿਹੜੇ ਹੈਗੇ ਉਹ ਤੁਰਦੇ ਨੇ। ਤੇ ਉਸ ਮਾਂ ਨੂੰ ਜਦੋਂ ਕੋਈ ਖਰੀਦਣ ਦੀ ਗੱਲ ਕਰਦਾ, ਦੱਬਣ ਦੀ ਗੱਲ ਕਰਦਾ, ਬੜੀ ਹਾਸੋਹੀਣੀ ਜੀ ਗੱਲ ਆ, ਬਰਦਾਸ਼ਤੇਬਲ ਨਹੀਂ ਹੈਗੀ। ਇਸ ਕਰਕੇ ਕਿਸਾਨ ਵੀਰ ਜਿਹੜੇ ਆਪਣੇ ਨਹੀਂ ਬਰਦਾਸ਼ਤ ਕਰਦੇ। ਬਾਕੀ ਕੈਪਟਨ ਸਾਹਿਬ ਦੀ ਜਿਹੜੀ ਗੱਲ ਹੁਣ ਉਹਨਾਂ ਨੇ ਆਪਣੇ ਕਿਸੇ ਪਾਰਟੀ ਦੇ ਨੁਮਾਇੰਦੇ ਵੀਰ ਨੇ ਜਿਹੜੀ ਗੱਲ ਕੀਤੀ ਹੈ, ਬੜੇ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਸਾਰੀ ਵਿਸਤਾਰ ਕਰਤੀ ਹੈ। ਔਰ ਮੈਂ ਦੱਸਦਾ ਵੀ ਜਦੋਂ ਬੰਦਾ ਆਪ ਕਰਪਸ਼ਨ ਦੇ ਵਿੱਚ ਫਸ ਜਾਵੇ, ਹੁਣ ਕੈਪਟਨ ਸਾਹਿਬ ਆਪ ਕਰਪਸ਼ਨ 'ਚ ਫਸੇ ਹੋਏ ਆ, ਇਸ ਕਰਕੇ ਉਹਨਾਂ ਤੋਂ ਹੁਣ ਕੋਈ ਉਮੀਦ ਨਾ ਰੱਖੋ ਵੀ ਉਹ ਸਾਡੀ ਕੋਈ ਹੈਲਪ ਕਰਨਗੇ। ਜਿਹੜੀਆਂ ਵਿਛਾੜਾਂ ਜਿਹੜੀਆਂ ਪਈਆਂ ਨੇ ਪਾਣੀ ਦੀਆਂ, ਮੈਂ ਤਾਂ ਕਹਿੰਦਾ ਚੰਗਾ ਵੀ ਅਜੇ ਉਹ ਹਰਿਆਣੇ ਦੀਆਂ ਗੱਡੀਆਂ ਸੀਗੀਆਂ, ਕਿਤੇ ਇਹਨਾਂ ਨੇ ਪੰਜਾਬ ਦੀਆਂ ਨਾ ਭੇਜਤੀਆਂ ਉੱਥੇ। ਇਹਨਾਂ ਦਾ ਭਰੋਸਾ ਕੋਈ ਨਹੀਂ ਸੀਗਾ ਵੀ ਇਹ ਪੰਜਾਬ ਦੀਆਂ ਗੱਡੀਆਂ ਵੀ ਭੇਜ ਸਕਦੇ ਸੀ। ਬਿਲਕੁਲ ਭਾਜੀ, ਬਿਲਕੁਲ ਸਹੀ ਗੱਲ ਕਹੀ ਆ ਤੁਸੀਂ। ਹਾਂਜੀ ਅਮਰਦੀਪ ਭਾਜੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਪਲੀਜ਼? ਜੰਡੂ ਵੀਰ ਦੀ ਗੱਲ ਨੂੰ ਹੀ ਅੱਗੇ ਵਧਾਉਂਦੇ ਹੋਏ ਕੈਪਟਨ ਸਾਹਿਬ ਨੇ, ਤੁਸੀਂ ਇੱਕ ਗੱਲ ਨੋਟ ਕਰਿਓ, ਜਦੋਂ ਕਿਸਾਨਾਂ ਨੇ ਰੇਲਾਂ ਰੋਕੀਆਂ ਸੀਗੀਆਂ ਤੇ ਕੈਪਟਨ ਸਾਹਿਬ ਨੇ ਤੇ ਦਿੱਲੀ ਵਾਲੀ ਬੀਜੇਪੀ ਗਵਰਨਮੈਂਟ ਨੇ ਰਲ ਕੇ ਕਿਸਾਨਾਂ ਨੂੰ ਇਹ ਗੱਲ ਕਹੀ ਸੀ ਕਿ ਪੰਜਾਬ ਦੀ ਇਕਾਨਮੀ ਡਿੱਗ ਰਹੀ ਆ ਤੇ ਕੋਲਾ ਖਤਮ ਹੋ ਗਿਆ ਤੇ ਮਾਲ ਗੱਡੀਆਂ ਬੰਦ ਹੋ ਗਈਆਂ। ਤੇ ਇਹ ਇੱਕ ਚਾਲ ਸੀਗੀ ਇਹਨਾਂ ਦੀ, ਬੀਜੇਪੀ ਗਵਰਨਮੈਂਟ ਦਾ ਇਹ ਸੀਗਾ ਕਿ ਕਿਸਾਨ ਅੰਦੋਲਨ ਲੰਮਾ ਖਿੱਚਿਆ ਜਾ ਰਿਹਾ ਤੇ ਤੁਸੀਂ ਇਸ ਨੂੰ ਜਾਂ ਤਾਂ ਖਤਮ ਕਰੋ
ਜਦੋਂ ਕਿ ਕੈਪਟਨ ਸਾਹਿਬ ਉਹ ਖਤਮ ਉਹਨਾਂ ਨੇ ਲੰਮਾ ਚਲਾਇਆ ਇਹ ਪੰਜਾਬ ਦੇ ਵਿੱਚ ਤੁਸੀਂ ਨੋਟਿਸ ਕਰੋ ਕੈਪਟਨ ਸਾਹਿਬ ਨੇ ਕੋਈ ਪੁਲਿਸ ਦੀ ਕਾਰਵਾਈ ਜਾਂ ਕੋਈ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਸੀਗੀ ਕਿਉਂਕਿ ਇਹ ਪੋਲੀਟੀਕਲ ਮਾਈਲੇਜ ਲੱਭ ਰਹੇ ਸੀ ਕਿ ਅਕਾਲੀ ਦਲ ਤੇ ਬੀਜੇਪੀ ਦੇ ਵਿਰੁੱਧ ਜਿੰਨਾ ਇਹ ਮੁੱਦਾ ਭੜਕੂਗਾ ਕੈਪਟਨ ਨੂੰ ਜਾਂ ਕਾਂਗਰਸ ਨੂੰ ਉਹਦੀ ਪੋਲੀਟੀਕਲ ਮਾਈਲੇਜ ਮਿਲ ਰਹੀ ਸੀ। ਸੋ ਪਰ ਕੈਪਟਨ ਦੇ ਆਕਾ ਜਿਹੜੇ ਬੀਜੇਪੀ ਵਾਲੇ ਆ ਮੋਦੀ ਤੇ ਅਮਿਤ ਸ਼ਾਹ ਕੈਪਟਨ ਉਹਨਾਂ ਦੇ ਇੱਕ ਫੇਸ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਇਹ ਨਾ ਮਨਜ਼ੂਰ ਸੀ ਉਹਨਾਂ ਨੇ ਰਲ ਕੇ ਕੈਪਟਨ ਸਾਹਿਬ ਦੇ ਨਾਲ ਰਲ ਕੇ ਇਹ ਸੰਘਰਸ਼ ਨੂੰ ਦਿੱਲੀ ਦੇ ਰਾਹ ਪਾਇਆ। ਕੈਪਟਨ ਸਾਹਿਬ ਕਿਸਾਨ ਜਥੇਬੰਦੀਆਂ ਨਾਲ ਮੁਲਾਕਾਤ ਕਰਦੇ ਆ ਤੇ ਉਸ ਤੋਂ ਬਾਅਦ ਇਹ ਸੰਘਰਸ਼ ਨੂੰ ਦਿੱਲੀ ਦੇ ਰਾਹ ਤੋਰਿਆ ਜਾਂਦਾ ਤੇ ਉਹਨਾਂ ਨੂੰ ਇਹ ਸੀਗਾ ਕਿ ਅਸੀਂ ਦਿੱਲੀ ਬੜੇ ਵੱਡੇ ਵੱਡੇ ਦਿਮਾਗਾਂ ਵਾਲੇ ਬੰਦੇ ਬੈਠੇ ਆ ਤੇ ਕੋਈ 50,000 ਲੱਖ ਬੰਦਾ ਆ ਜਾਊਗਾ ਤੇ ਅਸੀਂ ਸੰਭਾਲ ਲਾਂਗੇ। ਪਰ ਵਾਹਿਗੁਰੂ ਦੀ ਕਲਾ ਵਰਤੀ ਜਿਹੜਾ ਖੱਟੜ ਸਾਹਿਬ ਨੇ ਬਿਆਨ ਦਿੱਤਾ ਉਹ ਗੁਰੂ ਨੇ ਉਹ ਸਿੰਘਾਂ ਨੇ ਉਸ ਨੂੰ ਵਾਪਸੀ ਜਿਹੜਾ ਉਹਨਾਂ ਨੇ ਕਿਹਾ ਨਾ ਹਰਿਆਣਾ ਨਹੀਂ ਲੰਘ ਸਕਦੇ ਹਾਂਜੀ ਉਹ ਬਿਆਨ ਹੀ ਬੀਜੇਪੀ ਪਾਰਟੀ ਤੇ ਮਨੋਹਰ ਲਾਲ ਖੱਟੜ ਤੇ ਹਰਿਆਣਾ ਗਵਰਨਮੈਂਟ ਦੇ ਲਈ ਇੱਕ ਬੜਾ ਘਾਟੇ ਦਾ ਸੌਦਾ ਸਾਬਤ ਹੋਇਆ ਕਿਉਂਕਿ ਉਹ ਚੈਲੰਜ ਸੈੱਟ ਕਰਤਾ ਪੰਜਾਬੀ ਕੌਮ ਨੂੰ। ਉਹਦੇ ਵਿੱਚ ਸਾਰੇ ਹੀ ਆਪਣੇ ਸਾਰੇ ਧਰਮ ਆਉਂਦੇ ਆ ਤੇ ਕਿਸੇ ਵੀ ਪੰਜਾਬੀਆਂ ਦੀ ਇੱਕ ਇਤਿਹਾਸ ਰਿਹਾ ਜਦੋਂ ਵੀ ਇਹਨਾਂ ਨੂੰ ਕੋਈ ਚੈਲੰਜ ਮਿਲ ਜਾਵੇ ਨਾ ਤੇ ਫਿਰ ਤਾਂ ਉਹਨੂੰ ਇਹ ਲੱਕੋਂ ਲੈਣ ਵਾਲੀ ਗੱਲ ਕਰ ਦਿੰਦੇ ਆ। ਇਹਨਾਂ ਨੇ ਬੈਰੀਕੇਡ ਵੀ ਤੋੜੇ ਪੁਲਿਸ ਦੀਆਂ 5-5 7-7 ਲੈਵਲ ਦੀਆਂ ਸਿਕਿਉਰਟੀਆਂ ਵੀ ਤੋੜੀਆਂ ਤੇ ਦਿੱਲੀ ਤੇ ਬਾਰਡਰ ਤੇ ਦਿੱਲੀ ਦੀ ਹਿੱਕ ਤੇ ਜਾ ਕੇ ਬੈਠ ਗਏ। ਹਾਂਜੀ ਫਿਰ ਕਲਾ ਵਾਹਿਗੁਰੂ ਦੀ ਵਰਤ ਰਹੀ ਆ ਉੱਥੇ ਜਾ ਕੇ ਇਹਨਾਂ ਨੂੰ ਖਾਲਿਸਤਾਨੀ ਜਾਂ ਦੇਸ਼ ਨੂੰ ਤੋੜਨ ਦੇ ਲਈ ਜਾਂ ਪਾਕਿਸਤਾਨ ਦੇ ਨਾਲ ਜਿਹੜੀ ਬੀਜੇਪੀ ਪਿਛਲੇ 10 ਸਾਲ ਤੋਂ ਰੱਟ ਲਾਈ ਹੈ ਨਾ ਜਦੋਂ ਵੀ ਕੋਈ ਦੇਸ਼ ਦੇ ਵਿੱਚ ਇਹ ਨੋਟਬੰਦੀ ਕੀਤੀ ਜਾਂ ਹੋਰ ਜਿਹੜੇ ਲੋਕ ਮਾਰੂ ਫੈਸਲੇ ਕੀਤੇ ਜਦੋਂ ਕੋਈ ਆਵਾਜ਼ ਉਠਾਉਂਦਾ ਤੇ ਕਹਿ ਦਿੰਦੇ ਆ ਕਿ ਪਾਕਿਸਤਾਨ ਚਲਾ ਜਾਵੇ ਜਾਂ ਇਹ ਦੇਸ਼ ਛੱਡ ਜਾਵੇ। ਠੀਕ ਹੈ ਉਹ ਇਹਨਾਂ ਨੇ ਸਾਰੇ ਲੈਵਲ ਕਿਸਾਨ ਅੰਦੋਲਨ ਤੇ ਵੀ ਲਾਉਣ ਦੀ ਕੋਸ਼ਿਸ਼ ਕੀਤੀ। ਸਹੀ ਗੱਲ ਹੈ ਪਰ ਉਹ ਤੁਸੀਂ ਨੋਟ ਕਰੋ ਕੈਪਟਨ ਅਮਰਿੰਦਰ ਸਿੰਘ ਦਾ ਯੋਗਦਾਨ ਹੁਣ ਇਸ ਸੰਘਰਸ਼ ਦੇ ਵਿੱਚ ਇਹਨਾਂ ਨੇ ਰਵਨੀਤ ਬਿੱਟੂ ਜਦੋਂ ਵੀ ਕੈਪਟਨ ਤੇ ਕੋਈ ਪ੍ਰੋਬਲਮ ਆਉਂਦੀ ਹੈ ਨਾ ਰਵਨੀਤ ਬਿੱਟੂ ਇੱਕ ਸਾਰਥੀ ਬਣ ਕੇ ਖੜਾ ਹੁੰਦਾ ਤੇ ਰਵਨੀਤ ਬਿੱਟੂ ਨੂੰ ਜਦੋਂ ਲੱਗਿਆ ਕੈਪਟਨ ਸਾਹਿਬ ਹੋਰਾਂ ਨੂੰ ਤੇ ਬਿੱਟੂ ਹੋਰਾਂ ਨੂੰ ਤੇ ਕਾਂਗਰਸ ਨੂੰ ਕਿ ਹੁਣ ਇਹ ਕਿਸਾਨ ਅੰਦੋਲਨ ਸਾਡੇ ਵੀ ਹੱਥੋਂ ਨਿਕਲ ਗਿਆ ਤੇ ਬੀਜੇਪੀ ਦੇ ਵੀ ਤੇ ਬਿੱਟੂ ਨੇ ਜਾ ਕੇ ਉੱਥੇ ਦਿੱਲੀ ਕਿਸਾਨ ਅੰਦੋਲਨ ਨੂੰ ਜੁਆਇਨ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹਨੂੰ ਉੱਥੋਂ ਭਜਾਇਆ ਕਿਸਾਨਾਂ ਨੇ ਤੇ ਉਹਨੇ ਅਗਲੇ ਹੀ ਦਿਨ ਬਿਆਨ ਦਿੱਤਾ ਕਿ ਉੱਥੇ ਹੁਣ ਖਾਲਿਸਤਾਨੀ ਤੇ ਜਾਂ ਦੇਸ਼ ਵਿਰੋਧੀ ਅੰਸਰ ਕਿਸਾਨ ਅੰਦੋਲਨ ਦੇ ਵਿੱਚ ਵੜ ਚੁੱਕੇ ਤੇ ਇਸ ਨੂੰ ਛੇਤੀ ਤੋਂ ਛੇਤੀ ਸਮੇਟਿਆ ਜਾਵੇ। ਫਿਰ ਜਦੋਂ ਪਿਛਲੀ ਗੱਲਬਾਤ ਹੁੰਦੀ ਆ ਬਿੱਟੂ ਆਪਦੀ ਗੇਮ ਖੇਡ ਗਿਆ। ਫਿਰ ਜਦੋਂ ਪਿਛਲੀ ਗੱਲਬਾਤ ਹੁੰਦੀ ਆ ਕੈਪਟਨ ਨੂੰ ਦਿੱਲੀ ਸੱਦਿਆ ਜਾਂਦਾ ਅਮਿਤ ਸ਼ਾਹ ਦੇ ਵੱਲੋਂ ਤੇ ਕੈਪਟਨ ਉਸ ਮੀਟਿੰਗ ਤੋਂ ਬਾਹਰ ਨਿਕਲ ਕੇ ਜਿਹੜੀ ਇਹਨਾਂ ਨੇ ਗੱਲ ਕੀਤੀ ਨਾ ਜਿਹੜੀ ਪ੍ਰੈਸ ਬਾਈਟ ਸੀਗੀ ਜੇ ਤੁਸੀਂ ਧਿਆਨ ਨਾਲ ਦੇਖ ਜਾਵੇ ਇਹਨਾਂ ਨੇ ਗੱਲ ਕੀਤੀ ਸੀ ਕਿ ਦੇਸ਼ ਦੇ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਅੰਦੋਲਨ। ਤੁਸੀਂ ਮੈਨੂੰ ਗੱਲ ਦੱਸੋ ਸਾਰੀ ਦੁਨੀਆ ਵਾਚ ਕਰ ਰਹੀ ਆ ਕਿਸਾਨ ਅੰਦੋਲਨ ਬਿਲਕੁਲ ਸ਼ਾਂਤਮਈ ਆ ਉਹਦੇ ਵਿੱਚ ਹੁਣ ਤੱਕ ਇੱਕ ਵੀ ਘਟਨਾ ਨਹੀਂ ਸੀਗੀ ਜਿਹੜੀ ਦੇਸ਼ ਵਿਰੋਧੀ ਹੋਵੇ ਜਾਂ ਲੋਕਾਂ ਦੇ ਵਿਰੋਧੀ ਹੋਵੇ। ਇਹਨਾਂ ਨੇ ਜਿਹੜਾ ਗੋਦੀ ਮੀਡੀਆ ਕਹਿੰਦੇ ਆ ਨਾ ਉਹਨੇ ਬੜਾ ਜ਼ੋਰ ਲਾ ਕੇ ਉਹਨਾਂ ਨੂੰ ਇਹ ਸੀਗਾ ਕਿ ਲੋਕ ਕਿਸਾਨ ਅੰਦੋਲਨ ਦੇ ਵਿਰੁੱਧ ਹੋ ਜਾਣਗੇ ਪਰ ਜਦੋਂ ਲੋਕ ਉੱਥੇ ਜਾ ਕੇ ਬੈਠੇ ਸਭ ਤੋਂ ਪਹਿਲਾਂ ਤਾਂ ਜਵਾਨ ਤੇ ਕਿਸਾਨ ਜਿਹੜੇ ਆਮੋ ਸਾਹਮਣੇ ਖੜਾ ਕਰਤੇ ਸੀਗੇ ਬੀਜੇਪੀ ਗਵਰਨਮੈਂਟ ਨੇ ਉਹਨਾਂ ਦੇ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ ਉੱਥੇ ਥੋੜੇ ਬਹੁਤ ਲਾਠੀ ਚਾਰਜ ਵੀ ਹੋਇਆ ਕਈਆਂ ਥਾਵਾਂ ਦੇ ਉੱਤੇ। ਪਰ ਜਿਹੜੇ ਜਦੋਂ ਲੰਗਰ ਵਰਤਦਾ ਸੀਗਾ ਤੇ ਪਹਿਲਾਂ ਉਹ ਕਹਿੰਦੇ ਸੀ ਕਿ ਜਿਹੜੇ ਪੁਲਿਸ ਆ ਉਹਨਾਂ ਨੂੰ ਛਕਾ ਦਿਓ ਕੋਈ ਨਹੀਂ ਆਪਾਂ ਬਾਅਦ ਛਕ ਲਾਂਗੇ। ਸੋ ਉਹ ਜਿਹੜਾ ਜਵਾਨ ਤੇ ਕਿਸਾਨ ਨੂੰ ਬੀਜੇਪੀ ਗਵਰਨਮੈਂਟ ਨੇ ਤੇ ਕਾਂਗਰਸ ਨੇ ਪਿੱਛੋਂ ਸਪੋਰਟ ਦੇ ਕੇ ਇੱਕ ਦੂਜੇ ਦੇ ਵਿਰੁੱਧ ਖੜਾ ਕੀਤਾ ਸੀ। ਸਭ ਤੋਂ ਪਹਿਲਾਂ ਤਾਂ ਉਹ ਚੀਜ਼ ਦਾ ਪੈਚਅਪ ਹੋਇਆ ਕਿਉਂਕਿ ਜਿਹੜੇ ਬਾਰਡਰ ਤੇ ਲੜ ਰਹੇ ਆ ਉਹ ਵੀ ਕਿਸਾਨਾਂ ਦੇ ਬੇਟੇ ਹੀ ਹੈ ਨਾ ਉਹ ਵੀ ਬੈਕਗ੍ਰਾਉਂਡ ਤਾਂ ਕਿਸਾਨੀ ਹੋਈ ਹੈ ਨਾ ਉਹਨਾਂ ਦੀ ਵੀ ਮਜਬੂਰੀ ਦੇ ਵਿੱਚ ਉੱਥੇ ਬੈਠੇ ਆ ਕਿਉਂਕਿ ਹੋਰ ਜੌਬਸ ਹੀ ਹੈ ਨਹੀਂ ਗਈਆਂ ਇੰਡੀਆ ਦੇ ਵਿੱਚ ਬੜੀ ਪ੍ਰਾਈਵੇਟ ਸੈਕਟਰ ਹੋ ਚੱਲਿਆ ਤੇ ਉਹ ਇੱਕ ਜੋੜ ਹੋ ਗਿਆ। ਫਿਰ ਜਿਹੜੇ ਲੋਕ ਸੀ ਜਿਹੜੇ ਆਮ ਲੋਕ ਸੀਗੇ ਦਿੱਲੀ ਦੇ ਇਹਨਾਂ ਨੂੰ ਇਹ ਸੀਗਾ ਕਿ ਜਦੋਂ ਕਿਸਾਨ ਬੈਠਣਗੇ ਦਿੱਲੀ ਦੇ ਵਿੱਚ ਰੇਟ ਵਧਣਗੇ ਜਿੰਸਾਂ ਦੇ ਜਾਂ ਹੋਰ ਵੀ ਜਿਹੜੇ ਹਰ ਰੋਜ਼ ਵਰਤਨ ਦੀਆਂ ਚੀਜ਼ਾਂ ਉਹਦੇ ਨਾਲ ਲੋਕ ਕਿਸਾਨਾਂ ਦੇ ਵਿਰੁੱਧ ਹੋ ਜਾਣਗੇ। ਪਰ ਤੁਸੀਂ ਜੀ ਉੱਥੇ ਉਹ ਮੂਵਮੈਂਟ ਜਿਹੜੇ ਬੈਠੇ ਆ ਉਹਨਾਂ ਦੀ ਦਾਦ ਦੇਣੀ ਬਣਦੀ ਉਹਨਾਂ ਨੇ ਬਿਲਕੁਲ ਵੀ ਜਿਹੜੀਆਂ ਪ੍ਰਾਈਵੇਟ ਜਿਹੜੀ ਐਂਬੂਲੈਂਸ ਸਹੂਲਤ ਸੀਗੀ ਤੇ ਜਾਂ ਜਿਹੜੀਆਂ ਆਮ ਵਸਤਾਂ ਲੋੜੀ ਦੀਆਂ ਉਹਨਾਂ ਨੂੰ ਬਿਲਕੁਲ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਕੀਤੀ ਉਹਨਾਂ ਨੇ। ਜਿਹੜਾ ਮੀਡੀਆ ਸੀਗਾ ਗੋਦੀ ਮੀਡੀਆ ਜਾਂ ਕੋਈ ਵੀ ਉਹਨੂੰ ਬੜੇ ਤਰੀਕੇ ਨਾਲ ਐਕਸਪੋਜ਼ ਕੀਤਾ। ਬਿਲਕੁਲ। ਸੋ ਇਹ ਇੱਕ ਅੰਦੋਲਨ ਇੱਕ ਜਿਵੇਂ ਜੰਡੂ ਵੀਰ ਜੀ ਨੇ ਪਹਿਲਾਂ ਕਿਹਾ ਸੀ ਕਿ ਹੁਣ ਇਹ ਬੀਜੇਪੀ ਗਵਰਨਮੈਂਟ ਦੇ ਗਲੇ ਦੀ ਹੱਡੀ ਬਣ ਗਿਆ ਆ ਜੇ ਖਾਣ ਤਾਂ ਕੋੜ ਤੇ ਸਿੱਟਣ ਦਾ ਕਿਰਲੀ।
ਕਹਿੰਦੀ ਯਾਰ ਸਹੀ ਗੱਲ ਹੈ ਭਾਜੀ। ਨਹੀਂ ਬਿਲਕੁਲ ਸਹੀ ਹੈ ਭਾਈ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਗੱਲ ਨੂੰ ਟੱਚ ਕੀਤਾ ਹੈਗਾ ਤੇ ਜੰਡੂ ਵੀਰ ਜੀ ਨੇ ਵੀ ਟੱਚ ਕੀਤਾ। ਵੀਰ ਜੀ ਆਪਣੇ ਕੋਲ ਸਿਰਫ 2 ਮਿੰਟ ਰਹਿ ਗਏ ਆ ਹੁਣ, ਤੇ ਆਪਾਂ ਜੰਡੂ ਵੀਰ ਤੁਹਾਡਾ ਤੁਸੀਂ ਕੋਈ ਇਸ ਕਿਸਾਨ ਅੰਦੋਲਨ ਬਾਰੇ ਆਪਣੇ ਵਿਚਾਰ, ਜਿਹੜੇ ਬਾਹਰ NRI ਵੀਰ ਰਹਿੰਦੇ ਆ ਜਾਂ ਉੱਥੇ ਪੰਜਾਬ 'ਚ ਪਿੱਛੇ ਤਾਂ ਵੀ ਕੋਈ ਬੈਠੇ ਹੋਏ ਆ, ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋ ਜਾਂ ਉਹਨਾਂ ਨੂੰ ਕੁਝ ਕਹਿਣਾ ਚਾਹੋ? ਹਾਂਜੀ ਵੀਰ ਜੀ ਜ਼ਰੂਰ। ਮੈਂ ਕਿਉਂਕਿ ਹੁਣੇ ਜਦੋਂ ਆਪਣੇ ਇੱਥੇ ਪ੍ਰੋਟੈਸਟ ਹੋ ਕੇ ਹਟੇ ਨੇ ਬਹੁਤ ਵੱਡੇ ਲੈਵਲ ਤੇ ਨੇ, ਮੈਂ ਉਹਨਾਂ ਨੂੰ ਬਹੁਤ ਨੇੜੇ ਹੋ ਕੇ ਵਾਚਿਆ ਸਾਰਿਆਂ ਨੂੰ, ਜਿਹੜੇ ਆਪਾਂ ਫੋਰਮ ਦੇ ਵਿੱਚ ਆਪਾਂ ਦੇਖੇ ਨੇ। ਤੇ ਉਸ ਤੋਂ ਬਾਅਦ ਜਿਹੜੀ ਉੱਥੋਂ ਦੀ ਜਿਹੜੀ ਮੂਵਮੈਂਟ ਹੈ ਉਹਦੇ ਨਾਲ ਵੀ ਬਹੁਤ ਚੰਗੀ ਤਰ੍ਹਾਂ ਮੈਂ ਇਨ ਟੱਚ ਹੋਇਆ, ਮੰਨ ਲਓ ਵੀ ਸਟੱਡੀ ਕਰ ਰਿਹਾ ਕਿਸ ਤਰ੍ਹਾਂ ਹੋਣਾ ਚਾਹੀਦਾ। ਹੁਣ ਜਦੋਂ ਸਿਆਣੇ ਬੰਦਿਆਂ ਦੇ ਨਾਲ, ਸੂਝਵਾਨ ਬੰਦਿਆਂ ਨਾਲ ਗੱਲ ਕਰੀਦੀ, ਉਹ ਸਾਰੇ ਇਹੀ ਕਹਿੰਦੇ ਆ ਵੀ ਨੌਨ ਵਾਇਲੇਸ਼ਨ, ਵੀ ਕੋਈ ਵੀ ਲੜਾਈ ਝਗੜਾ ਕਿਸੇ ਵੀ ਹੱਦ ਤੱਕ ਨਹੀਂ ਹੋਣਾ ਚਾਹੀਦਾ। ਮਾਫੀ ਮੰਗ ਲਓ, ਹੱਥ ਬੰਨੀ ਚੱਲੋ, ਵੀ ਸਾਨੂੰ ਲੋੜ ਨਹੀਂ, ਅਸੀਂ ਲੜਨਾ ਨਹੀਂ ਕਿਸੇ ਦੇ ਨਾਲ। ਸਿਰਫ ਆਪਣੇ ਸਤਿਗੁਰ ਵੱਲ ਧਿਆਨ ਰੱਖ ਕੇ, ਅਕਾਲ ਪੁਰਖ ਵੱਲ ਧਿਆਨ ਰੱਖ ਕੇ ਆਪਣੇ ਮਿਸ਼ਨ ਦੇ ਵਿੱਚ ਲੱਗੇ ਰਹੋ। ਜਿਹੜਾ ਮਿਸ਼ਨ ਹੈਗਾ ਵੀ ਅਸੀਂ ਬਿੱਲ ਜਿਹੜਾ ਹੈਗਾ ਉਹ ਖਤਮ ਕਰਾਉਣਾ, ਵਾਪਸ ਕਰਾਉਣਾ, ਉਹਨੂੰ ਮੁੱਖ ਧਾਰ ਬਣਾ ਕੇ ਉਹਨੂੰ ਉਹਦੇ ਵਿੱਚ ਹੀ ਲੱਗੇ ਰਹੋ, ਵੀ ਉਹਦੇ ਲਈ ਸਾਨੂੰ ਜੱਦੋ ਜਹਿਦ ਜਿੰਨੀ ਵੀ ਕਰਨੀ ਪਊ ਅਸੀਂ ਕਰਾਂਗੇ। ਬਾਕੀ ਰਹੀ ਗੱਲ ਜਿਹੜੇ ਅਸੀਂ ਇੱਧਰ ਬੈਠੇ ਆ, ਫੋਰਨ ਦੇ ਵਿੱਚ ਬੈਠੇ ਆ, ਜਿੰਨੇ ਵੀ ਅਸੀਂ ਨਾਰਥ ਅਮਰੀਕਾ ਦੇ ਵਿੱਚ, ਮੈਂ ਬੇਨਤੀ ਕਰੂੰਗਾ ਸਾਰੇ ਭੈਣ ਭਰਾਵਾਂ ਨੂੰ ਵੀ ਆਪਾਂ ਇੱਥੋਂ ਹੀ ਗੱਲ ਸਮਝਾਓ ਉਹਨਾਂ ਨੂੰ ਵੀ ਆਪਾਂ ਲੜਾਈ ਝਗੜਾ ਨਹੀਂ ਕਰਨਾ, ਆਪਾਂ ਡਟੇ ਰਹੋ, ਵੀ ਪੂਰੇ ਐਨ ਦੀਵਾਰ ਬਣ ਕੇ ਖੜ ਜਾਓ ਪਿੱਛੇ ਜਾ ਕੇ ਉਹਨਾਂ ਦੇ, ਤੇ ਪਰ ਡਟੇ ਰਹੋ, ਪੋਜੀਟਿਵ ਹੀ ਗੱਲ ਉਹਨਾਂ ਨੂੰ ਕਹੋ। ਪਰ ਜਿਹੜੀ ਵਾਇਲੇਸ਼ਨ ਵਾਲੀ ਗੱਲ ਉਹ ਵਾਰ-ਵਾਰ ਸਮਝਾਓ ਉਹਨਾਂ ਨੂੰ ਵੀ ਆਪਾਂ ਕਿਤੇ ਵੀ ਕੋਈ ਲੜਾਈ ਝਗੜਾ ਕਿਸੇ ਦੇ ਨਾਲ ਫਾਲਤੂ ਕਰਨਾ ਹੀ ਨਹੀਂ। ਤੁਹਾਡਾ ਬੈਠਣਾ ਉੱਥੇ ਇੱਕ ਇਹ ਚੀਜ਼ ਹੈ ਵੀ ਤੁਸੀਂ ਸਮਝ ਲਓ ਜਿਹੜੀ ਰੂਲਿੰਗ ਪਾਰਟੀ ਆ ਉਹਦੀ ਹਿੱਕ ਦੇ ਉੱਤੇ ਬੈਠੇ ਹੋ ਇਸ ਵੇਲੇ। ਜੇ ਉਹ ਥੱਲੇ ਦੱਬੀ ਪਈ ਆ, ਤੁਸੀਂ ਹਿੱਕ ਦੇ ਉੱਤੇ ਬੈਠੇ ਹੋ, ਉਹਨਾਂ ਨੂੰ ਉੱਠਣ ਨਹੀਂ ਦੇ ਰਹੇ। ਉਹਨਾਂ ਦੀ ਨੀਂਦ ਹੈਰਾਨ ਹੋਈ ਪਈ ਆ ਇਸ ਟਾਈਮ। ਡੈਜੀਪਾਮ ਦੀਆਂ ਗੋਲੀਆਂ ਵੀ ਮੁੱਕ ਚੱਲੀਆਂ ਉਹਨਾਂ ਦੀਆਂ ਖਾ ਕੇ, ਵੀ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਹੈ ਇਸ ਵੇਲੇ। ਨਹੀਂ ਆ ਰਹੀ। ਹਾਂ, ਤੇ ਉਹਨਾਂ ਦਾ ਬਹੁਤ ਬੁਰਾ ਹਾਲ ਆ ਇਸ ਵੇਲੇ। ਇਹ ਕੀਤਾ ਤੁਸੀਂ ਹੈ, ਤੁਹਾਡੇ ਏਕੇ ਨੇ ਕੀਤਾ ਹੈ। ਜਿਹੜੀ ਕੋਈ ਪਾਰਟੀਬਾਜ਼ੀ ਵਾਲੀ ਗੱਲ ਨਹੀਂ ਉੱਥੇ ਹੋ ਰਹੀ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਏਦਾਂ ਦੀ ਹੋ ਹੀ ਨਹੀਂ ਰਹੀ, ਤੇ ਬਹੁਤ ਵਧੀਆ ਮੰਨ ਲਓ ਮੂਵਮੈਂਟ ਚੱਲ ਰਹੀ ਹੈ। ਇਹ ਤੁਹਾਡੀ ਮਿਹਰਬਾਨੀ ਆ ਸਾਰਿਆਂ ਦੀ, ਇੱਥੋਂ ਸਪੋਰਟ ਕਰ ਰਹੇ ਹੋ ਤੁਸੀਂ, ਤੇ ਉਹਨਾਂ ਨੂੰ ਇਹੀ ਸਪੋਰਟ ਕਰੀ ਚੱਲੋ ਬਾਰ-ਬਾਰ ਵੀ ਨਹੀਂ ਆਪਾਂ ਕੋਈ ਗੱਲ ਵੱਧ ਘੱਟ ਕਰਨੀ ਨਹੀਂ ਕਿਸੇ ਦੇ ਨਾਲ। ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਦੇ ਵੀ ਚਰਨਾਂ 'ਚ ਬੇਨਤੀ ਕਰੀ ਚੱਲੋ ਵੀ ਤੁਸੀਂ ਕਿਸੇ ਦੇ ਮਗਰ ਨਹੀਂ ਪੈਣਾ, ਕਿਉਂਕਿ ਉਹਨਾਂ ਦੀ ਵਜ੍ਹਾ ਕਰਕੇ, ਉਹਨਾਂ ਦੇ ਬੈਠਣ ਕਰਕੇ ਜਿਹੜੇ ਉਹਨਾਂ ਨੇ 100 ਗੁੰਡਾ ਛੱਡਣਾ ਸੀਗਾ ਵਿੱਚ ਲੜਾਈ ਝਗੜਾ ਪਾਉਣ ਲਈ, ਉਹ ਗੁੰਡਾ ਨਹੀਂ ਹੁਣ ਆਊਗਾ। ਉਹਨਾਂ ਨੂੰ ਪਤਾ ਵੀ ਕਿਰਪਾਨਾਂ ਲੈ ਕੇ ਬੈਠੇ ਆ ਪਿੱਛੇ। ਹਾਂ, ਉਹਨਾਂ ਦਾ ਬਹੁਤ ਧੰਨਵਾਦ ਬਣਦਾ। ਤੇ ਬਾਕੀ ਬਹੁਤ ਵਧੀਆ ਨਾਰਥ ਅਮਰੀਕਨਾਂ ਦਾ, ਸਾਰਿਆਂ ਦਾ, ਯੂਰਪ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਪ੍ਰੋਟੈਸਟ ਬਹੁਤ ਵਧੀਆ ਕੀਤਾ। ਜਿਹੜੀ ਮੂਵਮੈਂਟ ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ ਔਰ ਸ਼ਹੀਦ ਊਧਮ ਸਿੰਘ ਔਰ ਜਿੰਨੇ ਸਾਡੇ ਬਾਬਾ ਸੋਹਣ ਸਿੰਘ ਜੀ ਭਕਨਾ, ਕਰਤਾਰ ਸਿੰਘ ਜੀ ਸਰਾਭਾ, ਕਾਮਾਗਾਟਾ ਮਾਰੂ, ਜਿਹੜੀਆਂ ਸਾਰੀਆਂ ਮੂਵਮੈਂਟਾਂ ਉਹ ਇਧਰੋਂ ਸਟਾਰਟ ਹੋਈਆਂ ਵੀ ਆ। ਤੇ ਇਹ ਜਿਹੜੀ ਮੂਵਮੈਂਟ ਹੈ ਇਹ ਵੀ ਤੁਹਾਡੀ ਸਪੋਰਟ ਦੇ ਨਾਲ ਹੀ ਸਿਰੇ ਚੜ੍ਹਨੀ ਹੈ। ਤੇ ਜਿਹੜੇ ਪਰਿਵਾਰ ਦੇ ਮੈਂਬਰ ਪਿੱਛੇ ਪਿੰਡਾਂ 'ਚ ਬੈਠੇ ਨੇ, ਮਾਲੀ ਜਾਲੀ ਸਹਾਇਤਾ ਕਰਕੇ ਆਪੋ ਆਪਣੇ ਪਰਿਵਾਰਾਂ ਨੂੰ ਇੱਥੋਂ ਭੇਜ ਕੇ ਉਹਨਾਂ ਨੂੰ ਡਟੇ ਰਹੋ, ਉਹਨਾਂ ਨੂੰ ਪਰਵਾਹ ਨਾ ਕਰੋ, ਅਸੀਂ ਤੁਹਾਡੇ ਪਿੱਛੇ ਆ। ਔਰ ਵੀਰ ਜੀ ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਵੀਰਾਂ ਦਾ, ਬਰਾੜ ਸਾਹਿਬ ਦਾ, ਸਤਬੀਰ ਬਾਈ ਹੋਰਾਂ ਦਾ, ਤੁਸੀਂ ਇਹੋ ਜਿਹਾ ਮੌਕਾ ਦਿੱਤਾ ਗੱਲਬਾਤ ਕਰਨ ਦਾ। ਔਰ ਕਾਫੀ ਬੁੱਲਬੁਲਾਟ ਸੀ ਜਿਹੜੇ ਇਸ ਤਰ੍ਹਾਂ ਕੱਢਣੇ ਚਾਹੀਦੇ ਸੀ। ਪ੍ਰੋਟੈਸਟ ਬਹੁਤ ਵਧੀਆ ਹੋਏ ਨੇ। ਅੱਜ ਫ੍ਰਿਜਨੋ ਦੇ ਵਿੱਚ ਸੀ ਮੈਂ ਜੀ, ਲਾਈਵ ਬਹੁਤ ਸੋਹਣਾ ਪ੍ਰੋਟੈਸਟ ਸੀਗਾ। ਫ੍ਰਿਜਨੋ ਵਾਲਿਆਂ ਦਾ ਧੰਨਵਾਦ ਕਰਦੇ ਹਾਂ। ਮੈਂ ਦੇਖਿਆ ਬਾਈ ਤੁਹਾਨੂੰ। ਹਾਂ, ਪਰਸੋਂ ਮੈਂ ਰਿਵਰ ਸਾਈਡ ਵੀ ਸੀ, ਰਿਵਰ ਸਾਈਡ ਵੀ ਬਹੁਤ ਸੋਹਣਾ ਪ੍ਰੋਟੈਸਟ ਕੀਤਾ ਉੱਥੇ ਮੁੰਡਿਆਂ ਨੇ। ਤੇ ਜਿਹੜਾ ਸਨ ਫਰਾਂਸਿਸਕੋ ਆ ਉਹ ਤਾਂ ਸਿਰੇ ਲੱਗ ਗਿਆ ਜੀ। ਹਾਂਜੀ, ਉਹ ਤਾਂ ਭਾਜੀ ਲਾਈਨਾਂ 3-3 ਮਾਈਲ ਤਾਈਂ ਕਾਰਾਂ, ਕਈ ਤਾਂ ਲੋਕੀ ਐਮਬੈਸੀ ਦੇ ਮੂਹਰੇ ਪਹੁੰਚ ਵੀ ਨਹੀਂ ਸਕੇ। ਔਰ ਸਾਡੇ ਭੈਣ ਭਰਾ ਇੰਨੇ ਪੜ੍ਹ ਲਿਖ ਗਏ, ਇੰਨੇ ਸਿਆਣੇ ਨੇ, ਇੰਨੇ ਸਮਝਦਾਰ ਨੇ, ਇੱਕ ਵੀ ਮਿਸਟੇਕ ਨਹੀਂ ਕੀਤੀ ਕਿਸੇ ਨੇ। ਦਾਵਤ ਦਿੰਦਾ ਇਹਨਾਂ ਦੀ, ਸੱਚੇ ਪਾਤਸ਼ਾਹ ਇਹਨਾਂ ਦੀ ਲੰਬੀ ਉਮਰ ਕਰੇ, ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ, ਇਹਨਾਂ ਦੇ ਕੰਮਾਂ 'ਚ ਵਾਧਾ ਕਰੇ ਔਰ ਇਹਨਾਂ ਨੂੰ ਮੱਤ ਪੂਰੀ ਵਧੀਆ ਦੇਵੇ ਸੱਚੇ ਪਾਤਸ਼ਾਹ। ਜਿਵੇਂ ਇਹਨਾਂ ਨੇ ਪ੍ਰੋਗਰਾਮ ਕੀਤਾ ਨਾ, ਮੈਂ ਕਹਿੰਦਾ ਜੀ ਅਮੇਜ਼ਿੰਗ ਹੈ। ਮੇਰੀ ਲਾਈਫ ਦੇ ਵਿੱਚ, ਮੇਰੀ 50 ਸਾਲ ਦੀ ਉਮਰ ਹੋ ਗਈ ਔਰ ਮੈਂ ਪਹਿਲੀ ਵਾਰ ਇਹੋ ਜਿਹੇ ਪ੍ਰੋਟੈਸਟ ਦੇਖੇ ਨੇ ਵੀ ਸ਼ਾਂਤਮਈ ਤਰੀਕੇ ਨਾਲ, ਵਧੀਆ ਤਰੀਕੇ ਦੇ ਨਾਲ। ਔਰ ਬਾਕੀ ਨਾਰਥ ਅਮਰੀਕਾ ਵਾਲਿਓ ਨੰਬਰ ਲੈ ਗਏ ਤੁਸੀਂ, ਯੂਰਪ ਵਾਲਿਓ ਨੰਬਰ ਲੈ ਗਏ ਤੁਸੀਂ, ਇਸ ਕੰਮ ਦੇ ਵਿੱਚ ਸਵਾਦ ਲਿਆਤਾ ਜੀ। ਵੀਰ ਜੀ ਧੰਨਵਾਦ ਤੁਹਾਡਾ ਦੋਨਾਂ ਵੀਰਾਂ ਦਾ ਬਹੁਤ। ਹਾਂਜੀ, ਹੁਕਮ ਜੀ। ਹਾਂਜੀ, ਇਹ ਵੀਰੇ ਆਪਾਂ ਸੈਨ ਫਰਾਂਸਿਸਕੋ ਦੇ ਕੱਲ ਦੀ ਗੱਲ ਕਰੀਏ ਤੇ ਚਲੋ ਉਸ ਤੋਂ ਪਹਿਲਾਂ ਮੈਂ ਥੋੜਾ ਇਸ ਅੰਦੋਲਨ ਬਾਰੇ ਗੱਲ ਕਰਦਾ। ਇਹ ਅੰਦੋਲਨ ਜਿਵੇਂ ਸ਼ੁਰੂ ਹੋਇਆ ਸੀਗਾ, ਇੱਕ ਇਹਨੂੰ ਸਿੱਖਾਂ ਦਾ ਅੰਦੋਲਨ ਜਾਂ ਪੰਜਾਬੀਆਂ ਦਾ ਅੰਦੋਲਨ ਗਵਰਨਮੈਂਟ ਸ਼ੇਪ ਕਰ ਰਹੀ ਸੀਗੀ, ਜਦੋਂ ਕਿ ਹੁਣ ਇਹ ਅੰਦੋਲਨ ਇੱਕ ਇਸ ਮੋੜ ਤੇ ਖੜਾ ਹੋ ਗਿਆ ਕਿ ਸਾਰੀ ਇੰਡੀਆ, ਸਾਰਾ ਪੂਰਾ ਹਿੰਦੁਸਤਾਨ ਇਸ ਅੰਦੋਲਨ ਦਾ ਹਿੱਸਾ ਆ, ਸਾਰੀਆਂ ਸਟੇਟਾਂ ਇਸ ਦਾ ਹਿੱਸਾ ਨੇ। ਤੇ ਇਹ ਇੱਕ ਚੀਜ਼ ਹੋਰ, ਇਹ ਇੱਕ ਮੈਸੇਜ ਚੱਲ ਗਿਆ ਕਿ ਇਹ ਅੰਦੋਲਨ ਇਕੱਲਾ ਕਿਸਾਨੀ ਨਾਲ ਸੰਬੰਧਿਤ ਨਹੀਂ ਹੈਗਾ,
ਇਹਦੇ ਵਿੱਚ ਜੀ। ਆੜਤੀਆ ਵੀ ਮਾਰਿਆ ਜਾਊਗਾ, ਛੋਟੇ ਜਿਹੇ ਬਿਜ਼ਨਸਮੈਨ ਵੀ ਮਾਰੇ ਜਾਣਗੇ। ਤੇ ਫਿਰ ਜਿਹੜੀ ਗਵਰਨਮੈਂਟ ਆ, ਮੋਦੀ ਗਵਰਨਮੈਂਟ, ਹੁਣ ਤੱਕ ਇਹਨਾਂ ਨੇ ਜਦੋਂ ਤੋਂ ਬਣੀ ਹੈ 5 ਸਾਲ ਪਹਿਲਾਂ ਲਾ ਕੇ 2 ਸਾਲ ਹੁਣ ਹੋ ਗਏ, ਇਹਨਾਂ ਨੇ ਹਜੇ ਤੱਕ ਕੋਈ ਵੀ ਆਪਣਾ ਫੈਸਲਾ ਪਲਟਿਆ ਨਹੀਂ ਸੀਗਾ। ਤੇ ਜੀ। ਇਹ ਅੰਦੋਲਨ ਦਾ, ਚਾਹੇ ਆਪਣੀ ਤਾਂ ਅਰਦਾਸ ਇਹੀ ਹੈ ਸਾਰੇ ਬਿੱਲ ਵਾਪਸ ਹੋ ਜਾਣ, ਪਰ ਇਹ ਅੰਦੋਲਨ ਨੇ ਪੂਰੇ ਇੰਡੀਆ ਨੂੰ, ਸਾਰੀਆਂ ਕੌਮਾਂ ਨੂੰ, ਜਿਵੇਂ ਇਹਨਾਂ ਨੇ ਕਸ਼ਮੀਰ ਨੂੰ ਵੀ ਇੱਕ ਨੱਪ ਕੇ ਉਹਦੀ ਸਾਰੇ ਉਹਨੂੰ 3 ਹਿੱਸਿਆਂ 'ਚ ਵੰਡਤਾ ਨਾ, ਇਹ ਅੰਦੋਲਨ ਨੇ ਸਾਰੇ ਇੰਡੀਆ ਦੇ ਵਿੱਚ ਸਾਰੇ ਲੋਕਾਂ 'ਚ, ਸਾਰੇ ਵਰਗਾਂ 'ਚ, ਸਾਰੇ ਧਰਮਾਂ 'ਚ ਇੱਕ ਸਪਿਰਿਟ ਭਰ ਦਿੱਤੀ ਆ ਤੇ ਇਤਿਹਾਸ ਦੁਬਾਰਾ ਜਿੰਦਾ ਕਰਤਾ। ਜੋ ਆਪਾਂ ਸਟੋਰੀਆਂ ਸੁਣਦੇ ਸੀ ਕਿ ਕਿਵੇਂ ਜ਼ਬਰ ਦਾ ਜਿਹੜਾ ਮੁਕਾਬਲਾ ਕਰਨਾ, ਜ਼ੁਲਮ ਦਾ ਮੁਕਾਬਲਾ ਕਰਨਾ, ਉਹ ਚੀਜ਼ ਸਾਰਿਆਂ ਨੂੰ ਪ੍ਰਤੱਖ ਕਰਕੇ ਦਿਖਾ ਦਿੱਤੀ ਆ। ਤੇ ਸੈਕੰਡ, ਜਿਹੜੀ ਵਿਦੇਸ਼ੀ ਆਪਾਂ ਜਿਹੜੀਆਂ ਗੱਲਾਂ ਕਰਦੇ, ਸੈਨ ਫਰਾਂਸਿਸਕੋ ਵੀ ਹੋਇਆ ਸੀਗਾ ਜੈਕਾਰਾ ਮੂਵਮੈਂਟ ਦਾ, ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਿੱਖ ਯੂਥ ਆਫ ਅਮਰੀਕਾ ਤੇ ਹੋਰ ਸਾਰੀਆਂ ਗੁਰਦੁਆਰਾ ਸਾਹਿਬਾਨਾਂ, ਸਾਰੇ ਜਿਵੇਂ ਪੂਰੇ ਕੈਲੀਫੋਰਨੀਆ ਤੋਂ ਪਾਰਟਿਸਿਪੇਸ਼ਨ ਹੋਈ ਹੈ, LA ਤੋਂ, ਫ੍ਰਿਜ਼ਨੋ ਤੋਂ, ਯੂਬਾ ਸਿਟੀ ਤੋਂ, ਸੈਕਰਾਮੈਂਟੋ ਤੇ ਬੇਰੀਏ ਦੇ ਜਿੰਨੇ ਵੀ ਸਾਰੇ ਲੋਕਾਂ ਨੇ ਇਹਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਆ। ਤੇ ਸ਼ਾਂਤਮਈ ਰਹਿ ਕੇ, ਜੋ ਉਹ ਬੜੀ ਵੱਡੀ ਗੱਲ ਆ ਇਸ ਅੰਦੋਲਨ ਦੇ ਵਿੱਚ। ਤੇ ਬਾਕੀ NRI ਨੇ ਇੱਕ ਵੱਡਾ ਰੋਲ ਪਲੇ ਕਰਨਾ ਹੁਣ ਵੀ ਤੇ ਫਿਊਚਰ ਦੇ ਵਿੱਚ ਵੀ, ਕਿਉਂਕਿ ਜੇ ਹੁਣ ਤੱਕ ਗਵਰਨਮੈਂਟ ਨੂੰ ਇਹ ਲੱਗਦਾ ਸੀ ਕਿ ਪੰਜਾਬ ਫਿਜ਼ੀਕਲੀ ਤਾਂ ਹਿੱਸਾ ਲੈਣ ਦੇ ਤੌਰ ਤੇ ਤਾਂ ਹਿੰਦੁਸਤਾਨ ਦਾ ਹੀ ਆ, ਪਰ ਜਿਹੜੇ ਪੰਜਾਬੀ ਆ ਨਾ, ਉਹ ਗਲੋਬਲ ਹੋ ਗਏ ਆ। ਉਹ ਹਰ ਇੱਕ ਦੇਸ਼ ਦੇ ਵਿੱਚ ਆ, ਹਰ ਇੱਕ ਸਬ ਕੰਟੀਨੈਂਟਸ ਦੇ ਵਿੱਚ ਬੈਠੇ ਆ। ਪੰਜਾਬ ਨੂੰ ਹੁਣ ਜੇ ਸੂਈ ਵੀ ਲੱਗੂ ਨਾ, ਤੇ ਉਹਦਾ ਅਸਰ ਸਾਰੀ ਦੁਨੀਆ ਦੇ ਵਿੱਚ ਦਿਸੂਗਾ, ਉਹਦਾ ਰਿਐਕਸ਼ਨ ਸਾਰੀ ਦੁਨੀਆ 'ਚ ਦਿਖੂਗਾ। ਬਿਲਕੁਲ ਭਾਜੀ, ਬਿਲਕੁਲ ਸਹੀ ਗੱਲ ਕਹੀ ਆ ਤੁਸੀਂ। ਔਰ ਨਾਲੇ ਹੁਣ ਹਾਂਜੀ ਭਾਜੀ, ਹਾਂਜੀ ਗੋ ਹੈ। ਭੈਣਾਂ ਦਾ ਵਿੱਚ ਧੰਨਵਾਦ ਜ਼ਰੂਰ ਕਰ ਦਿਓ ਆਪਣੇ ਫੰਕਸ਼ਨ ਦੇ ਵਿੱਚ, ਕਿਉਂਕਿ ਭੈਣਾਂ ਨੇ ਬਹੁਤ ਕੰਮ ਕੀਤਾ, ਵੱਧ ਚੜ ਕੇ ਹਿੱਸਾ ਲਿਆ। ਤੁਸੀਂ ਆਪਣੇ ਮੂੰਹੋਂ ਜ਼ਰੂਰ ਬੇਨਤੀ ਕਰ ਦਿਓ। ਧੰਨਵਾਦ। ਦੇਖੋ ਭਾਜੀ, ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਜਿੱਦਾਂ ਇਸ ਅੰਦੋਲਨ ਦੇ ਵਿੱਚ ਇਕੱਲੇ ਵੀਰ ਹੀ ਨਹੀਂ, ਭੈਣਾਂ, ਬੱਚੇ, ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਦੇਖੋ ਇੱਕ ਸਪੋਰਟ ਦਿੱਤੀ ਇਸ ਅੰਦੋਲਨ ਨੂੰ। ਅੰਦੋਲਨ ਇਕੱਲਾ ਇੱਕ ਬੰਦੇ ਦਾ ਨਹੀਂ ਹੁੰਦਾ, ਜਦੋਂ ਸਾਰੇ ਵਰਗਾਂ ਦੇ ਲੋਕ ਉਸ ਅੰਦੋਲਨ ਵਿੱਚ ਆਉਂਦੇ ਆ, ਫਿਰ ਉਹ ਸਹੀ ਅੰਦੋਲਨ ਬਣਦਾ। ਔਰ ਅਸੀਂ ਇਹ ਬਹੁਤ, ਚਲੋ ਇਹ ਮਾਣ ਵਾਲਾ ਗੱਲ ਤਾਂ ਨਹੀਂ ਹੈਗੀ, ਪਰ ਅਸੀਂ ਇਸ ਅੰਦੋਲਨ ਨੂੰ ਦੇਖਿਆ ਆਪਣੀ ਅੱਖਾਂ ਦੇ ਨਾਲ, ਇੱਕ ਏਕਤਾ ਨੂੰ ਹੁੰਦਾ ਦੇਖਿਆ। ਇਹ ਵੀ ਆਪਣੇ ਆਪ ਨੂੰ ਬੜਾ ਮਹਿਸੂਸ ਹੁੰਦਾ ਯਾਰ ਵੀ ਆਪਾਂ ਇਹ ਜਿਹੜੀ ਚੀਜ਼ ਆ ਇਹ ਦੇਖੀ ਆ, ਤੇ ਇੱਕ ਦਿਨ ਇਸ ਅੰਦੋਲਨ ਦਾ ਇਤਿਹਾਸ ਵਿੱਚ ਨਾਂ ਲਿਖਿਆ ਜਾਣਾ, ਕਿਉਂਕਿ ਇਹ ਇੱਕ ਬਹੁਤ ਵੱਡਾ ਅੰਦੋਲਨ ਆ। ਔਰ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਭੈਣਾਂ ਦਾ, ਆਪਣੀਆਂ ਮਾਤਾਵਾਂ ਦਾ, ਜਿਹੜੀਆਂ ਅੱਜ ਪੰਜਾਬ ਦੇ ਵਿੱਚ ਪਿੱਛੇ ਕਿਸਾਨੀ ਸੰਭਾਲ ਰਹੀਆਂ, ਆਪਣੇ ਕਿਸਾਨਾਂ ਨੂੰ ਭੇਜ ਕੇ ਦਿੱਲੀ ਦੇ ਵਿੱਚ। ਇੱਥੇ ਅਮਰੀਕਾ ਵਿੱਚ ਵੀ ਕਈਆਂ ਭੈਣਾਂ ਨੇ, ਮੈਂ ਉਹਨਾਂ ਦੀ ਵੀਡੀਓ ਦੇਖ ਰਿਹਾ ਸੀ, ਉਹਨਾਂ ਨੇ ਸਪੋਰਟ ਕੀਤੀ ਅੱਗੇ ਆ ਕੇ ਇਸ ਆਵਾਜ਼ ਨੂੰ ਉਠਾਉਣ ਦੇ ਲਈ। ਔਰ ਇਹ ਬਹੁਤ ਵਧੀਆ। ਨਾਲੇ ਇੱਕ ਭਾਜੀ ਮੈਂ ਥੋੜਾ ਟੱਚ ਕਰਨਾ ਚਾਹੁੰਦਾ, 8 ਦਸੰਬਰ ਨੂੰ ਭਾਰਤ ਬੰਦ ਆ, ਤੇ ਇਹ ਰਿਕੁਐਸਟ ਕਰਦੇ ਆ ਜੀ ਸਾਰੇ ਜਿੰਨੇ ਵੀ ਇੰਡੀਆ ਦੇ ਵਿੱਚ ਜੇ ਕੋਈ ਸਾਡੀ ਗੱਲਬਾਤ ਸੁਣ ਰਿਹਾ, ਸਾਡੇ NRI ਵੀਰਾਂ ਵੱਲੋਂ ਹੱਥ ਜੋੜ ਕੇ ਬੇਨਤੀ ਆ ਕਿ ਇਸ ਬੰਦ ਦਾ ਪੂਰਾ ਸਮਰਥਨ ਦਿਓ। ਜੇ ਤੁਸੀਂ ਇੱਕ ਦਿਨ ਨਹੀਂ ਵੀ ਕੋਈ ਪੈਸਾ ਬਣਾ ਪਾਓਗੇ ਨਾ, ਪਰ ਸਾਰੀ ਉਮਰ ਯਾਦ ਰੱਖੋਗੇ। ਇੱਕ ਵਾਰੀ ਕਹਾਣੀ ਸੁਣਾਈ ਸੀ ਕਿਸੇ ਨੇ, ਕਹਿੰਦੇ ਇੱਕ ਵਾਰੀ ਜੰਗਲ ਨੂੰ ਅੱਗ ਲੱਗੀ ਹੋਈ ਸੀਗੀ, ਤੇ ਇੱਕ ਚਿੜੀ ਆਪਣੀ ਚੁੰਝ ਦੇ ਵਿੱਚ ਪਾਣੀ ਭਰ ਕੇ ਨਾ, ਤੇ ਉਹ ਜੰਗਲ ਦੀ ਅੱਗ ਤੇ ਪਾ ਰਹੀ ਸੀ, ਤੇ ਬਾਕੀ ਜਾਨਵਰਾਂ ਨੇ ਪੁੱਛਿਆ ਵੀ ਤੇਰੀ ਇਸ ਚੁੰਝ ਦੇ ਪਾਣੀ ਦੀ ਅੱਗ ਨਾਲ ਕਦੇ ਅੱਗ ਬੁੱਝ ਜਾਣੀ ਆ? ਜਿੰਨਾ ਤੂੰ ਪਾਣੀ ਪਾ ਰਹੀ ਨਾ, ਤਾਂ ਕੁਝ ਵੀ ਨਹੀਂ ਹੋਣਾ। ਤੇ ਚਿੜੀ ਨੇ ਜਵਾਬ ਦਿੱਤਾ ਸੀ, ਕਹਿੰਦੀ ਮੈਨੂੰ ਪਤਾ ਕੁਝ ਨਹੀਂ ਹੋਣਾ, ਪਰ ਤੁਹਾਨੂੰ ਇੱਕ ਚੀਜ਼ ਦੱਸ ਦਿੰਦੀ ਆ, ਜਿੱਦਣ ਇਤਿਹਾਸ ਦੇ ਵਿੱਚ ਇਹ ਗੱਲ ਕੀਤੀ ਜਾਊਗੀ, ਕਿਤੇ ਨਾ ਕਿਤੇ ਮੈਨੂੰ ਫੀਲ ਹੋਊਗਾ ਕਿ ਮੈਂ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ। ਸੋ ਮੇਰੇ ਵੀਰੋ, ਜਿਹੜਾ ਵੀ ਇਸ 8 ਦਸੰਬਰ ਦੇ ਵਿੱਚ ਜੋ ਵੀ ਸਾਡਾ ਇੰਡੀਆ 'ਚ ਵੀਰ ਸੁਣ ਰਿਹਾ, ਉਹਦੇ ਅੱਗੇ ਇਹੀ ਰਿਕੁਐਸਟ ਆ ਕਿ 8 ਦਸੰਬਰ ਦਾ ਜਿਹੜਾ ਭਾਰਤ ਬੰਦ ਦਾ ਕਿਸਾਨ ਯੂਨੀਅਨ ਨੇ ਇਹੋ ਨਿਸ਼ਚੈ ਕੀਤਾ ਆ, ਇਹਨੂੰ ਕਾਮਯਾਬ ਕਰਨਾ। ਇਹ ਮੋਦੀ ਦੀ ਹਿੱਕ ਦੇ ਵਿੱਚ ਠਾਹ ਕਰਦਾ ਵੱਜੇ, ਤਾਂ ਜੋ ਉਹਦੀ ਹਿੱਕ ਨੂੰ ਪਤਾ ਲੱਗੇ ਵੀ ਵਾਕਈ ਯਾਰ ਭਾਰਤ ਇੱਕ ਆ, ਹੁਣ ਤੇਰੀ ਨਹੀਂ ਚੱਲਣੀ। ਸੋ ਆਪਣਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ। ਜੰਡੂ ਵੀਰ ਜੀ, ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਇਹੋ ਟਾਈਮ ਕੱਢਿਆ। ਅਮਰ ਵੀਰ, ਤੁਹਾਡਾ ਵੀ ਬਹੁਤ ਧੰਨਵਾਦ। ਤੁਹਾਨੂੰ 5 ਮਿੰਟ ਪਹਿਲਾਂ ਮੈਂ ਕਾਲ ਕੀਤੀ ਕਿ ਭਾਜੀ ਮੈਨੂੰ ਅੱਜ ਹੈਲਪ ਦੀ ਲੋੜ ਹੈ, ਤੁਸੀਂ ਆ ਗਏ। ਸੋ ਆਪਾਂ ਇਕੱਠੇ ਹੋ ਕੇ ਭਾਜੀ ਇਸ ਮਿਸ਼ਨ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਇਹ ਇੱਕ ਪਲੇਟਫਾਰਮ ਬਣਾ ਰਹੇ ਆ NRI ਵੀਰਾਂ ਦੇ ਲਈ। ਇਹਦੇ ਵਿੱਚ ਕੋਈ ਅਮਰ ਦਾ ਨਾਂ ਨਹੀਂ ਆ, ਕੋਈ ਅਮਰਦੀਪ ਦਾ ਨਾਂ ਨਹੀਂ ਆ, ਕੋਈ ਜੰਡੂ ਵੀਰ ਦਾ ਨਾਂ ਨਹੀਂ ਆ। ਇਹ ਸਾਡਾ ਸਾਰਾ ਸਾਂਝਾ ਪਲੇਟਫਾਰਮ ਆ, NRI ਵੀਰ ਲਈ ਤਿਆਰ ਕਰ ਰਹੇ ਆ ਕਿ ਇਹਦੇ ਰਾਹੀਂ ਅਸੀਂ ਆਪਣਾ ਆਵਾਜ਼ ਭਾਰਤ ਦੇ ਲੋਕਾਂ ਤਾਈਂ ਉਹਨਾਂ ਦੀ ਸਪੋਰਟ ਪਹੁੰਚਾ ਸਕੀਏ, ਆਪਣੀਆਂ ਇੱਛਾਵਾਂ ਜੋ ਆਪਣਾ ਸੋਚ ਆ ਉੱਥੇ ਪਹੁੰਚਾਇਆ ਜਾਵੇ। ਧੰਨਵਾਦ ਸਾਰੇ ਵੀਰਾਂ ਦਾ। ਵੀਰੋ ਹੁਣ ਟਾਈਮ ਜ਼ਿਆਦਾ ਹੋ ਗਿਆ। ਥੈਂਕ ਯੂ ਭਾਈ ਤੁਹਾਡਾ ਵੀ ਤੇ ਅਮਰਦੀਪ ਭਾਈ ਦਾ ਵੀ। ਥੈਂਕ ਯੂ ਵੈਰੀ ਮਚ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।